ਲਾ ਰਹੇ ਹੋ ਕਿ ਇਹ ਅਸੂਲ ਤੁਹਾਡੇ ਮੁਖਾਲਿਫ ਨੂੰ ਮਨਜ਼ੂਰ ਹੈ ਜਿਸ ਅਸੂਲ ਦੇ ਮੁਤਾਬਿਕ ਤੁਸੀਂ ਕੁੱਤਾ ਬਿੱਲਾ ਹੁਣ ਇਹ ਵੀ ਇਸੇ ਸਵਾਲ ਦੇ ਮੈਂ ਤੁਹਾਨੂੰ ਮਨਜ਼ੂਰ ਇਸੇ ਸਵਾਲ ਦੇ ਉੱਤੇ ਸੁਣ ਲਓ ਸੁਲਤਾਨ ਭਾਈ ਤੁਸੀਂ ਬਾਅਦ ਚ ਕਰਿਓ ਸਵਾਲ ਇੱਕ ਵਾਰੀ ਮੈਨੂੰ ਕਰ ਲੈਂਦੇ ਇਸੇ ਗੱਲ ਦੇ ਉੱਤੇ ਸੁਣ ਲਓ ਜਿਹੜਾ ਅਸੂਲ ਉਹਨਾਂ ਦੇ ਕੋਲ ਹੈ ਨਾ ਠੀਕ ਹੈ ਉਹ ਇੱਕ ਕੁਰਾਨੀ ਅਸੂਲ ਹੈ ਠੀਕ ਹੈ ਅਸੂਲ ਇਹ ਵੇ ਸੁਣ ਲਓ ਕਿ ਜਿੰਨਾ ਤੁਹਾਨੂੰ ਸੁਣ ਤੁਹਾਨੂੰ ਦੱਸਣ ਲੱਗਾ ਜਿੰਨਾ ਤੁਹਾਨੂੰ ਕੋਈ ਦੁੱਖ ਦਿੰਦਾ ਹੈ ਨਾ ਤੁਸੀਂ ਉਹਨੂੰ ਵਾਪਸ ਦੇ ਸਕਦੇ ਹੋ ठीक है ना दुख नहीं है जनाब करेक्शन कर लो अपनी कि अल्लाह ताला फरमाता है जिन्ना जुल्म नहीं मैं जुल्म बदला दुख मेरी गल तो सुन लो मैं हां बदला लैन दी इजाजत है हुन जेड़े बंदे नाल सुन ते लो 313 बहरीन भाई तस्वीर दे अंदर सूर बनाया है कुत्ता बनाया है मनो असूल दस दो अमर नजीर ने काम कीता जी जी सुन रहे बिस्मिल्लाह कर मैं गल जी कर रहे ना ਤੁਹਾਨੂੰ एक दो बंदे ने आपस में दुश्मन ठीक है तीजा बंदा ਜਿਹੜਾ ਉਹ ਇੱਕ ਦਾ ਯਾਰ ਹੈ ਠੀਕ ਹੈ ਤੇ ਦੂਜਾ ਦਾ ਹਮ ਮਕਤਬਾ ਫਿਕਰ ਯਾਨੀ ਕਹ ਲੋ ਕਿ ਤੁਹਾਡਾ ਮੈਂ ਕਹਿ ਲੈਣਾ ਕਿ ਤੁਸੀਂ ਅਮਨ ਨਜ਼ੀਰ ਦੇ ਮਕਤਬਾ ਫਿਕਰ ਦੇ ਹੋ ਲੇਕਿਨ ਤੁਸੀਂ ਨਾਸਰ ਬਾੜ ਦੇ ਯਾਰ ਹੋ ਉਹਨਾਂ ਸੁਣ ਤੇ ਲੋ नासर यार मैं किस तरह ਉਹਨਾਂ ਦੇ ਮਕਤਬਾ ਫਿਕਰ ਸਹਿਲ ਸੁਣਨ ਵਾਲੀ ਮਾਂ ਹੈ ਹੁਣ ਯਾਰ ਮੈਂ ਤਾਂ ਹੁਣ ਵੀ ਨਾ ਲੇਕਿਨ ਉਹਨੇ ਤੇ ਜਿਹੜੀ ਗੰਦਾ ਗਾਲ ਕੱਢੀ ਤੇ ਲੋ ਗੱਲ ਮੇਰੀ ਤਾਂ ਸੁਣ ਲੈ ਕਿ ਨਹੀਂ ਗੰਦੀ ਗਾਲ 313 ਬਹਿਰੀਨ ਸਾਹਿਬ ਸੁਣ ਲੋ ਦੋ ਬੰਦੇ ਆਪਸ ਵਿੱਚ ਦੁਸ਼ਮਣੀ ਦੇ ਵਿੱਚ ਨੇ ਠੀਕ ਹੈ ਉਹ ਦੁਸ਼ਮਣੀ ਦੇ ਵਿੱਚ ਤੁਹਾਨੂੰ ਵੀ ਪਤਾ ਕਿਹੜੀ ਗੱਲ ਤੋਂ ਦੁਸ਼ਮਣੀ ਦੇ ਵਿੱਚ ਹੁਣ ਅਮਨ ਨਜ਼ੀਰ ਸਾਹਿਬ ਦੀ ਅਗਰ ਤੁਸੀਂ ਹਿਸਟਰੀ ਚੈੱਕ ਸੁਣ ਲੋ ਅਮਨ ਨਜ਼ੀਰ ਸਾਹਿਬ ਦੀ ਅਗਰ ਤੁਸੀਂ ਹਿਸਟਰੀ ਚੈੱਕ ਕਰਦੇ ਹੋ ਨਾ ਠੀਕ ਹੈ ਮੈਂ ਕਸਮ ਖਾਨ ਨੂੰ ਤਿਆਰ ਹਾਂ एक जगह ते शर्त लगी सी 1 लाख रुपए दी ज़ियार रसूल दी ते इमरान कालू दी ठीक है इन्हां दा उस जगह दे उत्ते मनाजरा हो रहा सी एक पासे होस्ट टू होस्ट जिहड़ा हुंदा ना होस्ट टू होस्ट मनाजरा हो रहा सी ते ज़ियार रसूल ते इमरान कालू दोनों आपस में मनाजरा कर रहे सन इन्हां ने एक बंदा नाल होर होस्ट मंगवाया ना ओहदे च वासे ते दूजे पासों अमर नज़ीर आ गया दोनों इन्हां दोनों बंदियां ने जो गल खत्म हो गई ना ते गल च कच्चे पैन डे सन दोनों जने यानी कह लो कि ज़ियार रसूल ते अमन नज़ीर सिर्फ हाँ जरद वाले कच्चे पैन दे उत्ते गल सुनते लो सुनते वो केस सुना रहा सारे मैं ये सुना ही नहीं रहा ये कोई गल तो सुनो सिर्फ गल दे विच कच्चे पैन दे वास्ते अमन नज़ीर साहब ने खलीफा खामस की बेगम दी तस्वीरां ला के आंदा ही आ वेखियो मैं इन्हां नूं भजांदा गल की सी कि तू चला जा तू छड़ के चला जा लाइव वो आंदा पिया तू छड़ के चला जा लाइव इन्हां आख्या नहीं तू जा उन्हें आख्या वेखी मैं भजांदा इन्हां नूं ठीक है इस गल दे उत्ते उस बंदे ने एक ऐसी औरत दी तस्वीरां लाईयां जिहदा कोई तलक नहीं सी है हुण अगर नासर भाट साहब सुन लो नासर भाट साहब अगर मिसाल दे तौर ते तस्वीर लांदे ने ਉਹ ਲਾਂਦੇ ਨੇ ਤੇ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਬੰਦਿਆਂ ਦੀ ਮੈਂ ਹੁਣੇ ਤੁਹਾਨੂੰ ਵੀਡੀਓ ਵਿਖਾ ਦੇਣਾ ਵਾ ਕਿ ਉਹ ਆਪਣੀ ਬਰਾੜ ਤੇ ਬੈ ਕੇ ਖੁਲਫਾ ਦੀਆਂ ਤਸਵੀਰਾਂ ਦੇ ਉੱਤੇ ਨੌਜ਼ ਬਿਲਾ ਛਿੱਤਰ ਮਾਰ ਰਹੇ ਨੇ ਤੇ ਭੈੜੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਦੇ ਇਹ ਇਮਾਮ ਨੇ ਸੁਣ ਲਓ ਅਮਨ ਨਜ਼ੀਰ ਉਹਨਾਂ ਦੇ ਇਮਾਮ ਨੇ ਮੈਂ ਇਹ ਲਫ਼ਾਜ਼ ਤੁਹਾਨੂੰ ਸੁਣਾ ਸਕਣਾ ਵਾ ਕਿ ਉਹ ਲੋਕ ਕਹਿ ਰਹੇ ਨੇ ਕਿ ਸਾਡੇ ਅਮਨ ਨਜ਼ੀਰ ਸਾਹਿਬ ਇਮਾਮ ਨੇ ਸੁਣ ਤੇ ਲੋ ਮੇਰੀ ਪੂਰੀ ਗੱਲ ਮੈਨੂੰ ਪੂਰਾ ਕੇਸ ਸਿਰ ਰੱਖ ਲੈਣ ਦਿਓ ਕਿ ਅਗਰ ਇੱਕ ਬੰਦਾ ਕੰਮ ਕਰ ਰਿਹਾ ਤੁਸੀਂ ਉਹਨੂੰ ਚੜਾਉਣ ਵਾਸਤੇ ਜਾਂ ਉਹਦੇ ਨਾਲ ਕਹ ਲੋ ਕਿ ਠਸਲਬਾਜ਼ੀ ਦੇ ਵਿੱਚ ਤੁਸੀਂ ਘਰ ਦੀਆਂ ਔਰਤਾਂ ਨੂੰ ਲੈ ਕੇ ਆ ਰਹੇ ਹੋ ਠੀਕ ਹੈ ਤੇ ਅਗਰ ਤੁਹਾਡਾ ਮੁਖਾਲਫ ਤੁਹਾਨੂੰ ਵਿੱਚ ਲੈ ਕੇ ਆ ਰਿਹਾ ਤੁਹਾਡੇ ਜਿਹੜੇ ਥੱਲੇ ਸ਼ਾਗਿਰਦ ਨੇ ਉਹਨਾਂ ਨੇ ਜਿਹੜਾ ਜ਼ੁਲਮ ਕੀਤਾ ਜਿਹੜਾ ਤੁਸੀਂ ਕਰਵਾਇਆ ਉਹਦੇ ਵਾਸਤੇ ਤੇ ਉਹ ਜਿਹੜਾ ਜ਼ੁਲਮ ਕਰ ਰਹੇ ਨੇ ਮੈਨੂੰ ਫਾਈਟਰ ਕੋਲ ਯਕੀਨ ਮੰਨੋ ਅਗਰ ਉਹ ਅਮਨ ਨਜ਼ੀਰ ਸਾਹਿਬ ਦੀ ਫੋਟੋ ਲਾਂਦਾ ਤੇ ਮੈਨੂੰ ਉਹਦੇ ਤੋਂ ਇਤਰਾਜ਼ ਨਹੀਂ ਹੈ ਕਿਉਂ ਕਿ ਅਮਨ ਨਜ਼ੀਰ ਉਹੀ ਕੰਮ ਆਪਣੇ ਸ਼ਾਗਿਰਦਾਂ ਕੋਲੋਂ ਕਰਵਾ ਰਿਹਾ ਹੈ ਮਾਮਾ ਟੂਟੂ ਨਾਸਰ ਪਾਟ ਨੂੰ ਚੁੱਕੀ ਜ਼ਰਾ ਤੁਹਾਡਾ ਤੁਸੀਂ ਮੋਡੀਏਟਰ ਨਹੀਂ ਹੈ ਅੱਛਾ ਮੁਕੰਮਲ ਹੋ ਹਾਂ ਬਹਰਹਾਲ ਇਹ ਵੇ ਕਿ ਮੈਂ ਨਾਸਰ ਬਾਟ ਸਾਹਿਬ ਨੂੰ ਚੁੱਕਣ ਲੱਗਾ ਸੁਣ ਲਓ ਤੁਸੀਂ ਹਾਂ ਚਲੋ ਠੀਕ ਹੈ ਤੁਸੀਂ ਚੀਜ਼ ਗੱਲ ਕਰਨੀ ਹੈ ਨਹੀਂ ਮੇਰੀ ਗੱਲ ਤਾਂ ਸੁਣ ਲਓ ਅਗਰ 2 ਮਿੰਟ ਗੱਲ ਕਰਕੇ 1 ਮਿੰਟ ਸੁਣ ਕੇ ਨਾ ਤੇ ਮੈਨੂੰ ਸੰਗਿਓ ਫੜਨਾ ਚਲੋ ਠੀਕ ਹੈ ਅਗਰ ਤੁਸੀਂ ਤਸੱਲੀ ਨਾਲ ਤਹਮਲ ਨਾਲ ਗੱਲ ਕਰਨੀ ਹੈ ਕੋਈ ਰੋਲਾ ਨਹੀਂ ਪਾਣਾ ਮੈਂ ਕਿਉਂਕਿ ਮੈਂ ਚਾਹ ਰਿਹਾ ਵਾਂ ਤੁਹਾਡੇ ਨਾਲ ਡਾਇਲੌਗ ਮੈਂ ਚਾਹ ਰਿਹਾ ਵਾਂ 313 ਬਰੀਨ ਕਿ ਅੱਗੋਂ ਡਾਇਲੌਗ ਦੁਬਾਰਾ ਰਹਾਉਣ ਤੁਹਾਡੇ ਨਾਲ अच्छा पानी ना पिया कुछ नहीं हाँ डायलॉग होने चाहिए ने
ਪਿਆਰ ਮੁਹੱਬਤ ਨਾਲ ਹਾਂਜੀ ਓਕੇ ਆ ਜਾਓ ਜੀ ਡਾਕਟਰ ਸਾਹਿਬ ਅਸਲਾਮ ਅਲੈਕੁਮ ਰਹਿਮਤੁल्लाह ਡਾਕਟਰ ਸਾਹਿਬ ਤੁਹਾਡੀ ਉਹ ਨਹੀਂ ਆ ਰਹੀ ਸਿਗਨਲ ਨਹੀਂ ਰਲਦੇ अस्सलाम वालेकुम रहमतुल्लाह वालेकुम सलाम रहमतुल्लाह चीज है कहते ने कि पंजाबी च कहते ने कि नीयत राम दी हुई तां ढेर हाँ मतलब कि अगर बंदे दी नीयत खराब हो गई ना तो बहानेबाजियां बड़ियां करदा हाँ ਇਹੀ ਬੰਦਾ ਇਹੀ ਅਮਰ ਰਜ਼ੀਰ ਸੀ ਇਹੀ ਇਹ ਬੰਦਾ ਸੀ ਹਰ ਗੱਲ ਤੇ ਖੁਸ਼ ਹੁੰਦਾ ਸੀ ਇਹਦੇ ਜੀ ਕਿੰਗਰੇ ਪੂਰੇ ਨੇ ਕਦੀ ਇਹਨੂੰ ਫੋਟੋ 112 ਸਾਹਿਬ ਕਿੰਨੇ ਮਿੰਟ ਗੱਲ ਹੋ ਸਕਦੀ ਹੈ ਕਿੰਨੇ ਮਿੰਟ ਹੈ ਕਰਨ ਦੀ ਕਿੰਨੇ ਮਿੰਟ ਇਹ ਮੈਂ ਗੱਲ ਇੱਕ ਮਿੰਟ ਲਾ ਲਓ ਟਿਕਟ ਕੀ ਲਾ ਲਓ ਫਿਰ ਇਹ ਤਨਜ਼ੀਲਾ ਬਾਜੀ ਗੱਲ ਕਰ ਲਓ ਕੋਈ ਮਸਲਾ ਨਹੀਂ ਤੁਸੀਂ ਟੈਨਸ਼ਨ ਬਰੀਨ ਭਾਈ ਬਾਅਦ ਚ ਗੱਲ ਕਰ ਲਓ ਮੇਰਾ ਤਾਂ ਕੋਈ ਨਹੀਂ ਹੈ ਜਿਹਦੇ ਕੋਲ ਜਾ ਕੇ ਬਹਿਣਾ ਜਾ ਕੇ 100 ਵਾਰੀ ਬਵੇ ਇਹਦੇ ਕੋਲ ਸਿਰਫ ਮੈਂ ਪੁੱਛਣਾ ਅਮਰ ਰਜ਼ੀਕ ਦੀ ਵਜ੍ਹਾ ਇਹਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੈ ਹੁਣ ਅਗਰ ਇੱਥੇ ਆ ਕੇ ਬੋਲੇਗਾ ਨਾ ਤਾਂ ਕਹੇਗਾ ਝੂਠ ਬੋਲੇਗਾ ਇਹ ਜਿਹੜੀ ਵਾਕਿਆ ਤੂੰ ਸੁਣਾਇਆ ਨਾ ਇਸ ਵਾਕਿਆ ਦਾ ਵੀ ਪਤਾ ਹੈ ਜਦੋਂ ਅਸੀਂ ਬੈਠੇ ਸਾਂ ਇਹ ਦੱਸੇ ਕਿ ਇਹ ਜਿਹੜੇ ਡਰਾਮੇ ਕਰਨ ਲੱਗਿਆ ਇਹ ਕਿਉਂ ਕਰਨ ਲੱਗਿਆ ਅਮਰ ਰਜ਼ੀਕ ਨੇ ਵੀ ਇਹੀ ਸਵਾਲ ਕੀਤਾ ਸੀ ਮੇਰਾ ਵੀ ਇਹੀ ਸਵਾਲ ਹੈ ਉਹਨੇ ਕਿਹਾ ਜੀ ਮੈਂ ਤਸਵੀਰ ਲਾਈ ਔਰ ਨਾਸਰ ਭੱਟ ਨੇ ਲਾ ਲਈ ਇਹਦੇ ਕੋਲ ਪੁੱਛੋ ਇੱਕ ਮਿੰਟ ਮੁੱਕ ਗਿਆ ਜਨਾਬ ਇਹਨਾਂ ਨੂੰ ਖਾਮੋਸ਼ ਕਰਾ ਲਓ ਲਓ ਜੀ 2 ਮਿੰਟ ਹੋਰ ਲਾ ਸਕਦੇ ਨੇ ਇਹ ਬੰਦੇ ਨੇ ਹੁਣੇ ਕਿਹਾ ਸੀ ਜੀ ਗੱਲ ਕਰੇਗਾ ਜੇ ਇਹਨੇ ਗੱਲ ਪੂਰੀ ਨਹੀਂ ਸੁਣਨੀ ਰੋਲਾ ਪਾ ਦਿੱਤਾ ਚੱਲ ਗੱਲ ਕਰ ਹੁਣ ਸੁਣ ਲੈਣਾ ਟਿਕਟਕੀ ਮੇਰੀ ਵੀ ਤੇ ਲਾਓ ਨਾ WhatsApp ਦੇ ਉੱਤੇ ਟਿਕਟਕੀ ਚੱਲ ਰਹੀ ਹੈ ਠੀਕ ਹੋ पहले दिन बरात लाइए दूसरे दिन लाइए आके जनाब गाल कट गए ने तीसरे दिन लाइए फिर आके काम खराब करके गए ने ठीक है और ना कुछ बोलना ना कुछ लेना WhatsApp के अंदर आके शुरू हो गए ने जेड़े सारे काम कर बैठे हैं ए भी कर ले जेड़ियां मेरी तू सेव करके रखिए ने दे दोस्ता मैं कह यार मैनू इन्ना गंदा इन्ना थल्ले समझते ने ठीक है एक साइड तो भरा कहंदे ने ठीक है एक साइड तो इन्नी मोहब्बत इजहार करते ने हर रहमती दे नाल मेरे से लड़े ने और इन्हां दा ज़हन मेरे से इन्ना गंदा है कि मैं इन्हां दी फोटो तां से रखी ने कि मैं किसी एहो जे मौके ते दे सकां ते मनो अफसोस तां से होया फिर मैं क्या नहीं हुण मैं पुछना कि केड़ी दवा कच्छे दी दवा सूए जोड़े दी दवा और जेड़े असूल दे नाल हुण तुसी लाना शुरू कीतियां ने सूर कुत्ता बिल्ली बना रहे कि उसी असूल दे मुताबिक अपनी भी वेखना पसंद करदे हो तां से अफसोस होंदा कि इन्हां नाल बह के इन्हां साथ दे के ਤੁਹਾਡੇ ਮਸੀਹ ਮੌਦ ਦੀ ਡਿਫੈਂਡਿੰਗ ਕਰਕੇ ਖਲੀਫਾ ਮਸੀਹ ਦੀ ਡਿਫੈਂਡਿੰਗ ਕਰਕੇ ਜਿਹੜਾ ਇਤਰਾਜ਼ ਤੁਸੀਂ ਕਹਿੰਦੇ ਉੱਥੇ ਲੈ ਕੇ ਜਾ ਕੇ ਤੇ ਗੱਲ ਪਏ ਆ ਬੰਦੇ ਦੇ ਉਹਨੇ ਫਿਰ ਵੀ ਕੁਝ ਨਹੀਂ ਕਿਹਾ ਤੇ ਤੁਸੀਂ ਇੰਨੀ ਗੰਦੀ ਸੋਚ ਰੱਖਦੇ ਹੋ ਮੇਰੇ ਸੇ ਤਾਂ ਸੇ ਮੈਨੂੰ ਅਫਸੋਸ ਹੁੰਦਾ ਮੇਰਾ ਟਾਈਮ ਮੁਕੰਮਲ ਹੈ ਤੁਸੀਂ ਇਹਨਾਂ ਨੂੰ ਗੱਲ ਕਰਨ ਦਿਓ ਜੀ ਗੱਲ ਹੈ ਕਿ ਇਹ ਕੋਈ ਗੱਲ ਨਹੀਂ ਸੀ ਹੋਈ ਇਹਨੇ ਉੱਥੇ ਤਸਵੀਰ ਦਾ ਰੋਲਾ ਪਾਇਆ ਸੀ ਜਿਹੜੀ ਗੱਲ ਇਹਨੇ ਵਿੱਚ ਕੀਤੀ ਹੈ ਨਾ ਉਹ ਕੀ ਕਹਿੰਦੇ ਨੇ ਕਿ ਨਾ ਸੁਣੇ ਜਫ ਅਬਾਸ ਦਾ ਨਜਫ ਅਬਾਸ ਦੀ ਗੱਲ ਹੋਈ ਇਹ ਜਨਾਬ ਆ ਕੇ ਪੱਜਬਾਜ਼ੀ ਪਾਣ ਲੱਗ ਪਿਆ ਗੱਲ ਹੈ ਕਿ ਜੋ ਮੇਰੇ ਦਿਮਾਗ 'ਚ ਸੀ ਉਹ ਮੈਂ ਦੱਸਣਾ ਉਹ ਸਹੀ ਦੱਸਣਾ ਗਲਤ ਦੱਸਣਾ ਜਿੱਥੇ ਮੁਹੱਬਤਾਂ ਜਾਗੀਆਂ ਨਾ ਮੈਂ ਕਿਹਾ ਜਾ ਕੇ ਕਸਮ ਚੁਕਵਾ ਸੂ ਤਾਂ ਮੇਰੇ ਕੋਲ ਵੀ ਚੁਕਵਾ ਲਈ ਬਾਅਦ ਵਿੱਚ ਆਇਆ ਤੂੰ ਜੋ ਬੜੇ ਸਾਫ਼ ਜ਼ੇਨ ਦੱਸ ਹੈ ਤੂੰ ਉੱਥੇ ਲੱਗਿਆ ਸੀ ਕਿਹੜੀ ਤਸਵੀਰ ਲਾ ਜੀ ਫਿਰ ਮੈਂ ਵੀ ਤੈਨੂੰ ਪੁੱਛ ਲਿਆ ਕਿ ਗੋਟੇ ਵਾਲੀ ਲਾਂ ਫਲਾਣੀ ਲਾਂ ਕਿਹੜੀ ਲਾਂ ਮੈਂ ਵੀ ਜੇ ਤੂੰ ਐਡਾ ਨੇਕ ਨੀਅਤ ਹੁੰਦਾ ਨਾ ਤੂੰ ਪਹਿਲਾਂ ਤੇ ਸਬੂਤ ਲਾ ਕੇ ਮੈਂ ਤੈਨੂੰ ਆਪਣਾ ਫੇਸਬੁੱਕ ਨੰਬਰ ਦਿੱਤੀ ਸੀ ਆਈਡੀ ਮੇਰੇ ਕੋਲ ਸਬੂਤ ਹੈ ਕਿ ਤੂੰ ਆਖਿਆ ਜੀ ਤੈਨੂੰ ਜੇ ਨੈਟ ਨਾ ਯੂਜ਼ ਕਰਦਾ ਹੋਵੇ ਜਾਂ ਐਪ ਯੂਜ਼ ਨਹੀਂ ਨਾ ਕਰਨਾ ਉਹ ਤੇਰੇ ਅਲਫਾਜ਼ ਤੂੰ ਐਡਾ ਨੇਕ ਨੀਅਤ ਕਮਲ ਹੈ ਨਾ ਤਾਂ ਖਾਮੋਸ਼ ਹੋ ਜਾਓ ਟਾਈਮ ਕਮਲ ਹੋ ਗਿਆ ਮੈਨੂੰ ਮਿਲਦਾ 313 ਬਰੀਨ ਭਾਈ ਮੈਨੂੰ 1 ਮਿੰਟ ਮਿਲਦਾ 1 ਮਿੰਟ ਤੋਂ 1 ਮਿੰਟ ਟਾਈਮ ਨਾ ਲਾਇਓ ਚਲੋ ਠੀਕ ਹੈ 1 ਮਿੰਟ ਤੁਸੀਂ ਗੱਲ ਕਰੋ ਫਿਰ ਮੈਂ ਇਹਨੂੰ ਗੱਲ ਇਹ ਵੇ ਕਿ ਦੋ ਚੀਜ਼ਾਂ ਕਲੀਅਰ ਹੋ ਗਈਆਂ ਨੇ ਠੀਕ ਹੈ ਨਾਸਰ ਭੱਟ ਸਾਹਿਬ ਤੁਹਾਡੇ ਵਾਸਤੇ ਵੀ ਤੇ 313 ਬਹਿਰੀਨ ਭਾਈ ਤੁਹਾਡੇ ਵਾਸਤੇ ਵੀ ਦੋ ਚੀਜ਼ਾਂ ਕਲੀਅਰ ਹੋ ਗਈਆਂ ਨੇ ਕਿ 313 ਬਹਿਰੀਨ ਭਾਈ ਨੇ ਨਾ ਕਿਤੇ ਤਸਵੀਰ ਲਾਉਣ ਦਾ ਸੋਚਿਆ ਨਾ ਉਹਨਾਂ ਨੇ ਲਾਣੀ ਹੈ ਨਾ ਉਹਨਾਂ ਨੇ ਕਿਸੇ ਨੂੰ ਦੇਣੀ ਹੈ ਠੀਕ ਹੈ ਉਹ ਜਿਹੜੀ ਗੱਲ ਕਰ ਰਹੇ ਨੇ ਸਿਰਫ ਔਰ ਸਿਰਫ ਤੁਹਾਨੂੰ ਹਾਈਪਰ ਕਰਨ ਵਾਸਤੇ ਕਰ ਰਹੇ ਨੇ ਇਹ ਉਹਨਾਂ ਦੇ ਅਲਫਾਜ਼ ਇੱਥੇ ਲਾਈਵ ਦੇ ਉੱਤੇ ਵੀ ਮੌਜੂਦ ਹੈ ਦੂਸਰੀ ਚੀਜ਼ ਨਾਸਰ ਭੱਟ ਸਾਹਿਬ ਨੇ ਕਿਹਨੂੰ ਆ ਜਿਹੜਾ ਦਿੱਤਾ ਹੈ ਕੀ ਉਹਨੂੰ ਆਖੀਦਾ ਫੇਸਬੁੱਕ
ਉਹਦੀ ਵੀ ਗੱਲ ਜਿਹੜੀ 313 ਬਰੀਨ ਸਾਹਿਬ ਨੇ ਮੈਂ ਕਲੀਅਰ ਕਰ ਚੁੱਕਿਆ ਹਾਂ ਪਹਿਲਾਂ ਹੀ। ਉਹ ਇਹੀ ਸੀ ਕਿ ਨਾ ਤੁਸੀਂ ਆਪਣਾ ਲਿੰਕ ਦਿੱਤਾ, ਨਾ ਤੁਸੀਂ ਉਹਨਾਂ ਨੂੰ ਕੋਈ ਆਪਣੀ ਤਸਵੀਰ ਦਿੱਤੀ ਹੈ। ਉਹ ਇੱਕ ਲਿੰਕ ਸ਼ੇਅਰ ਕਰਨ ਦੇ ਨਾਲ ਅਗਲੇ ਬੰਦੇ ਕੋਲ ਇੱਕ ਨਾਮ ਚਲਾ ਜਾਂਦਾ, ਠੀਕ ਹੈ। ਉਹ ਨਾਮ ਦੇ ਜ਼ਰੀਏ ਅੱਗੋਂ ਕਹਿ ਲਓ ਕਿ ਸਾਰੀ ਚੀਜ਼ ਫਾਲੋ ਹੋਈ ਹੈ। ਉਹ ਗੱਲ ਤੇ ਕਲੀਅਰ ਹੋ ਗਈ ਨਾਸਰ ਭੱਟ ਸਾਹਿਬ, ਉਹਦੇ 'ਚ ਤੁਸੀਂ ਬਿਲਕੁਲ ਠੀਕ ਹੋ, ਸੱਚੇ ਹੋ, ਇਹ ਉਹ ਵੀ ਮੰਨਦਾ ਹੈ। ਲੇਕਿਨ ਉਹ ਆਂਦਾ ਪਿਆ ਕਿ ਮੈਂ ਇਹ ਵੀ ਨਹੀਂ ਚੋਰੀ ਕੀਤੀ ਹੈ, ਤੇ ਗੱਲ ਉਹਦੀ ਵੀ ਠੀਕ ਹੈ ਕਿ ਗੱਲ ਉਹਨੇ ਵੀ ਕੋਈ ਚੋਰੀ ਨਹੀਂ ਕੀਤੀ। ਸੁਣੇ ਚੋਰੀ ਕੀ ਹੁੰਦੀ ਹੈ? ਮੈਂ ਦੱਸ ਇੱਕ ਮਿੰਟ ਮੈਂ 112 ਚੋਰੀ ਇਹੀ ਹੁੰਦੀ ਹੈ ਕਿ ਇੱਕ ਬੰਦਾ ਜਿਹੜੇ ਭਰਾ ਤੂੰ ਮੈਨੂੰ ਇਮਤਿਆਜ਼ ਕਰੇ ਨਾ, ਤੂੰ ਮੇਰਾ ਭਰਾ ਹਾਂਜੀ ਮੈਂ ਤੇਰੀ ਇੱਕ ਮਿੰਟ ਮੁਕੰਮਲ ਹੈ ਜਨਾਬ, ਮੈਨੂੰ ਗੱਲ ਕਰਨ ਦਿਓ। ਚਲੋ ਇਹਨਾਂ ਨੇ ਮੈਨੂੰ ਯਾਰ ਇੱਕ ਮਸਲਾ ਹੱਲ ਕਰ ਲਾਂ ਦੋ। ਮਨਮੰਟੂ ਸਾਹਿਬ ਤੁਸੀਂ ਇੱਕ ਮਿੰਟ ਤੁਸੀਂ ਮੈਨੂੰ ਇਜਾਜ਼ਤ ਦਿਓ। ਇਹ ਨਹੀਂ ਕਿ ਇਹ ਸੁਣਦੇ ਇਹ ਬੋਲਦੇ ਨੇ, ਸੁਣਦੇ ਲੋ। ਮੈਨੂੰ ਮੌਕਾ ਦਿਓ। ਮੈਂ ਗੱਲ ਕਰਨ ਡਿਆ ਬਰੀਨ ਸਾਹਿਬ, ਮੈਂ ਅਗਰ ਤੁਹਾਡਾ ਇਹ ਮਾਮਲਾ ਹੱਲ ਕਰ ਦੇਣਾ ਵਾ ਨਾ, ਆ ਜਿਹੜਾ ਫੇਸਬੁੱਕ ਦੇਣ ਵਾਲਾ, ਠੀਕ ਹੈ, ਇਹਨੂੰ ਹੋਣ ਦਿਓ, ਕਿਉਂਕਿ ਤੁਹਾਡੇ ਦੋਨਾਂ ਦੇ ਵਿੱਚ ਤੁਸੀਂ ਦੋਨੋਂ ਸੱਚੇ ਹੋ। ਇਸ ਗੱਲ ਦੇ ਮੈਂ ਸਾਬਿਤ ਕਰਨਾ ਕਿ ਇਹਨਾਂ ਨੇ ਯਾਰ ਖਤਮ ਨਹੀਂ ਹੋਈ, ਐਨੀ ਗਾਲਾਂ ਦੇ ਯਾਰ ਖਤਮ ਹੋ ਗਈ। ਇਹ ਐਡੀ ਵੱਡੀ ਗੱਲ ਨਹੀਂ, ਇਹਦੇ 'ਚ ਤੁਸੀਂ ਦੋਵਾਂ ਹੀ ਸੱਚੇ ਹੀ ਰਹਿਣਾ। ਮੈਂ ਰੋਲਾ ਪਾ ਦੇਣਾ ਤਾਂ ਉਂਝ ਮੈਨੂੰ ਕਹਿਣ ਲੱਗਿਆ ਸੀ ਕਿ ਇਹਨੂੰ ਜੀ ਚੁੱਪ ਕਰ ਯਾਰ 313 ਬਰੀਨ ਭਾਈ, ਨਾਸਰ ਭੱਟ ਸਾਹਿਬ, ਤੁਸੀਂ ਦੋਨੋਂ ਬੰਦੇ ਇਸ ਗੱਲ 'ਚ ਠੀਕ ਹੀ ਰਹੋਗੇ ਤੇ ਤੁਹਾਨੂੰ ਇਸ ਗੱਲ ਨੂੰ ਨਾ ਮੈਨੂੰ ਠੀਕ ਮੈਂ ਕਹਿੰਦਾ ਪਿਆ ਕਿ ਇਹਦਾ ਫਾਇਦਾ ਕੋਈ ਨਹੀਂ, ਤੁਸੀਂ ਦੋਨੋਂ ਹੀ ਠੀਕ ਰਹਿਣਾ। ਤੁਸੀਂ ਦੋਨੋਂ ਵੀ ਵੇਖ ਲਿਓ, ਭਾਵੇਂ ਜਿੰਨੀ ਮਰਜ਼ੀ ਪਹੁੰਚਾ ਕੇ। ਤੂੰ ਯਾਰ ਇੱਕ ਮਿੰਟ, ਅੱਛਾ ਜੀ ਬਿਸਮਿਲ੍ਲਾ ਕਰ ਲਓ। ਗੱਲ ਛੋਟੀ ਹੈ। ਜੇ ਤੂੰ ਮੈਨੂੰ ਕਹਿਣਾ ਭਰਾ ਇੱਕ ਫੋਟੋ ਮੈਨੂੰ ਦਿੱਤੀ ਹੈ ਇਨਕਾਰ ਨਹੀਂ, ਉਹਦੇ ਤੂੰ ਜੇ ਮੈਂ ਅੰਦਰ ਤੋਂ ਉਂਗਲੀ ਚੁੱਕਾ ਨਾ ਕਿ ਜਿਹੜੇ ਝੂਠ ਮਾਰਨ ਲੱਗੇ ਨੇ, 3 ਦਿੱਤੀਆਂ ਨੇ, ਫਿਰ ਝੂਠ ਮਾਰਨ ਲੱਗੇ ਨੇ। ਕਿਹੜੀ ਹੁਣ ਮੈਂ ਫਿਰ ਕਿੰਨਾ ਫਿਰ ਚੀਕਾ ਮਾਰਨਾ, ਠੀਕ ਹੈ ਨਾ? ਨਹੀਂ ਮੈਂ ਹੁਣ ਚੀਕਾ ਮਾਰਨਾ ਹੋ ਗਿਆ, ਠੀਕ ਹੈ। ਖਲੋ ਜਾਣਾ ਬੰਦੇ ਤਾਂ ਆਪਣੇ ਦੇਖ ਦਿਮਾਗ ਦਾ ਖਲਲ ਹੋਏ। ਚਲੋ 3 ਦੇ ਦਿੱਤੀਆਂ, ਫੇਰ ਵੀ ਕੀ ਹੋ ਗਿਆ? ਹਾਂ ਮੇਰੇ ਗੱਲ ਸੁਣੋ ਯਾਰ, ਯਾਰ ਬੜੀ ਅੱਛੀ ਗੱਲ ਹੋ ਰਹੀ ਹੈ। ਲੜਾਈ ਮੇਰੇ ਨਾਲ ਇੱਕ ਮਿੰਟ ਬਾਤ ਸਾਹਿਬ, ਯਾਰ ਜ਼ਬਾਨ ਇਸਤੇਮਾਲ ਸਹੀ ਕਰਨਾ, ਚੀਕਾ ਮਾਰ ਰਿਹਾ ਆਰਾਮ ਨਾਲ ਪਿਆਰ। ਇੱਕ ਬੰਦਾ ਮੂੰਹ ਤੇ ਝੂਠ ਮਾਰਨ ਲੱਗਾ, ਇਹਨੇ ਨਹੀਂ ਵੀ ਯਾਰ ਪਿਆਰ ਨਾਲ। 313 ਬਰੀਨ ਭਾਈ, ਜੇ ਤੁਸੀਂ ਚਾਹੁੰਦੇ ਹੋ ਗੱਲ ਨੂੰ ਪਿਆਰ ਨਾਲ ਬਸਣਾ ਕਰਨੀ ਤੇ ਮੈਂ ਯਕੀਨ ਮੰਨੋ ਯਾਰ ਮੇਰੀ ਗੱਲ ਕਰ ਲੈ ਜੀ ਬਿਸਮਿਲ੍ਲਾ। ਵਾਲਦ ਸਾਹਿਬ ਦੀ ਫੋਟੋ ਕਿਨੇ ਚੋਰੀ ਕੀਤੀ? ਚੋਰੀ ਕੀਤੀ। ਵਾਲਦ ਸਾਹਿਬ ਦੀ ਚੋਰੀ ਕਿਨੇ ਕੀਤੀ? ਮੈਂ ਕੀਤੀ ਸੀ। ਮਿੰਟ ਸੁਣ ਲਵੋਗੇ ਸਵਾਲ? ਮੈਂ ਇਹ ਮੇਰੀ ਗੱਲ ਪੂਰੀ ਨਹੀਂ, ਇਹਨਾਂ ਦੀ ਗੱਲ ਕੰਪਲੀਟ ਕਰਕੇ ਨਾ 313 ਬਰੀਨ ਭਾਈ ਨੂੰ 3 ਮਿੰਟ ਲਾ ਦਿਓ। ਤੰਜ਼ੀਲਾ ਬਾਜੀ 3 ਮਿੰਟ ਲਾ ਦਿਓ। ਆਨੇ ਕੀ ਕਿਹਾ ਸੀ ਗੱਲ ਕਰ ਲੈਂਦੇ, ਗੱਲ ਸੁਣ ਲੈਣਗੇ ਜੀ, ਪੂਰੀ ਗੱਲ ਸੁਣ ਲੈਣਗੇ ਤੇ ਰੋਲਾ ਚੀਕਾਂ ਕੌਣ ਮਾਰਨ ਗਿਆ ਉਸ ਵੇਲੇ? ਕੋਈ ਨਹੀਂ ਨਾਸਰ ਭੱਟ ਸਾਹਿਬ, ਤੁਸੀਂ ਗੱਲ ਕਰੋ, ਉਸ ਤੋਂ ਬਾਅਦ 3 ਮਿੰਟ ਲਾਇਓ ਇਹਨਾਂ ਦੇ 313 ਬਰੀਨ ਭਾਈ ਦੇ ਬਾਜੀ। ਅੱਛਾ, ਫਿਰ ਬੰਦੇ ਉਸ ਨਾਲ ਖਲੋ ਕੇ ਜੀ ਗੈਰਤ ਵਿਖਾਣ ਲੱਗਿਆ ਕਿ ਜਿਹਦੇ ਨਾਲ ਸਾਡੇ ਨਾਲ ਬਹਿ ਕੇ ਜਿਹਨੂੰ ਤੰਜ਼ ਕਰਦਾ ਹੁੰਦਾ ਸੀ, ਗੱਲਾਂ ਕਰਦਾ ਹੁੰਦਾ ਸੀ, ਜੇ ਤੁਹਾਡੀਆਂ ਵੀ ਇੰਜ ਕਰੋ। ਮੈਂ 2 ਦਿਹਾੜੇ ਚੁੱਪ ਕਰਕੇ ਵੇਖਦਾ ਰਿਹਾ। ਉਸ ਤੋਂ ਬਾਅਦ ਲੈ ਕੇ ਨਾ ਬੋਰਡ ਮੇਰੇ ਕੋਲ ਵੀ ਪਈਆਂ ਨੇ। ਅਗਰ ਇਹਨੇ ਨਾ ਕੀਤੀ ਹੁੰਦੀ ਨਾ ਗੱਲ, ਤਾਂ ਖੁਦਾ ਦੀ ਕਸਮ ਮੈਂ ਵੀ ਨਹੀਂ ਸੀ ਕਰਨੀ। ਇਹਨੇ ਮਾਈਕ ਤੇ ਜਾ ਕੇ ਲੋਕਾਂ ਮੈਨੂੰ ਇਹਨੇ ਧਮਕੀ ਦਿੱਤੀ ਹੈ ਕਿ ਮੇਰੇ ਕੋਲ ਜਨਾਬ ਮੈਂ ਵੀ ਕਰਾਂਗਾ। ਤੇ ਜੇ ਤੂੰ ਐਡਾ ਚੰਗਾ ਸੈਂ ਨਾ ਤੇ ਤੇਰੇ ਕੋਲ ਹੈ ਸਾ ਨਾ, ਤਾਂ ਤੈਨੂੰ ਬੋਲਣਾ ਨਹੀਂ ਸੀ ਚਾਹੀਦਾ। ਤੂੰ ਤੇ ਜਾ ਕੇ ਡੰਡ ਪਾਣ ਲੱਗ ਪਿਆ। ਤੇਰੇ ਫਿਰ ਉਸਤਾਦ ਹਾਰੀ ਜਿਹੜੇ ਕੱਲ ਦੇ ਦੁਸ਼ਮਣ ਅੱਜ ਦੇ ਦੋਸਤ, ਉਹਨਾਂ ਨੇ ਵੀ ਸੁਣਾਈਆਂ। ਇਹ ਥੱਲੇ ਨਜਫ ਅਬਾਸ ਆ ਗਿਆ, ਇਹਨੇ ਵੀ ਉਹ ਗੱਲਾਂ ਸੁਣਾਈਆਂ। ਚੱਲ ਹੁਣ ਗੱਲ ਬਾਕੀ ਮਿੰਟ ਛੱਡਣਾ, ਗੱਲ ਕਰੋ ਜੇ ਇਹਨਾਂ ਟਾਈਮ ਲਾ ਦਿਓ। 313 ਬਰੀਨ ਭਾਈ, ਤੁਸੀਂ ਪਿਆਰ ਮੁਹੱਬਤ ਨਾਲ ਸਕੂਨ ਨਾਲ ਗੱਲ ਕਰੋ। ਤੁਸੀਂ ਪੁਰਾਣੇ ਦੋਸਤ ਹੋ। ਅਲਾਓ 313 ਬਰੀਨ ਭਾਈ ਦਾ ਬਾਜੀ ਲਾਇਓ, ਤੰਜ਼ੀਲਾ ਬਾਜੀ ਲਾਇਓ, ਇਹਨਾਂ ਦਾ ਟਾਈਮ ਲਾਇਓ। ਮੈਂ ਨਹੀਂ ਜੇ ਲਾ ਸਕਦਾ, ਹੁਣ ਮੇਰੇ ਹੱਥ ਮਸਰੂਫ ਨੇ ਜੀ। ਬਰੀਨ ਭਾਈ ਕਰੋ ਗੱਲਬਾਤ, ਬਿਸਮਿਲ੍ਲਾ ਕਰੋ ਤੇ ਜੇ ਗੱਲ ਮਕਾਓ ਵਿੱਚੋਂ ਤੁਸੀਂ ਦੋਵੇਂ ਹਰ ਚੀਜ਼ ਦੇ ਉੱਤੇ ਤੁਸੀਂ ਦੋਵੇਂ ਸੱਚੇ ਸਾਬਤ ਹੋ ਰਹੇ ਹੋ। ਦੋਨੋਂ ਹੀ ਸੱਚੇ ਸਾਬਤ ਹੋ ਰਹੇ ਹੋ। ਸਿਰਫ ਕੀ ਹੈ ਕਿ ਮਾੜੀ ਜੀ ਗਲਤ ਫਹਿਮੀਆਂ ਨੇ। ਹੋ ਗਿਆ ਹੁਣ ਮੈਂ ਕੀ ਕਹਿੰਦਾ, ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀ, ਮੈਂ ਆਪਣਾ ਫੋਨ ਲੈਣ ਗਿਆ ਸਾਂ ਦੂਸਰਾ। ਜੀ ਬਿਸਮਿਲ੍ਲਾ। ਜੋ ਇੱਕ ਤਾਂ ਪਹਿਲੇ ਗੱਲ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਜਨਾਬ ਕਿ ਇਹਨਾਂ ਨੇ ਮੈਨੂੰ ਫੇਸਬੁੱਕ ਆਈਡੀ ਨਹੀਂ ਦਿੱਤੀ, ਮੈਂ ਹੁਣ ਇਜਾਜ਼ਤ ਦੇਣ ਮੈਂ ਕੈਮਰੇ ਦੇ ਸਾਹਮਣੇ ਉਹ ਲਿੰਕ ਖੋਲਣਾ ਔਰ ਆਈਡੀ ਦਾ ਇਹਨਾਂ ਦਾ ਨਾਂ ਸ਼ੋ ਹੋਏਗਾ। ਉਹ ਥੱਲੇ ਵੀ ਫੋਟੋ ਲੱਗੀ ਹੈ, ਕੋਈ ਫੋਟੋ ਫੜੇਗਾ ਲੈਗਾ ਇਹ ਜ਼ਿੰਮੇਦਾਰ ਹੋਣਗੇ, ਠੀਕ ਹੈ। ਮੈਂ ਹੁਣੇ ਤੁਹਾਨੂੰ ਖੋਲ ਕੇ ਵਿਖਾ ਦੇਣਾ ਕਿ ਇਹਨਾਂ ਨੇ ਮੈਨੂੰ ਫੇਸਬੁੱਕ ਦਾ ਲਿੰਕ ਕਰ ਦਿਆ।
ਮੈਂ ਤਾਂ ਸੀ ਕਿ ਜਿਹਨੂੰ ਬੰਦੇ ਨੂੰ ਨਾ ਇਸਤੇਮਾਲ ਕਰਨੀ ਆਉਂਦੀ ਹੋਏ ਤੇ ਠੀਕ ਹੋ ਗਿਆ, ਫਿਰ ਮੰਨਣ ਕਿ ਇਹਨਾਂ ਨੇ ਆਪ ਦਿੱਤੀ ਹੈ। ਫਿਰ ਮੈਂ ਮੈਨੇ ਨਾ ਇਹਨੂੰ ਗੱਲ ਕਰਨ ਡਿਆ ਕਿ ਤੁਸੀਂ ਇਹਦੇ ਤੇ ਸੱਚੇ ਸਾਬਤ ਹੋ ਰਹੇ ਹੋ, ਇਸ ਗੱਲ ਨੂੰ ਬਾਰ-ਬਾਰ ਕੀ ਗੱਲ ਕਰਨ ਦਾ ਫਾਇਦਾ ਨਹੀਂ ਨਾ। ਠੀਕ ਹੋ ਗਿਆ, ਖਤਮ ਆਇਆ, ਤੁਸੀਂ ਸੱਚੇ ਸਾਬਤ ਹੋ ਰਹੇ ਹੋ। 2 ਮਿੰਟ ਖਲੋ ਜਾਓ। ਤੀਸਰੇ ਦਿਨ ਜਦੋਂ ਮੈਂ ਬਰਾੜ ਲਾਈ ਹੈ, ਮੈਂ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ, ਕੋਈ ਵੀ ਫੋਟੋ ਨਹੀਂ, ਠੀਕ ਹੈ। ਇਹਨਾਂ ਨੇ ਆਪ ਆ ਕੇ ਮੈਨੂੰ ਮੈਸੇਜ ਕੀਤਾ, 1 ਮਿੰਟ ਖਲੋ ਜਾਓ ਬਸ, ਮੈਂ ਮੈਸੇਜ ਚਲਾਣਾ ਤੇ ਤੁਹਾਨੂੰ ਕਲੀਅਰ ਹੋ ਜਾਏਗਾ। 15 ਤਾਰੀਖ ਨੂੰ ਇੱਕ ਤੇਰੇ ਕੋਲ ਹੁਣ ਮੌਕਾ ਹੈ, ਇਹ ਦੇਖੋ 15 ਤਾਰੀਖ ਨੂੰ ਆ ਕੇ 1:37 ਦੇ ਮੇਰੀ ਦੇ ਟਾਈਮ ਦੇ ਮੁਤਾबिक ਇਹਨਾਂ ਨੇ ਕੀ ਕਿਹਾ, ਮੈਂ ਕੋਈ ਵੀ ਉਸ ਤੋਂ ਪਹਿਲੇ ਪਿਛਲੇ ਦਿਨ ਗੱਲ ਹੋਈ, ਜੁਮੇ ਦੇ ਦਿਨ ਆਪ ਆ ਕੇ ਇਹਨਾਂ ਨੇ ਇੰਨਾ ਗੰਦਾ, ਇਹ ਸਭ ਤੋਂ ਜ਼ਿਆਦਾ ਤਕਲੀਫ ਦਾ ਮੈਸੇਜ ਹੈ ਮੇਰੇ ਸੇ। ਸਲਾਮ ਅਲੈਕਮ। ਤੇਰੇ ਕੋਲ ਹੁਣ ਮੌਕਾ ਹੈ, ਜੇ ਸਾਰੇ ਕੰਮ ਕਰ ਬੈਠਾ ਨਾ, ਤੂੰ ਕਹਿੰਦਾ ਸਰ ਮੇਰੇ ਤੇ ਇਤਬਾਰ ਨਹੀਂ ਕਰਦੇ। ਉਹ ਜਿਹੜੀਆਂ ਚੀਜ਼ਾਂ ਤੂੰ ਮੇਰੇ ਆਪਣੀ ਸੇਵ ਕਰਕੇ ਰੱਖੀ ਹੈ ਨਾ ਮੇਰੀਆਂ, ਅਮਰਜੀਤ ਨੂੰ ਦੇ ਦੇ। ਇਸ ਵਾਸਤੇ ਮੈਂ ਤੈਨੂੰ ਕਹਿੰਦਾ ਸਰ ਤੇਰੇ ਤੇ ਮੈਨੂੰ ਇਤਬਾਰ ਨਹੀਂ। ਇੱਥੇ ਮੇਰਾ ਮੀਟਰ ਫਿਰਿਆ ਯਾਰ, ਮੈਂ ਕਿਹੜਾ ਕੋ ਗਲਤ ਕੰਮ ਕੀਤਾ, ਠੀਕ ਹੈ ਅੱਗੋਂ। और उस दिन आए ना, मैं कहना कि पूरी बराड़ मैं मौजूद हाँ, अगर मैं वे तो ਮੈਨੂੰ नहीं पता, लेकिन मैं मौजूद हाँ। जिन्ने भी ਤੁਹਾਡੇ ਮਿਰਜ਼ਾ ਸਾਹਿਬ ਨੂੰ ਫਲਾਣੀ ਢਿੰਗੜੀ ਦੇਣ ਵਾਲੇ ਨੇ ਆਰਾਮ ਸਕੂਨ ਨਾਲ ਲਾ ਕੇ ਗੁਫ਼ਤਗੂ ਕੀਤੀ ਹੈ, ਤੇ ਇਹ ਜਨਾਬ ਮੌਸੂਫ ਕੀ ਕਹਿ ਰਹੇ ਨੇ ਅੱਗੋਂ, ਬੜੀ ਦੇਰ ਕੀ ਮਿਹਰਬਾਨ ਪਿਆ ਤੇ ਹੁਣ ਬਹਿ ਕੇ ਸੁਣੋ ਦੀਆਂ, ਜਿਹੜਾ ਤੂੰ ਬੜਾ ਬੱਠਿਆ ਨਾ ਕਿ ਮੈਂ ਜਿਹੜਾ ਨਹੀਂ ਕੰਮ ਕਰਾਂਦਾ, ਬਹਿ ਕੇ ਸੁਣ। ਅਲੀ ਅਕਬਰ ਨੇ ਸਹੀ ਕਿਹਾ ਸੀ, ਜਿਹੜਾ ਇਤਰਾਜ਼ ਕਰਦਾ ਇਤਰਾਜ਼ ਕਲੀਅਰ ਕਰਕੇ ਕਰੇ, ਤੇ ਉਹ ਕੁੱਤੇ ਹਰ ਭੌਂਕਣ ਸ਼ੁਰੂ ਹੋ ਗਿਆ ਤੇ ਉਹਦਾ ਉਹ ਨਹੀਂ ਭੌਂਕਿਆ, ਤੂੰ ਭੁਕਵਾਇਆ। ਇੱਥੇ ਮੀਟਰ ਫਿਰਿਆ ਯਾਰ, ਇਹ ਕਿਹੜੀ ਕੋ ਮੈਂ ਗਲਤੀ ਕਰ ਛੜੀ ਹੈ। ਅਗਰ ਤੁਸੀਂ ਲੋਕ ਨਹੀਂ ਬਾਜ਼ ਆ ਰਹੇ ਇਸ ਕੰਮ ਤੋਂ, ਮੈਂ ਆਪ ਤੁਹਾਡੇ ਤੋਂ ਦੂਰ ਹੋ ਗਿਆ ਤੇ ਤੁਸੀਂ ਮੇਰੇ ਉੱਤੇ ਗੰਦ ਸੁੱਟਣਾ ਸ਼ੁਰੂ ਕਰ ਸਕਦੇ। ਤੀਸਰੇ ਦਿਨ ਵਾਲੀ ਬਰਾੜ ਲੱਗੀ ਹੈ, ਉਸ ਤੋਂ ਥੱਲੇ ਲੈ ਮੈਂ ਤਾਂ ਗੱਲ ਵੀ ਨਹੀਂ ਕੀਤੀ ਐਡਰੈਸ ਦੀ, और तू एड्रेस पूछना फिरना है, आप तो लोग के बैठे हैं। मैं कोई तौबा इस्तगफार किसी ਦਾ ਰਿਸ਼ਤਾ ਲੈਣਾ ਸੀ ਉੱਥੇ ਐਡਰੈਸ ਆ ਕੇ, ਤੁਹਾਡੀ ਕੋਈ ਇਮਾਨਤ ਸੀ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਸ਼ੈ ਬਣਵਾਈ ਸੀ, ਆਪਣੇ ਆਪ ਨੂੰ ਆਪ ਨੰਗਾ ਕੀਤਾ ਤੁਸੀਂ ਕਿ ਤੁਹਾਡਾ ਐਡਰੈਸ ਮੇਰੇ ਕੋਲ ਹੈ। ਉਹ ਵੀ ਅਗਰ ਦਿਨ ਆ ਕੇ ਕੈਨਸਲ ਕੀਤਾ, ਮੈਂ ਕਿਹਾ ਉਹ ਬੰਦਾ ਉੱਥੇ ਹੈ ਹੀ ਨਹੀਂ, ਉਹਨੇ ਨਹੀਂ ਲੈਣਾ, ਵਾਪਸ ਕਰੋ। ਮਰਜ਼ੀ ਨਾਲ ਤੁਸੀਂ ਕੋਈ ਆਪਣੀ ਛਾਪ ਬਣਾਈ, ਤੁਸੀਂ ਤੇ ਇੰਨਾ ਹਯਾ ਨਹੀਂ ਕੀਤਾ ਕਿ ਮਾਈਕ ਤੇ ਆਪ ਦੱਸਣ ਲੱਗੇ ਕਿ ਇਹਦੇ ਕੋਲ ਮੇਰਾ ਐਡਰੈਸ ਹੈ। ਮੈਂ ਤੇ ਸੋਸ਼ਲ ਮੀਡੀਆ ਤੇ ਕਿਸੇ ਐਪਲੀਕੇਸ਼ਨ ਦਾ ਨਾਮ ਨਹੀਂ ਲਿੱਤਾ, ਤੁਸੀਂ ਆਪ ਨੰਗੇ ਹੋ ਕੇ ਦੱਸਿਆ ਮੇਰੇ ਫੇਸਬੁੱਕ 'ਚ ਵੜਿਆ, ਤੂੰ ਚੋਰੀ ਕੀਤੀ ਨੇ। ਸ਼ਰਮ ਆਉਂਦੀ, ਥੋੜੀ ਸ਼ਰਮ ਆਉਂਦੀ, ਥੋੜੀ ਹਯਾ ਹੁੰਦੀ। ਤੈਨੂੰ ਮੈਂ ਦੱਸਣਾ ਤੈਨੂੰ ਮਫਖਾਨਾ ਹੋ ਗਈ ਜੀ। ਲੋ ਜੀ, ਇਹ ਜਿਹੜੀਆਂ ਗੱਲਾਂ ਰਿਕਾਰਡਿੰਗ ਸੁਣਾਉਣ ਲੱਗੇ ਆ ਨਾ, ਬਕੋਲ ਦੇ ਨਵੇਂ ਦੋਸਤ ਦੇ ਅੱਧ ਬਚਦੀਆਂ, ਇਹਨੇ ਕਿਤੇ ਇਹਨੂੰ ਮੈਂ ਇੱਕ ਵਾਰੀ ਬੈਠਿਆ ਆਰਾਮ ਨਾਲ ਪੁੱਛਿਆ, ਮੈਂ ਕਿਹਾ ਜਿਹੜਾ ਤੂੰ ਕਮਰਾ ਖੋਲਿਆ ਇਹਦੇ ਚ ਮੈਂ ਐਡਮਨ, ਮੈਂ ਅਮਰਜੀਤ ਨੂੰ ਤੇ ਨਜਫ ਨੂੰ ਤਾਂ ਬਹਿਣ ਦਾਂਗਾ। ਕਹਿੰਦਾ ਨਹੀਂ। ਮੈਂ ਕਿਹਾ ਉਹ ਮੈਨੂੰ ਬਹਿਣ ਦੇਣਗੇ, ਕਹਿੰਦਾ ਨਹੀਂ। ਤੇ ਮੈਂ ਕਿਹਾ ਗੱਲ ਕੀ ਕਰਵਾਉਣੀ ਹੈ। ਦੂਸਰਾ ਜਿਹੜੀਆਂ ਗੱਲਾਂ ਕਰਨ ਲੱਗੇ ਨਾ, ਤੇ ਮੈਂ ਕਿਹਾ ਜਿੱਥੇ ਤੱਕ ਇਹ ਕਰਨ ਲੱਗੇ ਆ ਤਾਂ ਬੰਦਾ ਕਹਿੰਦਾ ਨਹੀਂ ਤੂੰ ਇਹ ਵੀ ਕਰ ਲੈ। ਤੈਨੂੰ ਮੈਂ ਸਵਾਲ ਮੇਰੇ ਕੋਲ ਹੈ ਕਿ ਜਿਹੜਾ ਤੂੰ ਮੇਰੇ ਲਾ ਕੇ ਉੱਥੇ ਬੈਠਿਆ, ਫੋਟੋ ਤੂੰ ਚੋਰੀ ਕੀਤੀ, ਤੂੰ ਮੇਰੇ ਐਪ ਵਿੱਚ ਗਿਆ, ਮੇਰੇ ਕੋਲ ਪਰਮਿਸ਼ਨ ਲਈ ਕਿ WhatsApp ਕੈਪਚਰ ਕਰਨ ਲੈ ਫੋਟੋਆਂ, ਮੇਰੇ ਕੋਲ ਪਰਮਿਸ਼ਨ ਲਈ ਸੀ ਤੂੰ। ਦੂਸਰਾ ਮੈਨੂੰ ਦੱਸ, ਤੂੰ ਜਾਂਦਿਆਂ ਤੇਰਾ ਕਿਹੜਾ ਐਡਾ ਹੋ ਗਿਆ, ਸਿਰ ਖੁੱਲ ਗਿਆ ਕਿ ਤੂੰ ਜਾ ਕੇ 2 ਦਿਹਾੜੇ ਬਾਅਦ ਜਨਾਬ ਤੇਰੇ ਨਕਸ਼ੇ ਬਦਲੇ ਨੇ, ਉਹ ਤੂੰ ਦੱਸਣਾ। ਜਿਹੜਾ ਅਮਰਜੀਤ ਨੇ ਸਵਾਲ ਕੀਤਾ ਸੀ ਨਾ ਉਹਦੇ ਕੋਲੋਂ, ਕਿ ਗੱਲ ਕਹੀ ਸੀ ਇਹਨੂੰ ਮੁਹੰਮਦ ਅਹਿਮਦ ਨੂੰ, ਜਿਹੜੇ ਉਹਨੇ ਕਿਹਾ ਸੀ ਕਿ ਤੁਸੀਂ ਵੀ ਤਾਂ ਬਜ਼ੁਰਗਾਂ ਦੀ ਇੰਨਾ ਤੇਰੇ ਸਬਰ ਹੈ, ਤੂੰ ਆਂਦੇ ਕਿ ਇਹਨਾਂ ਨੂੰ ਕਿਹੋ ਜੀ ਗੱਲ ਸੁਣ ਲੈਣਗੇ, ਪੂਰੀ ਆਰਾਮ ਨਾਲ ਸੁਣ ਲੈਣਗੇ। ਆਪਣੇ ਕੋਲ ਮਿੰਟ ਲੱਗ ਮੇਰਾ ਮਿੰਟ ਲੱਗ ਗਿਆ, ਮੇਰੇ 3 ਸੈਕਿੰਡ ਤੁਸੀਂ ਜ਼ਾਇਆ ਕਰ ਸਕਦੇ ਨੇ, 3 ਸੈਕਿੰਡ ਤੁਸੀਂ ਜ਼ਾਇਆ ਕਰ ਸਕਦੇ ਨੇ ਤੇਰੇ ਯਾਰ। ਮੈਂ ਫਿਰ ਗੱਲ ਕਰਾਂਗਾ ਨਾ 3 ਮਿੰਟ 4 ਮਿੰਟ ਤੁਸੀਂ ਬੋਲੇ, 4 ਮਿੰਟ ਮਨੂੰ ਮਿਲ ਗਏ, ਫਿਰ ਤੁਸੀਂ ਖਾਮੋਸ਼ ਕਰਾ ਸਕਦੇ। ਬਰਾੜ ਅਗਰ ਮੈਂ ਲਾਏ ਲਈ, ਤੁਸੀਂ ਨਹੀਂ ਬਾਜ਼ ਆ ਰਹੇ ਉਸ ਕੰਮ ਤੋਂ, ਸਾਰੇ ਲੱਗੇ ਰਹੋ, ਮੈਨੂੰ ਕੋਈ ਤੁਹਾਡੇ ਤੇ ਕਸੂਰ ਨਹੀਂ। ਅਫਸੋਸ ਉੱਥੇ ਹੋਇਆ ਜਿੱਥੇ ਤੁਸੀਂ WhatsApp ਨਾਲ ਲੈਣੀ ਨਾ ਦੇਣੇ, ਪਹਿਲੇ ਦਿਨ ਤੁਸੀਂ ਜਿਹੜੇ ਸਾਰੇ ਕੰਮ ਕਰ ਬੈਠੇ ਤੇ ਇਹ ਵੀ ਕਰਦੇ। ਮੈਨੂੰ ਅਫਸੋਸ ਤਾਂ ਸੇ ਹੋਇਆ ਕਿ ਮੈਂ Facebook ਚੋਰੀ ਕੀਤੀ, अपनी प्रोफाइल आप शेयर की थी, अपनी प्रोफाइल ਤੇ ਤਸਵੀਰ ਆਪ ਉੱਪਰ, ਅੱਜ ਤੱਕ ਮੈਂ ਕੋਈ ਕੈਪਚਰ ਹੀ ਨਹੀਂ ਕੀਤੀ, ਤੂੰ ਖਾਲੀ ਬਸ ਵੇਖੀ ਸੀ। ਹਾਂ ਤੁਹਾਡੇ ਵਾਲਿਦ ਸਾਹਿਬ ਦੀ ਤੁਹਾਨੂੰ ਸੈਂਡ ਕੀਤੀ ਸੀ, ਮੈਂ ਕਿਹਾ ਵਾਲਿਦ ਸਾਹਿਬ ਨੇ ਤੁਹਾਡੇ, ਠੀਕ ਹੈ, ਉਹਦੇ ਅੰਦਰ ਕੋਈ ਗਲਤ ਨੀਅਤ ਨਹੀਂ ਹੈ ਸੀ। और दूसरी फोटो तो आज तक मेरे को कोई भी नहीं है, मैं क्यों कैप्चर करनी सी? कैप्चर तो तां करनी होंदी अगर मैं खुद ही रामजदगी करनी होंदी, ਜਿਹੜੀਆਂ ਤੁਸੀਂ ਆਪ ਕਲੀਆਂ ਨੇ, ਮੈਂ ਤੇ ਉਸੇ ਦਿਨ ਜਿਹੜਾ ਉਹਨੂੰ ਅਮਰ ਨਜ਼ਰ ਦੇ ਸਕਦਾ ਕਿ ਲਾਓ ਇਹਨੂੰ। ਲੇਕਿਨ ਤੁਹਾਡੇ ਦਿਮਾਗ ਦੇ ਅੰਦਰ ਅਗਰ ਗਲਾਜ਼ਤ ਹੈ ਸੀ, ਤੁਸੀਂ ਉਹ ਬਾਹਰ ਕੱਢ ਛੜੀ, ਉਲਟੀ ਕਰ ਛੜੀ।
ਬੜੀ ਮਿਹਰਬਾਨੀ ਜੀ, ਸਾਰੇ ਤੁਸੀਂ ਲੱਗੇ, ਅਸੀਂ ਨੇੜਿਓਂ ਨਹੀਂ ਲੰਘਦੇ ਤੁਹਾਡੇ। ਹੁਣ ਬੈਠੇ ਰਹੋ ਉੱਥੇ, ਟਾਈਮ ਮੁਕੰਮਲ ਹੈ, ਉਹਨਾਂ ਨੂੰ ਬੋਲਣ ਦਿਓ। बादशाह साहब बोलो। ਉਹਨਾਂ ਨੂੰ ਕਹੋ ਮਿਊਟ ਪੜ ਲਓ। बादशाह साहब म्यूट खोल लो अपना। बादशाह साहब ਮੈਂ ਕਿਹਾ ਹੋਰ ਵੀ ਦੋਸਤ ਨੇ, ਉਹ ਵੀ ਮੇਰੇ ਫੇਸਬੁੱਕ ਤੇ ਨੇ, ਉਹਨਾਂ ਤੇ ਫੋਟੋਆਂ ਕਾਪੀ ਨਹੀਂ ਕੀਤੀਆਂ। ਤੂੰ ਤੇ ਬਚਪਨ ਦੀ ਵੀ ਕੀਤੀ, ਮੇਰੇ ਵਾਲਿਦ ਸਾਹਿਬ ਦੀ ਵੀ ਕੀਤੀ, ਤੂੰ ਕਿਉਂ ਕੀਤੀ? ਸਿਰਫ ਇੰਨੀ ਗੱਲ ਹੈ, ਤੂੰ ਕਿਉਂ ਕੀਤੀ? 33 ਸੈਕਿੰਡ ਰਹਿੰਦੇ ਨੇ, ਹੋਰ ਤਕਰੀਰ ਕਰ ਲਓ, ਕੋਈ ਕਰਨੀ ਹੈ ਤੇ। ਇਹ ਮੇਰੇ ਨਾਲ ਨਾ ਕਰੀ, ਫਿਰ ਮੇਰੀਆਂ ਸਿੱਖੀਆਂ ਤੈਨੂੰ ਬੜੀਆਂ ਚੁਭਦੀਆਂ ਨੇ। ਜਨਾਬ ਤੁਸੀਂ ਅਹਿਮੀਅਤ ਉਹਨਾਂ ਦੇ ਚੁੱਕੇ, ਹੋਰ ਵੀ ਦੇ ਲਓ, ਤੁਸੀਂ ਮੁਕੰਮਲ ਕਰਨੀ ਹੈ ਜਾਂ ਨਹੀਂ ਕਰਨੀ? ਹਾਂ ਭੋਲੇ, ਮੈਨੂੰ ਸਿਰਫ ਇਹ ਦੱਸ ਕਿ ਤੂੰ ਚਲੋ ਜਨਾਬ, ਮੇਰੀ ਟਾਈਮਿੰਗ ਲਾ ਤਾਂ ਮੈਂ ਦੇਣਾ ਜਵਾਬ, ਮੈਂ ਤੁਹਾਨੂੰ ਜਵਾਬ ਦੇਣਾ। ਹਾਂਜੀ ਠੀਕ ਹੋ ਗਿਆ। ਕਿਉਂ ਕੀਤੀ? ਮੈਂ ਫਿਰ ਕਹਿ ਰਿਹਾ ਕਿ ਮੈਂ ਕੈਪਚਰ ਅੱਜ ਤੱਕ ਨਹੀਂ ਕੀਤੀ, ਖਾਲੀ ਤੁਹਾਡੇ ਨਾਲ ਤੁਹਾਡੇ ਵਾਲੇ ਸਾਹਿਬ ਦੀ ਸ਼ੇਅਰ ਕੀਤੀ ਹੈ, ਔਰ ਤੁਹਾਡੇ ਬਚਪਨ ਦੀ ਕੀਤੀ ਹੈ। ਔਰ ਤੁਸੀਂ ਕੋਈ ਸ਼ੇਅਰ ਕਹਿ ਕੇ ਬਈ ਇਹ ਵੇਖ ਦੇ ਉੱਤੇ ਪਤਾ ਨਹੀਂ ਚੱਲਦਾ ਕਿ ਕੌਣ ਹੈ, ਗੱਲ ਮੁੱਕ ਗਈ। ਇੱਕ ਵੀ ਫੋਟੋ ਨਹੀਂ ਮੈਂ ਉੱਥੋਂ ਕੀ ਇਹਦਾ ਕਾਪੀ ਕੀਤੀ। ਲੇਕਿਨ ਤੁਸੀਂ ਜਿਹੜਾ ਇਲਜ਼ਾਮ ਲਾਣਾ ਸੀ, ਜਿਹੜੇ ਗਾਲਾਂ ਦੇ ਜੋ ਦੇ ਲਈ ਬਈ ਨੇ ਚੋਰੀ ਕੀਤੀਆਂ ਨੇ, ਚੋਰੀ ਕੀਤੀਆਂ, ਮੈਂ ਕਿਉਂ ਕਰਾਂਗਾ ਕਾਪੀ? ਮੈਂ ਅਗਰ ਕੰਮ ਕਰਨਾ ਹੁੰਦਾ ਪਹਿਲੇ ਦਿਨ, ਜਿਸ ਦਿਨ ਤੁਸੀਂ ਆਪਣੀ ਮਰਜ਼ੀ ਨਾਲ ਕੀਤੀਆਂ ਨੇ ਫੋਟੋਆਂ, ਕਿੰਨੇ ਕੁ 6 ਮਹੀਨੇ ਹੋ ਗਏ ਨੇ ਇਸ ਗੱਲ ਨੂੰ, ਮੈਂ ਤੇ ਉਸੇ ਦਿਨ ਅਮਰ ਨਜ਼ੀਰ ਨੂੰ ਦੇ ਦੇਣਾ। ਠੀਕ ਹੈ, ਕਾਪੀ ਕੀਤੀ, ਚੋਰੀ ਕੀਤੀ। ਅਗਰ ਤੁਸੀਂ ਆਪਣੀ ਪਬਲਿਕ ਪ੍ਰੋਫਾਈਲ ਕੀਤੀ ਹੈ ਔਰ ਉੱਥੇ ਲੋਕ ਜਾ ਸਕਦੇ ਨੇ, ਵਿਜ਼ਿਟ ਕਰ ਸਕਦੇ ਨੇ ਤੁਹਾਡੀ ਪ੍ਰੋਫਾਈਲ, ਤੇ ਤੁਹਾਨੂੰ ਤੇ ਫਿਰ ਇਹਦੇ ਤੇ ਇਤਰਾਜ਼ ਨਹੀਂ ਹੋਣਾ ਚਾਹੀਏ। ਆਪਣੀ ਪ੍ਰੋਫਾਈਲ ਜਿਹੜੀ ਹੈ ਪ੍ਰਾਈਵੇਟ ਕਰਕੇ ਰੱਖੋ। ਦੇਣ ਵਾਲੇ ਤੁਸੀਂ ਆਪ ਲਿੰਕ ਆਪਣਾ ਆਪ ਕਰ ਲੈਣੇ। ਮੇਰੇ ਫਰਿਸ਼ਤੇ ਨੂੰ ਖੁਆਬ ਬਣੀ ਕਿ ਤੁਹਾਡੀ ਆਈਡੀ ਕਿਹੜੀ? ਤੁਹਾਡੇ ਨਾਲ WhatsApp ਤੇ ਗੱਲ ਹੋਣ ਲੱਗੀ ਤੇ ਤੁਸੀਂ ਮਾਈਕ ਤੇ ਆ ਕੇ ਕਿਹਾ ਕਿ ਮੇਰੀ ਆਡੀਓ ਚਲਾਈ ਉੱਥੇ, ਤੁਹਾਡੇ ਆਪਣੀ ਜ਼ਾਤੀ ਖੁਆਇਸ਼ ਦੇ ਉੱਤੇ ਆਡੀਓ ਚਲੀ ਹੈ ਕਿ ਮੇਰੀ ਫੋਟੋ ਅਮਰ ਨਜ਼ੀਰ ਨੂੰ ਦੇ। ਤੇ ਫਿਰ ਮੈਂ ਕਿ ਜਦੋਂ ਇੰਨਾ ਤੁਸੀਂ ਜ਼ਹਿਰ ਉਗਲ ਚੁੱਕੇ ਹੋ ਤੇ ਫਿਰ ਹੁਣ ਤੁਹਾਡੇ ਨਾਲ ਸ਼ੁਗਲ ਮੇਲੇ ਰਹਿ ਗਿਆ। ਫਿਰ ਅਸੀਂ ਪੁੱਛਿਆ ਬਈ ਕਿਹੜੀ ਲਾਈਏ? ਕੱਛੇ ਵਾਲੀ ਲਾਈਏ, ਸੂਏ ਜੋੜੇ ਵਾਲੀ ਲਾਈਏ, ਪੈਂਟ ਕੋਟ ਵਾਲੀ ਲਾਈਏ, ਕਲੀਨ ਸ਼ੇਵ ਵਾਲੀ ਲਾਈਏ, ਲੰਬੀ ਜ਼ੁਲਫਾ ਵਾਲੀ ਲਾਈਏ? ਲਾਣੀ ਅਸੀਂ ਹੈ ਨਹੀਂ, ਲੇਕਿਨ ਅਗਰ ਤੁਸੀਂ ਹੁਣ ਜ਼ਿੱਦ ਬਣਾ ਲਈਏ ਤੇ ਅਸੀਂ ਵੀ ਫਿਰ ਜ਼ਿੱਦ ਬਣਾ ਲੈਣੇ। ਠੀਕ ਹੈ ਨਾ, 365 ਦਿਨ ਦੀ ਤੁਸੀਂ ਜ਼ਿੱਦ ਬਣਾਈਏ, 365 ਦਿਨ ਦੀ ਜ਼ਿੱਦ ਬਣਾ ਕੇ ਰੱਖੋ ਤੇ 365 ਦਿਨ ਅਸੀਂ ਖਾਲੀ ਸਵਾਲ ਹੀ ਕਰਨਾ। ਚੱਲ 365 ਤੱਕ ਦਿਨ ਤੱਕ ਚੱਲੀ ਤੇ ਗੱਲ ਚੱਲੇ ਹੈ, 2 ਦਿਹਾੜੇ 4 दिन की ਚਾਂਦਨੀ, ਫਿਰ ਹਨੇਰੀ ਰਾਤ ਹੈ। ਇਹ ਤੇ ਚਲਾਏਗਾ ਤਾਂ ਨਾ ਸਵਾਲ। ਤੋ ਜਿਹੜਾ ਬੋਰਡ ਲਾਇਆ ਸੀ ਉਹ ਲਾ ਕਿਉਂ ਦਿੱਤਾ ਸੀ? ਮੈਂ ਵੀ ਤੇ ਐਸੇ ਵਾਸਤੇ ਫਿਰ ਪੁੱਛ ਲਿਆ ਸੀ ਨਾ, ਜੇ ਤੂੰ ਕੱਛਿਆਂ ਨਹੀਂ ਪੁੱਛਣ ਗਿਆ ਤਾਂ ਮੈਂ ਵੀ ਤਾਂ ਪੁੱਛ ਲਿਆ ਨਾ, ਗੋਟੇ ਵਾਲੀ ਲਾਵਾਂ ਕਿ ਮੈਂ ਉਹ ਨੀਲੇ ਰੰਗ ਦੀ ਸਲਵਾਰ ਕਮੀਜ਼ ਵਾਲੀ ਲਾਂ, ਕਿਹੜੀ ਲਾਂ? ਮੇਰੇ ਕੋਲ ਵੀ ਤੇ ਫਿਰ ਉਸੇ ਤਰ੍ਹਾਂ ਹੈ ਨਾ, ਜੇ ਤੂੰ ਹਰਕਤ ਨਾ ਕਰਦਾ ਤੇ ਮੈਂ ਵੀ ਨਹੀਂ ਸੀ ਕਰਨੀ। ਦੂਸਰਾ ਅੱਡੀ ਤੂੰ ਸਾਂਭ ਕੇ, ਤੇਰੇ ਕੋਲ ਮੈਂ ਪੁੱਛਿਆ ਸੀ ਫੋਟੋ ਰੱਖੀ ਕਿਉਂ ਹੈ? ਜੇ ਅਗਰ ਬੰਦੇ ਦੀ ਨੀਅਤ ਨਾ ਮੇਰੇ ਕੋ ਖੋਟ ਖੂਟ ਨਾ ਹੋਵੇ, ਤੂੰ ਚੁੱਕ ਕੱਪੜਾ ਮਾਰ। ਦੂਸਰਾ ਤੂੰ ਉੱਥੇ ਜਾ ਕੇ ਬਹਿ ਗਿਆ, ਮੈਨੂੰ ਇਸ ਚੀਜ਼ ਦੇ ਇਤਰਾਜ਼ ਨਹੀਂ। ਜੇ ਤੂੰ ਬਣਿਆ ਦੁਸ਼ਮਣ ਬਣਨ ਲੱਗੇ ਹੈ ਤੇ ਕਮ ਸੇ ਕਮ ਰਹਿ ਸਟੈਂਡਰਡ ਦਾ ਨਾ। ਜੇ ਤੇਰੇ ਕੋਲ ਕੋਈ ਚੀਜ਼ ਸੀ, ਤੈਨੂੰ ਪਤਾ ਵੀ ਸੀ, ਕੋਈ ਫੋਟੋਆਂ ਦਾ ਜ਼ਿਕਰ ਹੋ ਰਿਹਾ ਸੀ ਜਿਹੜਾ ਤੂੰ ਸ਼ੁਰੂ ਕੀਤਾ? ਹਾਂਜੀ ਗੱਲ ਮੁਕੰਮਲ ਹੋਈ। ਫੋਟੋਆਂ ਦਾ ਜ਼ਿਕਰ ਨਹੀਂ ਹੋ ਰਿਹਾ ਸੀ ਚੱਲਦੀ ਸੀ ਸਕੂਨ ਦੇ ਨਾਲ, ਤੇ ਤੁਸੀਂ ਆ ਕੇ WhatsApp ਤੇ ਕਹਿ ਰਹੇ ਹੋ ਕਿ ਜਿਹੜੇ ਹਾਰੇ ਕੰਮ ਕਰ ਬੈਠੇ ਆ ਤੇ ਇਹ ਵੀ ਦੇ ਦੇ। ਤੇ ਤੁਹਾਨੂੰ ਸ਼ਰਮ ਨਹੀਂ ਆਈ, ਗੈਰਤ ਨਹੀਂ ਆਈ ਕਿ ਇਹ ਕਹਿੰਦਾ ਜਾਂ ਇਲਜ਼ਾਮ ਲੈਂਦਾ ਜਾਂ ਸੋਚਦਾ ਕਿ ਬਈ ਇਹ ਬੰਦਾ ਕਿਉਂ ਦੇਵੇਗਾ? ਇੰਨਾ ਅਰਸਾ ਨਾਲ ਬੈਠਿਆ, ਉਹਨੂੰ ਭਰਾ ਕੇ ਆਇਆ ਤੇ ਫਿਰ ਤੁਸੀਂ ਕਹਿ ਰਹੇ ਬਈ ਉਹਨੂੰ ਦੇ ਦੇ। ਮੈਂ ਕਿਉਂ ਦੇਵਾਂ? ਤੁਹਾਨੂੰ ਆਪ ਤਸ਼ਹੀਰ ਦਾ ਸ਼ੌਕ ਹੈ, ਆਪ ਦੇਵੋ ਆਪਣੀਆਂ ਫੋਟੋਆਂ। ਪ੍ਰੋਫਾਈਲ ਤੁਹਾਡੀ ਖੁੱਲੀ, ਮੈਨੂੰ ਪ੍ਰੋਫਾਈਲ ਦਾ ਬੋਆ ਤੁਸੀਂ ਆਪ ਵਿਖਾਣ ਵਾਲੇ, ਲਿੰਕ ਆਪ ਕਰ ਲੈਣ ਵਾਲੇ। ਮੈਨੂੰ ਪਤਾ ਕਿ ਫਲਾਣੇ WhatsApp ਦੀ ਇੰਨੇ ਅਰਸੇ ਦੀ WhatsApp ਦੀ ਕੀ ਆਈਡੀ ਹੈ ਦੇਣ ਵਾਲੇ? ਅਮੀਰ ਸਾਹਿਬ ਨੂੰ ਜ਼ਰਾ ਬਿਆਨ ਕਰੋ। ਕਰਾਂ ਲੈ ਤੁਸੀਂ ਆਪ। ਐ ਤੇਰਾ ਬੈਠੇ ਹੀ, ਇਹਨੂੰ ਪੁੱਛ ਕਿਸ ਇਮਾਮ ਦੀ ਜ਼ੁਬਾਨ ਬੋਲਣ ਲੱਗਿਆ ਅਮੀਰ ਸਾਹਿਬ? ਹਾਂ ਉਸੇ ਇਮਾਮ ਦੀ ਜੀ ਤੁਸੀਂ ਮੰਨਦੇ ਹੋ ਨਾ, ਜਿਹੜੀ ਅਲੀ ਅਕਬਰ ਬੋਲਦਾ ਨਾ, ਉਹ ਜ਼ੁਬਾਨ ਬੋਲਣ ਲੱਗਾ। ਉਹ ਜਿਹੜਾ ਘਰ ਹੀ ਛੁਪਿਆ? ਨਹੀਂ ਉਹ ਜਿਹੜਾ ਮੈਂ ਹੁਣ ਤੈਨੂੰ ਨਾ ਤੇਰੀ ਫੋਟੋ ਹੋ ਗਿਆ, ਬੜੀ ਚੁੱਭੀ ਹੈ ਨਾ। ਨਹੀਂ, ਮੈਂ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕਰਨੀ ਉਸੇ ਤਰ੍ਹਾਂ ਤੁਹਾਨੂੰ ਜਵਾਬ ਲੱਭੇਗਾ। ਜਿਸ ਗਲਾਜ਼ਤ ਦੀ ਜ਼ੁਬਾਨ ਤੁਸੀਂ ਯੂਜ਼ ਕਰ ਰਹੇ ਹੋ, ਉਸੇ ਗਲਾਜ਼ਤ ਦੀ ਜ਼ੁਬਾਨ ਤੁਹਾਨੂੰ ਵਾਪਸ ਆਣ ਲੱਗੀ ਤੇ ਤੁਹਾਡੀ ਚੀਕਾਂ ਨਹੀਂ ਕਰੀਆਂ ਨਾ ਅਸਮਾਨ ਤੱਕ। ਇਹ ਕਾਪੀ ਕਾਟੀ ਹੈ ਕਿਉਂ? ਤੁਸੀਂ ਤੁਹਾਡੇ ਤੇ ਕੋਈ ਨਾਜ਼ਲ ਹੋਈ ਹੈ, ਤੁਹਾਡੇ ਤੇ ਕੋਈ ਨਾਜ਼ਲ ਹੋਈ ਹੈ। ਇਹ ਹੁਣ ਹੋ ਜਾ। ਪਹਿਲਾਂ ਤੇ ਇਹਨੇ ਜਨਾਬ ਇੱਕ ਫਤਵਾ ਦਿੱਤਾ ਸੀ ਤੇ ਮੀਰ ਨੇ ਜਿਹੜਾ ਗੱਲ ਕੀਤੀ ਹੈ, ਮੈਂ ਤੇ ਕੋਲ ਪੁੱਛਿਆ ਹਾਂ ਵੀ ਕਿਹੜੇ ਇਮਾਮ ਦੀ ਹੋਣ ਕਰਨ ਲੱਗਿਆ ਪੈਰਵੀ,
ਤੇ ਹੁਣ ਚੁੱਪ ਗਈ ਸੀ। ਗੱਲ ਇਹ ਵੈ ਕਿ ਜਿਹੜੀਆਂ ਤੂੰ ਹਰਕਤਾਂ ਕੀਤੀਆਂ ਸਨ ਤੇ ਤੁਸੀਂ ਗਾਲਾਂ ਕਰਦੇ ਹੋ ਤੇ ਕਿਹੜੇ ਇਮਾਮ ਦੀ ਪੈਰਵੀ ਕਰਦੇ ਹੋ? ਹੈਲੋ, ਚੀਕਣ ਸ਼ੁਰੂ ਹੋ ਗਿਆ ਆਪਣੀ ਵਾਰੀ ਤੇ ਬੋਲਣਾ ਹੁਣ। ਆਪੀ ਜਿਹੜਾ ਨਾ ਉਹ ਕਹਿੰਦਾ ਹੁੰਦਾ ਸੀ ਇਹ ਲਿਆ ਨਾ ਤੈਨੂੰ ਜ਼ਰਾ ਚੈੱਕ ਕਰੇ ਗੱਲ ਸੁਣ ਲਵੇ, ਰੋਲਾ ਨਾ ਪਵੇ, ਤੇ ਉਸ ਵੇਲੇ ਦੀ ਜ਼ੁਬਾਨ ਦੰਦਾ ਹੇਠ ਨਹੀਂ ਵੀ ਆਉਂਦੀ। ਗੱਲ ਇਹ ਵੈ ਕਿ ਜਿਹੜੀਆਂ ਇਹਨੇ ਹਰਕਤਾਂ ਕੀਤੀਆਂ ਸਨ ਇਹ ਮੇਰੀ ਤੋਕੋ ਦੇ ਖਿਲਾਫ ਕੀਤੀਆਂ ਸਨ ਸਾਰੀਆਂ। ਇਹਨੂੰ ਮੈਂ ਪਹਿਲਾਂ ਵੀ ਬੜੇ ਆਰਾਮ ਮੈਂ ਕਿਹਾ ਤੂੰ ਮੈਂ ਆਫ ਰੇਗਨ ਦੀ ਮੈਨੂੰ ਨਹੀਂ ਪਤਾ ਉਹ ਉਰਦੂ ਕੀ ਹੁੰਦੀ ਹੈ। ਮੈਂ ਜਿਸ ਵੇਲੇ ਹੁੰਦਾ ਨਾ ਮੈਂ ਉੱਚਾ ਬੋਲਦਾ, ਉਹਦਾ ਮਤਲਬ ਕਈ ਵਾਰੀ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਨੂੰ ਉਂਝ ਵੀ ਕਿਸੇ ਨੂੰ ਮੈਂ ਆਫ ਰੇਗਨ ਹੋਵਾਂ ਮੈਂ ਉੱਚਾ ਬੋਲਦਾ, ਮੈਂ ਬੋਲ ਜਾਣਾ। ਇਹਨੂੰ ਮੈਂ ਕਿਹਾ ਤੂੰ ਜਿਹੜੀ ਇਹ ਹਰਕਤ ਕੀਤੀ ਹੈ ਤੈਨੂੰ ਪਤਾ ਕਿ ਅਮਰ ਨਜ਼ੀਰ ਉੱਤੇ ਹੋਵੇ ਨਜਫ ਅਬਾਸ ਜਾਂ ਦੀ ਕੋਈ ਵੀ ਐਂਡ ਕੰਪਨੀ ਹੋਵੇ, ਮੈਂ ਮਾਈਕ ਤੇ ਨਹੀਂ ਵੇਖਦਾ ਨਾ ਬੰਦਿਆਂ ਨੂੰ, ਮੈਂ ਇਹਨਾਂ ਨੂੰ ਥੱਲੇ ਰੱਖਣਾ ਨਾ ਮੈਂ ਗੱਲ ਕਰਨਾ ਪਸੰਦ ਕਰਨਾ। ਹੁਣ ਮੇਰੇ ਵਾਸਤੇ ਵੀ ਉਸ ਪਾਰਟੀ ਦਾ ਚਲੋ ਮਿੰਟ ਲਾਓ। ਲਓ ਜੀ, ਮੁਕੰਮਲ ਹੋ ਜਾਣਾ। ਕਿਹੜੀ ਗੱਲ ਦਾ ਜਵਾਬ ਤੁਸੀਂ ਨਹੀਂ ਪਸੰਦ ਕਰ? ਕਿਹੜੀ ਗੱਲ ਦਾ? ਆਪਣੇ ਮੈਨੂੰ ਆਪਣੀਆਂ ਸੁਣਾ ਜਿਹੜਾ ਤੇ ਤੁਸੀਂ ਆਪਣੀਆਂ ਸੁਣਾਉਣ ਬੈਠੇ ਹੋ। ਜਦੋਂ ਸਾਡੀ ਸੁਣਨੀ ਨਹੀਂ ਤੇ ਜਾਓ ਬਿਸਮਿਲ੍ਲਾ ਕਰੋ ਜਾਂ ਸਾਨੂੰ ਪਹਿਲੇ ਸੁਣਾਓ। ਭਜਦਾ ਕਾਦੇ ਲਈ ਯਾਰ ਰੂਮ ਵਿੱਚ ਪਹੁੰਚ ਜਾਣਾ। ਤੁਹਾਨੂੰ ਕਿਸੇ ਨੇ ਬੁਲਾਇਆ? ਇਹ ਤੁਹਾਡਾ ਰੂਮ ਹੈ? ਕਿਹਦਾ ਰੂਮ ਹੈ? ਹਾਂ ਕਿਹਦਾ ਰੂਮ ਹੈ? 1122 ਦਾ 1122 ਦਾ ਹੋਸਟ ਹੋਏ ਲੈ ਵੀ 112 ਜਨਾਬ। ਇਹਦੇ ਕੋਲੋਂ ਪੁੱਛੀ ਸੂ ਕਿ ਇਹ ਕਿਹੜੀਆਂ ਹੋਣ ਉੱਥੇ ਬੜੀਆਂ ਦਿਨਾਂ ਯਾਰੀਆਂ ਨਿਭਾਉਣ ਲੱਗਿਆ ਉਸ ਬੰਦੇ ਨਾਲ ਜਿਹਨੂੰ ਸਾਰਾ ਨਾਲ। ਮੇਰਾ ਮਿੰਟ ਪੂਰਾ ਖਤਮ ਹੋ ਗਿਆ, ਦੁਬਾਰਾ ਯਾਦ ਲਾਓ ਗੱਲ ਕਰਨ ਦਾ। ਇੱਕ ਮਿੰਟ ਲਾਣੇ ਆ, 1 ਮਿੰਟ ਲਾਣੇ ਆ, 1 ਮਿੰਟ ਦੋ ਮੈਨੂੰ। 1 ਮਿੰਟ ਫਾਈਟਰ ਨੇ ਕੋਈ ਗੱਲ ਕਰਨੀ ਹੈ, ਫਾਈਟਰ ਦੇ ਮੂੰਹ ਸਿਰ ਮੇਰਾ ਟਾਈਮ ਹੈ, ਤੁਸੀਂ ਆਪਸ ਵਿੱਚ ਗੱਲ ਕਰਨੀ ਸੀ, ਮੈਨੂੰ ਥੱਲੇ ਸੁੱਟ ਦਵੋ। ਹਾਂ ਅਸਦ ਨੂੰ ਮੌਕਾ ਤਾਂ ਦਿਓ ਯਾਰ, ਅਸਦ ਨੂੰ ਮੌਕਾ ਦਿਓ, ਮੇਰੀ ਗੱਲ ਸੁਣੋ। ਗੱਲ ਕਰ ਲਿਓ, ਮੈਂ ਸਿਰਫ 1 ਮਿੰਟ ਗੱਲ ਕਰਨੀ ਜਾ ਰਿਹਾ। ਥੱਲੇ ਤੁਰ ਜਾਣਾ, ਗੱਲ ਸੁਣੋ। ਮੈਂ ਤੁਰ ਜਾਣਾ। ਮੈਂ ਕੋਈ ਗੱਲ ਕਰਾਂ। ਬਹਿਰੀਨ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਤਸਵੀਰਾਂ ਲਾਉਣ ਦਾ WhatsApp ਨੇ ਕਿਹਾ ਸੀ। ਮੈਂ ਤੁਹਾਨੂੰ ਵਾਜ਼ਿਆ ਦੱਸ ਦਵਾਂ ਕਿ WhatsApp ਦਾ ਇਸ ਮਾਮਲੇ 'ਚ ਕੋਈ ਤਲਕ ਨਹੀਂ। ਮੈਂ ਵਾਹਿਦ ਬੰਦਾ ਸੀ ਇਸ ਟਿਕਟੋਕ ਦੇ ਉੱਤੇ ਜਿਨੇ ਆ ਕੇ ਤਸਵੀਰਾਂ ਟੰਗਣੀਆਂ ਸ਼ੁਰੂ ਕੀਤੀਆਂ ਹਨ ਆਮਰ ਨਜ਼ੀਰ ਦੀਆਂ। ਠੀਕ ਹੈ, ਮੈਂ ਆਮਰ ਨਜ਼ੀਰ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਜਿਹੜਾ ਗੁਸਤਾਖ ਸਾਡੇ ਪਿਆਰਿਆਂ ਦੀ ਗੁਸਤਾਖੀ ਕਰੇਗਾ ਮੈਂ ਉਹਨੂੰ ਟੰਗਾਂਗਾ। ਔਰ ਇਹਦੇ 'ਚ WhatsApp ਦਾ ਕੋਈ ਹੱਥ ਨਹੀਂ ਹੈਗਾ। ਮੇਰਾ ਇੰਟਰਨੈਟ ਹੈ, ਮੇਰਾ ਫੋਨ ਹੈ, ਮੇਰੇ ਐਪ ਨੇ। ਮੈਂ ਜਿਹਨੂੰ ਚਾਹਾਂ ਉਹਨੂੰ ਮੈਂ ਟੰਗਾਂਗਾ। ਤੇ ਤੁਹਾਡੇ ਜ਼ਿਹਨ 'ਚ ਜਿਹੜਾ ਬੈਠਾ ਹੈ ਗੱਲ ਕਿ ਇਹ WhatsApp ਫਾਲੋ ਯਾਨੀ ਕਿ ਕਰ ਰਹੇ ਨੇ, WhatsApp ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ। ਠੀਕ ਹੈ ਯਾਰਾਂ ਭਾਈ, ਓਕੇ, ਅੱਲਾ ਹਾਫਿਜ਼। ਜਜ਼ਾਕੱਲਾ। ਹੁਣ ਦਿਓ ਠੀਕ ਹੋ ਗਿਆ। 2 ਮਿੰਟ ਲਾਓ, ਮੈਂ ਦੋਵਾਂ ਦੀ ਗੱਲ ਦਾ ਜਵਾਬ ਦੇਣਾ। 2 ਮਿੰਟ ਲਾਓ। ਹੁਣ 2 ਬੰਦੇ ਨੇ ਗੱਲ ਕੀਤੀ, 2 ਮਿੰਟ ਲੈਣੇ ਮੇਰੇ, 2 ਮਿੰਟ ਜੀ। ਪਹਿਲੀ ਗੱਲ ਤਾਂ ਸਾਰੀ ਦੁਨੀਆ ਜਾਣਦੀ ਕਿ ਫਾਈਟਰ ਜਿਹੜਾ ਆਪਣੀ ਮਰਜ਼ੀ ਨਾਲ ਨਹੀਂ ਕੋਈ ਕੰਮ ਕਰ ਰਿਹਾ, ਠੀਕ ਹੈ ਨਾ, ਉਹ WhatsApp ਦੀ ਇੱਜ਼ਤ ਕਰਦਾ, ਇਹਤਰਾਮ ਕਰਦਾ, ਤਾਂ ਸਹੀ WhatsApp ਦੇ ਲੱਗੇ। ਲੇਕਿਨ ਅਗਰ WhatsApp ਇਸ ਨੂੰ ਗਲਤ ਸਮਝਦੇ ਨੇ ਜਾਂ ਅਗਰ ਉਹ ਕਹਿੰਦੇ ਨੇ ਕਿ ਜੀ ਮੈਂ ਇਸ ਨੂੰ ਗਲਤ ਸਮਝਣਾ, ਮਾਈਕ ਤੇ ਕਹਿਣ ਫਾਈਟਰ ਜਿਹੜਾ ਕੰਮ ਕਰ ਰਿਹਾ ਅਸੀਂ ਇਹਦੇ ਖਿਲਾਫਵਰਜ਼ੀ ਕਰਦੇ ਹਾਂ, ਠੀਕ ਹੈ, ਗੱਲ ਕਲੀਅਰ ਹੋ ਜਾਏਗੀ। ਇੱਥੇ ਪਤਾ ਚੱਲ ਜਾਏਗਾ ਕਿ ਇਸ ਗੱਲ ਨੂੰ ਜਾਇਜ਼ ਸਮਝਦੇ ਨੇ ਜਾਂ ਨਾ ਜਾਇਜ਼ ਸਮਝਦੇ ਨੇ। ਜਨਾਬ ਮਿਊਟ ਲਾ ਲਓ, ਗੱਲ ਕਰ ਰਹੇ ਹਾਂ। ਹਾਂ, ਇਹ ਕਹਿ ਰਹੇ ਨੇ ਜਨਾਬ ਮੈਂ ਅਮਰ ਨਜ਼ੀਰ ਨੂੰ ਮਾਈਕ ਤੇ ਨਹੀਂ ਚੁੱਕਣਾ ਪਸੰਦ ਕਰਦੇ, ਜਿੱਥੇ ਉਹ ਬੈਠੇ ਹੁੰਦੇ ਨੇ ਉਹ ਪਸੰਦ ਨਹੀਂ ਕਰਦੇ ਜੀ ਅਮਰ ਨਜ਼ੀਰ ਦੇ ਨਾਲ। ਭਾਈ ਸਾਨੂੰ ਪਸੰਦ ਹੈ ਨਾ, ਅਸੀਂ ਗੱਲ ਕਰਨਾ ਚਾਹੁੰਦੇ। ਤੁਸੀਂ ਜਿਹੜੇ ਆਰੇ ਲੱਗੇ ਹੋ ਉੱਥੇ ਫੋਟੋਆਂ ਟੰਗੋ, ਬੈਠੋ, ਗਾਲਾਂ ਕੱਢੋ ਪੂਰੇ ਦਿਨ, ਅਸੀਂ ਤੁਹਾਨੂੰ ਰੋਕਦੇ ਹੀ ਨਹੀਂ ਹੈ, ਠੀਕ ਹੈ। ਅਸੀਂ ਹੁਣ ਅੱਕ ਗਏ ਤੁਹਾਡੀ ਹਰਕਤਾਂ, ਠੀਕ ਹੈ। ਦੁਨੀਆ ਸੁਣਨਾ ਚਾਹੁੰਦੀ ਹੈ ਅਮਰ ਨਜ਼ੀਰ ਨੂੰ। ਮੇਰੇ ਰੂਮ ਦੇ ਅੰਦਰ ਆਂਦਾ ਅਮਰ ਨਜ਼ੀਰ ਆਂਦਾ, 50 60 70 ਬੰਦਾ ਉਹਨੂੰ ਸੁਣਨਾ ਚਾਹੁੰਦਾ, ਠੀਕ ਹੈ। ਜਿੱਥੇ ਤੁਹਾਡੇ ਮਸੀਹ ਮਾਊਦ ਦੀ ਫਲਾਣੀ ਢਿੰਗਣੀ ਨੂੰ ਕੁਝ ਦੇ ਰਹੇ ਸਨ, ਠੀਕ ਹੈ, ਉੱਥੇ ਹੀ ਆ ਕੇ ਉਹ ਬੰਦੇ ਮਜਬੂਰ ਨੇ ਕਿ ਮਿਰਜ਼ਾ ਸਾਹਿਬ ਕਹਿ ਕੇ ਗੱਲ ਕਰਨ। ਇਹ ਬੜਾ ਮੈਂ ਕਹਿੰਦਾ ਬੜਾ ਅਜ਼ਾਬ ਆ ਗਿਆ ਨਾ। ਜਿੱਥੇ ਗਾਲਾਂ ਦੇਣ ਲੱਗੇ ਸਨ ਬੰਦੇ, ਉੱਥੇ ਕੀ ਹੋਇਆ ਪਤਾ ਨਹੀਂ ਕੀ ਹੋਇਆ। ਉਹਨੇ ਤਾਂ ਮੈਂ ਇੱਕ ਜਵਾਬ ਦੇਦਾ। ਕਮੈਂਟ ਖੋਲ ਦਿਓ ਯਾਰ, ਕਮੈਂਟ ਖੋਲ ਦਿਓ, ਉਹਨਾਂ ਦਾ ਵੀ ਰਾਈਟ ਹੈਗਾ ਲਿਖਣ ਦਾ। ਕੋਈ ਗਲਤ ਕਮੈਂਟ ਮਿਊਟ ਕਰਦੇ ਆ, ਕਹਿੰਦੇ ਕਿ ਥੱਲੇ ਵਾਲੇ ਬੰਦੇ ਫਿਰ ਅੰਨੇ ਹੋ ਜਾਂਦੇ ਨੇ। ਚਲਾ ਦਿਓ ਕਮੈਂਟ, ਖੋਲ ਦਿਓ ਬਸ WhatsApp, ਚਲੋ ਗੱਲ ਕਰ। ਹਾਂਜੀ, ਅਮਰ ਨਜ਼ੀਰ ਨੂੰ ਤੂੰ ਜੋ ਮਰਜ਼ੀ ਕਰ, ਤੈਨੂੰ ਮੈਂ ਨਹੀਂ ਰੋਕਦਾ ਪਿਆ। ਤੇਰਾ ਕਮਰਾ ਪਤਾ ਨਹੀਂ ਯਾਰ ਕਿਸੇ ਪਤਾ ਨਹੀਂ ਕਿੰਨੇ ਥੱਲੇ ਉਤਾਰਿਆ, ਲੇਕਿਨ ਉਹ ਸਹੀ ਤਰ੍ਹਾਂ ਗੱਲ ਕਰਨਾ। ਇੱਥੇ ਨਹੀਂ ਹੋ ਸਕਦੀ ਬਰਲੀਨ। ਨਹੀਂ ਖਲੋ ਜਾ, ਤੇਰੇ ਕਿਤੇ ਕਿੰਨੇ ਪੈਰ ਰੱਖਿਆ?
ਓਏ ਕਰ ਸੁਣ ਹੈਲੋ। ਨਹੀਂ ਨਹੀਂ ਮੈਂ ਤਾਂ ਗੱਲ ਵੀ ਨਹੀਂ ਤੂੰ ਕਰਦਾ ਵੀ ਤਾਂ ਚੁੱਪ ਕਰਕੇ ਬਕਵਾਸ ਬੰਦ ਕਰਕੇ ਗੱਲ ਕਰ। ਯਾਰ ਨਹੀਂ ਲੜਾਈ ਨਹੀਂ ਗੱਲ ਕਰ ਚਲੋ ਬੰਦੇ ਨਾ ਮੈਂ ਤੁਹਾਨੂੰ ਦੋਨਾਂ ਨੂੰ ਨਹੀਂ ਜਿਸੀ ਬਿਹੇਵੀਅਰ ਨਾ ਸ਼ੋ ਇਸ ਤਰ੍ਹਾਂ ਗੱਲ ਕਰਾਣੀ ਸੀ ਯਾਰ ਇੱਕ ਮਿੰਟ ਮੈਂ ਸਭ ਨੂੰ ਇਸ ਤਰ੍ਹਾਂ ਗੱਲ ਕਰਨੀ ਸੀ ਤੁਸੀਂ। ਮੇਰੀ ਗੱਲ ਤੇ ਸੁਣ ਲਓ ਬਰੀਨ ਸਾਹਿਬ, ਜਿਹੜੀ ਗੱਲ ਗਲਤ ਹੈ ਉਹ ਗਲਤ ਹੈ। ਤੁਸੀਂ ਕਿਉਂ ਉਹਨਾਂ ਨੂੰ ਕਿਹਾ ਕਿ ਤੇਰੀ ਦੁਮ ਤੇਰੀ ਹੈ? ਇਹ ਵੀ ਤਾਂ ਬਦਤਮੀਜ਼ੀ ਚ ਹੁੰਦਾ ਹੈ ਨਾ। ਤੇ ਇਸ ਬੰਦੇ ਨੇ ਅਗਲੇ ਦਿਨ ਕੀ ਗੱਲ ਕੀਤੀ ਹੈ? ਕਹਿੰਦਾ ਮੈਂ ਇਹ ਬਰਾਤ ਨੂੰ ਜਾਂਦਾ ਤੇ ਕਹਿੰਦਾ ਮੈਂ ਮੂਤਰਨ ਜਾ ਰਿਹਾ, ਤੂੰ ਪਿੱਛੋਂ ਸੰਭਾਲ ਲੈ। ਕਿੱਡੀ ਗਲਤ ਗੱਲ ਨਹੀਂ ਕੀਤੀ। ਮੇਰੀ ਗੱਲ ਸੁਣ ਲਓ, ਅਗਰ ਉਸ ਟਾਈਮ ਗੱਲ ਹੋਈ ਹੈ ਜਿਹੜੀ ਇਸ ਟਾਈਮ ਗੱਲ ਹੋ ਰਹੀ ਹੈ, ਇਹਦੇ ਵਿੱਚ ਤੁਹਾਨੂੰ ਕਿਸੇ ਨੇ ਕੋਈ ਗਲਤ ਗੱਲ ਨਹੀਂ ਕੀਤੀ, ਠੀਕ ਹੈ? ਤੇ ਫਿਰ ਤੁਸੀਂ ਸ਼ੁਰੂ ਕਰ ਅੱਛਾ 2 ਸਾਲ ਪਹਿਲੇ ਇਹਨੇ ਕਿਸੇ ਕੋ ਬਕਵਾਸ ਕਰ ਲਓ। ਮੇਰੀ ਗੱਲ ਸੁਣ, ਹਾਂਜੀ 2 ਸਾਲ ਪਹਿਲਾਂ ਦੀ ਗੱਲ ਜਿਹੜੀ ਸੀ ਉਹ 2 ਸਾਲ ਪਹਿਲਾਂ ਤੇ ਵੇਖੋ ਤੁਸੀਂ ਵੀ ਤੇ ਅਮਨ ਨਜ਼ੀਰ ਦੀ ਰਲ ਕੇ ਮੰਜੀ ਠੋਕ ਰਹੇ ਸੀ ਨਾ। ਹੁਣ ਤੁਹਾਨੂੰ ਅਹਿਸਾਸ ਹੋ ਗਿਆ ਕਿ ਨਹੀਂ ਠੋਕਣੀ ਚਾਹੀਦੀ। ਹਾਂ ਉਹ ਉਦੋਂ ਅਸੀਂ WhatsApp ਦੀ ਅੱਖਾਂ ਤੇ ਤਾਰੇ ਸਾਂ। ਸੁਣ ਤੇ ਲਓ, ਠੀਕ ਹੈ ਨਾ? ਤੇ ਹੁਣ ਆ ਕੇ ਕਿ ਹੁਣ 2 ਸਾਲ ਪੁਰਾਣੀਆਂ ਗੱਲਾਂ ਨਾ ਕਰੋ। ਅੱਛਾ ਹੁਣ ਯਾਰ ਮੈਨੂੰ ਗੱਲ ਕਰ ਲੈਂਦੇ। ਠੀਕ ਹੋ ਗਿਆ। ਤੁਸੀਂ ਸਟਾਰਟ ਕਰ ਦੇਖੋ ਮੇਰੇ ਤੇ 3 ਮਿੰਟ ਉੱਥੇ ਰਹਿ ਗਏ ਨਾ, ਮੇਰੇ ਉੱਥੇ 3 ਮਿੰਟ ਰਹਿ ਗਏ ਜਾਂ ਮੇਰਾ ਟਾਈਮ ਲਓ ਗੱਲ ਕਰਨ ਤੋਂ। ਸੁਣ ਲਓ, ਨੇ ਵਿੱਚ ਗਲਤ ਗੱਲ ਕੀਤੀ ਹੈ। ਇਹ ਗਲਤ ਗੱਲ ਕੀਤੀ ਹੈ, ਤੁਸੀਂ ਮੰਨ ਜੋ ਨਾ ਕਿ ਤੁਸੀਂ ਗਲਤ ਗੱਲ ਕੀਤੀ ਹੈ। ਤੁਹਾਡਾ ਬਣਦਾ ਨਹੀਂ ਸੀ। ਤੁਸੀਂ ਮੰਨ ਜੋ ਨਾ ਕਿ ਤੁਸੀਂ ਗਲਤ ਗੱਲ ਕੀਤੀ ਹੈ। ਤੁਹਾਡਾ ਬਣਦਾ ਨਹੀਂ ਸੀ। ਤੁਸੀਂ ਮੰਨ ਜੋ ਨਾ ਕਿ ਤੁਸੀਂ ਬਸ ਸਾਹਿਬ ਬੰਦ ਕਰੋ ਜੀ। ਸਾਫੀ ਯਾਰ ਇੱਕ ਮਿੰਟ ਹਾਂਜੀ ਮੈਨੂੰ ਮੇਰਾ ਟਾਈਮ ਮਿਲ ਸਕਦਾ? ਜਿਹੜਾ ਪਿਛਲੇ ਸਵਾਲ ਹੈ ਉਹਨਾਂ ਦਾ ਜਵਾਬ ਦਈਏ ਜਾਂ ਜਵਾਬ ਲੈ ਲੈਣਾ ਜਨਾਬ, ਜਵਾਬ ਲੈ ਮੈਂ ਤਾਂ ਸਵਾਲ ਕੀਤਾ, ਸਵਾਲ ਤੁਸੀਂ ਕੀਤਾ, ਜਵਾਬ ਤੁਸੀਂ ਲੈਣਾ ਹੈ। ਸੁਣ ਲੈਣਾ। ਹਾਂ ਤਾਂ ਸੁਣ ਨਹੀਂ ਰਿਹਾ। ਮੌਕਾ ਵੀ ਤਾਂ ਦਿਓ ਯਾਰ ਉਹਨੂੰ। 300 ਜਿਹੜਾ ਇੱਕ ਸਵਾਲ ਕੀਤਾ ਉਹਦਾ ਜਵਾਬ ਲੈ। ਇਹਨੇ ਦੇਣ ਹੀ ਨਹੀਂ ਦੇਣਾ। ਮੈਂ ਕਹਿੰਦਾ ਇਹਨਾਂ ਨੂੰ ਚੁੱਕ ਲੈਣਾ, ਦੇਣ ਨਹੀਂ ਦੇਣਾ। ਹਰਲੀਨ ਸਾਹਿਬ ਨੇ ਥੱਲੇ ਉਹ ਕਾਲਾ ਕੌਣ ਲਾਂਦਾ ਪਿਆ ਥੱਲੇ ਯਾਰ? ਯਾਰ ਇੱਕ ਮਿੰਟ, ਜਿਹੜਾ ਥੱਲੇ ਕੋਈ ਬੰਦਾ ਜ਼ਿਆਦਾ ਚੁੱਕਣ ਦੀ ਜ਼ਰੂਰਤ ਕੋਈ ਨਹੀਂ ਹੈ ਫਿਲਹਾਲ। 1 ਮਿੰਟ ਭਾਵੇਂ ਇਰਫਾਨ ਜੱਟ ਸਾਹਿਬ ਕੋਈ ਮਸਲਾ ਨਹੀਂ, ਆਇਨ ਸਾਰੇ ਇੱਥੇ ਹੀ ਨੇ। ਮੈਂ ਤਾਂ ਸਕਰੀਨ ਵੱਲ ਵੇਖਣ ਵੀ ਨਹੀਂ ਡਿਆ, ਠੀਕ ਹੈ? ਅੱਛਾ ਹੁਣ ਮੈਂ ਇੱਕ ਗੱਲ ਦਾ ਜਵਾਬ ਦੇਦਾ। ਓਕੇ। ਨਾ ਤੇ ਉਹ ਪਸੰਦ ਕਰਦਾ ਜਿੱਦਾਂ ਨੇ ਮੇਰੇ ਕੋਲ ਪੁੱਛਿਆ ਦਾਤਰੀ ਤੌਰ ਦੇ ਨਾ ਅਸੀਂ ਪਸੰਦ ਕਰਨਾ, ਮੈਂ ਪਸੰਦ ਕਰਨਾ। ਲੇਕਿਨ ਇੱਕ ਬੰਜਾ ਜਿਹੜਾ ਤਸਵੀਰਾਂ ਬਣਾ ਕੇ ਤੇ ਬੜਾ ਹੱਸ ਕੇ ਕਹੇ ਇਹ ਬੰਦਾ ਗਵਾਹ ਬੈਠਿਆ ਕਿਤੇ ਮਨ ਹੀ ਥੱਲੇ ਲੈ ਗਿਆ, ਫੋਟੋ ਲਾ ਕੇ ਕਿਸੇ ਔਰਤ ਦੀ ਤੇ ਕਹੇ ਹੁਣ ਨਾ ਬੰਦ ਕਰੋ ਕਮਰਾ, ਹੈ ਬਾਅਦ ਵਿੱਚ ਬਣ ਜੇ ਸ਼ਰੀਫ ਜਿਹਦਾ ਸ਼ਾਹਦੇ ਨੇ ਕਿਹਾ ਵੇ ਕਿ ਸਾਡੇ ਕੋਲ ਫੋਟੋਆਂ ਐ ਲਵਾਉਂਦਾ ਰਿਹਾ, ਸਾਨੂੰ ਇਹ ਕਹਿੰਦਾ ਰਿਹਾ ਗਾਲਾਂ ਕੱਢੋ, ਕਲਮਾ ਪੜ ਕੇ ਉਹਨੇ ਗੱਲ ਕਹੀ ਸੀ। ਠੀਕ ਹੈ ਭਾਈ ਜੀ, ਅੱਧੀ ਜਿਹੜੀ ਹੈ ਨਾ ਤੂੰ ਗੱਲ ਕਹਿਣਾ ਇਹ ਸਾਡੀ ਜ਼ਾਤੀ ਹੈ। ਇਹ ਜਿਹੜਾ ਕਹਿੰਦਾ ਹੁੰਦਾ ਨਾ ਇਹ MTN ਦੀ ਤਾਲੀਮ ਹੈ ਤੇ ਜਿਹੜੀ ਇਹ ਫਲਾਉਂਦਾ ਹੁੰਦਾ ਪਿਆ ਇਸਲਾਮ ਹੈ, ਜਿਹਦਾ ਦਾਵਾ ਕਰਦਾ ਰਗਾਂ ਦੀਆਂ ਫੁੱਲ ਜਾਂਦੀਆਂ ਨੇ ਗੱਲਾਂ ਕਰਦੇ ਆ, ਉਹ ਇਸਲਾਮ ਹੈ। ਜਿਹੜੇ ਅਸੂਲ ਦੂਜਿਆਂ ਨੂੰ ਸੁਣਾਉਂਦੇ ਹੁੰਦੇ ਨਾ ਕਿ ਇੱਥੇ ਵੀ ਸੁਣਾਉਂਦੇ ਆ, ਉਹ ਅਸੂਲ ਸਾਰਿਆਂ ਵਾਸਤੇ ਫਿਰ ਲੱਗਣਗੇ। ਜਿੱਥੇ ਜਿੱਥੇ ਤੂੰ ਵੀ ਲਾਏਂਗਾ ਨਾ ਉੱਥੇ ਉੱਥੇ ਵੀ ਉਹ ਅਸੂਲ ਲੱਗੇਗਾ। ਇਹਨੇ ਲਾਈਆਂ ਫੋਟੋਆਂ। ਚਲੋ ਮੁਕੰਮਲ ਹੋ ਗਿਆ, ਘੱਟ ਤੋਂ ਘੱਟ 4 ਮਿੰਟ ਮੈਨੂੰ ਦੇਣੇ ਨੇ, 3 ਮਿੰਟ ਉਹਨੇ ਬੋਲੇ, 4 ਮਿੰਟ ਹੋ ਗਿਆ। ਤੂੰ ਆਇਆ ਸੀ ਨਾ ਕਿੰਨੇ ਕੋ ਤੈਨੂੰ ਬੋਲਣਾ ਹੈ? ਇੱਥੇ ਵੀ ਇਹ ਕੰਮ ਕਰਨਾ ਉਹ ਤੂੰ ਸਾਰਾ ਦਿਨ ਉੱਥੇ ਕਰਦਾ, ਇੱਥੇ ਵੀ ਕੰਮ ਬਣਵਾਉਣ ਲੱਗਿਆ ਸਾਂ, ਇਹ ਜਿਹੜੀਆਂ ਹਰਕਤਾਂ ਕਰਨ ਲੱਗੇ ਜਿਹੜਾ ਕੰਮ 112 ਸਭ ਨੂੰ ਟਿਕ ਟਿਕੀ ਲਾਓ। ਮੌਕਾ ਦਿਓ ਨੇ, ਮੌਕਾ ਦਿਓ। ਤੂੰ ਬੋਲਣ ਲੱਗ ਪਿਆ, ਰੋਲਾ ਤੂੰ ਪਾਉਣ ਲੱਗ ਪਿਆ। ਮੈਂ ਤੁਹਾਨੂੰ ਪਹਿਲੇ ਆਖਿਆ ਸੀ ਮੈਂ ਇਹਨਾਂ ਨੂੰ ਕਿਹਾ ਜੀ ਗੱਲ ਪੂਰੀ ਸੁਣ ਲਿਓ, ਗੱਲ ਪੂਰੀ ਸੁਣ ਲਿਓ। ਗੱਲ ਇਹਨਾਂ ਦੀ ਪੂਰੀ ਹੋ ਗਈ। 3 ਮਿੰਟ ਲੱਗ ਗਏ ਨੇ, ਲੇਕਿਨ ਖਾਮੋਸ਼ ਕਰਾ। ਹਾਂ ਜੀ ਠੀਕ ਹੋ। ਕੰਨਿਆਂ ਨੂੰ ਆਂਦਾ ਤਾਂ ਨਕਲੀ ਹੋਣਾ ਨਾ ਜੀ। ਕਹਿੰਦੇ ਨੇ ਭਾਈ ਮੈਂ ਕਹਿੰਦਾ ਸੀਗਾ ਉੱਥੇ ਆਓ, ਮੈਂ ਇੱਕ ਦਫਾ ਵੀ ਕਿਹਾ ਉੱਥੇ ਆਓ। ਹਾਂ ਇੱਕ ਦਫਾ ਮੈਂ ਸਵਾਲ ਕੀਤਾ ਸੀ ਬਟ ਸਾਹਿਬ ਅਗਰ ਮੁਸਤਕਬਲ ਦੇ ਅੰਦਰ ਮੈਂ ਕਦੀ ਕਮਰਾ ਖੋਲਾਂ ਤੁਸੀਂ ਆਓਗੇ? ਉਹਨਾਂ ਨੇ ਕਿਹਾ ਨਹੀਂ ਮੈਂ ਨਹੀਂ ਆਵਾਂਗਾ ਕਿਉਂਕਿ ਤੇਰੇ ਨਾਲ ਜਿਹੜਾ ਬਾਕੀ ਗੈਰ ਅਹਿਮਦੀ ਬੈਠੇ ਹੋਣਗੇ ਤਾਂ ਮੁਮਕਿਨ ਨਹੀਂ ਹੋਏਗਾ ਮੈਂ ਤੁਹਾਨੂੰ ਇਸ ਕਸ਼ਮਕਸ਼ ਦੇ ਅੰਦਰ ਪਾਵਾਂ। ਠੀਕ ਹੈ ਪਹਿਲੇ ਦਿਨ ਵੀ ਇਹਨਾਂ ਨੂੰ ਮੈਂ ਕੋਈ ਨਹੀਂ ਕਿਹਾ ਕਿ ਸੋ ਬਿਸਮਿਲ੍ਲਾ ਆਓ ਮੈਂ ਇੱਥੇ ਲਾਉਣ ਲੱਗਾ। ਠੀਕ ਹੈ ਨਜਫ ਆ ਗਿਆ ਤੇ ਇਹਨਾਂ ਨੇ ਆ ਕੇ ਕੀ ਕਿਹਾ ਨਜਫ ਨੂੰ, ਓਏ ਤੇਰੇ ਨਾਲ ਤੇ ਮੈਂ ਗੱਲ ਹੀ ਨਹੀਂ ਕਰਦਾ, ਅਮਨ ਦੇ ਖੱਬਿਆ। ਠੀਕ ਹੈ ਉਹਨੇ ਨਹੀਂ ਖੱਬਾ ਖੱਬਾ ਸੱਜਾ ਕਿਹਾ ਸੀ, ਖੱਬਾ ਸੱਜਾ ਕਿਹਾ ਸੀ, ਖੱਬਾ ਨਹੀਂ ਸੀ ਸਿਰਫ ਕਿਹਾ, ਝੂਠ ਨਾ ਬੋਲ, ਖੱਬਾ ਸੱਜਾ ਕਿਹਾ ਸੀ। ਗੱਲ ਉਹੀ ਕਰ ਜਿਹੜੀ ਮੈਂ ਕੀਤੀ। ਠੀਕ ਹੋ ਗਿਆ ਇਹਨਾਂ ਨੇ ਖੱਬਾ ਸੱਜਾ ਪਾ ਲਓ। ਮੈਂ ਕਿਹਾ ਕਸਮ ਚੁੱਕੋ ਤੁਸੀਂ ਖੱਬਾ ਸੱਜਾ, ਕਹਿੰਦਾ ਹੱਥ ਵੀ ਹੋ ਸਕਦਾ। ਮੈਂ ਕਿਹਾ ਕਸਮ ਚੁੱਕੋ ਬਈ ਖੱਬਾ ਸੱਜਾ ਹੱਥ ਹੈ, ਔਰ ਜਾਣਦੇ ਨੇ ਖੱਬਾ ਸੱਜਾ ਹੱਥ ਨਹੀਂ ਕਿਹਾ। ਇਹਨਾਂ ਇਹ ਵੇਖੋ ਫਿਰ ਨਹੀਂ ਬੋਲਣ ਦੇਣਗੇ। ਮੈਂ ਕਹਿੰਦਾ ਕਸਮ ਚੁੱਕਣ ਕਿ ਜਿਹਨਾਂ ਨੇ ਖੱਬਾ ਸੱਜਾ ਉਹਨੂੰ ਹੱਥ ਕਿਹਾ ਖੱਬਾ ਸੱਜਾ ਅਗਲੇ ਨੂੰ ਕਹਿ ਕੇ ਤੇ ਖਲੀਫਾ ਖਾਮਦ ਸ਼ਾਤਮੀਅਤ ਕਰਵਾ ਕੇ ਤੇ ਇੱਕ ਬਤਾ ਵੀ ਇੱਕ ਬੰਦਾ ਨਾ ਅਨਪੜ੍ਹ ਬੰਦਾ ਹੈ ਠੀਕ ਹੈ ਨਾ ਤੇ ਕਹਿ ਰਹੇ ਦੇਖੋ ਇਹਨੇ ਸ਼ਾਤਮੀਅਤ ਕੀਤੀ ਨਾ ਖਲੀਫਾ ਖਾਮਦ ਤੇ ਹੁਣ ਮੈਂ ਵੀ ਇਹ ਸੂਰ ਰੱਖਾਂਗਾ, ਕੋਈ ਮਨੂੰ ਕੱਢੇਗਾ ਤੇ ਮੈਂ ਇਮਾਮ ਗਾਇਬ ਨੂੰ ਕੱਢ।
ਅਗਰ ਤੁਹਾਡੇ ਅੰਦਰ ਆਪਣਾ ਨਾ ਸਾੜ ਹੈ ਵੇ ਜ਼ਹਿਰ ਹੈ ਵੇ ਤੁਸੀਂ ਜਿਹੜੇ ਆਰੇ ਲੱਗੇ ਹੋ ਸੋ ਬਿਸਮਿਲ੍ਲਾ ਲੱਗੇ ਰਹੋ ਠੀਕ ਹੈ ਲੇਕਿਨ ਜਿੱਥੇ ਤੁਸੀਂ ਗਲਤ ਕੰਮ ਕੀਤਾ ਉਹ ਮੰਨੋ ਕਿ ਤੁਸੀਂ ਗਲਤ ਕੰਮ ਕੀਤਾ ਤੁਸੀਂ ਆਪ ਮੇਰੇ WhatsApp ਦੇ ਅੰਦਰ ਆ ਕੇ ਕਿਹਾ ਕਿ ਜਿਹੜਾ ਸਾਰੇ ਕੰਮ ਕਰ ਬੈਠਿਆ ਦੇ ਉਹਨੂੰ ਮੈਂ ਕਹਿੰਦਾ ਸ਼ਰਮ ਆਣੀ ਚਾਹੀਦੀ ਇਨਸਾਨ ਨੂੰ ਇੰਨਾ ਅਰਸਾ ਨਾਲ ਚੱਲ ਕੇ ਤੇ ਕਹਿੰਦਾ ਐ ਵੇਖੋ ਉਹਦੇ ਚ ਜਿਹੜੀ ਤੂੰ ਬੜਾ ਬਾਰ-ਬਾਰ ਲਫ਼ਜ਼ ਮੈਂ ਕਿਹਾ ਨਸਰ ਬੱਟ ਦੀ ਮੌਤ ਹੈ ਕਿ ਕਿਸੇ ਦੀ ਸੁਣ ਲਵੇ ਮੌਤ ਉਸਲੇ ਦਾ ਠੀਕ ਹੈ ਨਾ ਅਗਰ ਤੇ ਇਹ ਆ ਕੇ ਮੇਰੇ WhatsApp ਤੇ ਗੱਲ ਨਾ ਕਰਦੇ ਠੀਕ ਹੈ ਮੈਨੂੰ ਅਫਸੋਸ ਹੋਇਆ ਕਿ ਇੱਕ 3 ਦਿਨ ਹੋ ਗਏ ਨੇ ਮਾਸ਼ਾਅੱਲਾ ਮਿਰਜ਼ਾ ਸਾਹਿਬ ਨੇ ਮਿਰਜ਼ਾ ਸਾਹਿਬ ਕਰਕੇ ਮੁਖਾਤਬ ਕਰਨੇ ਇਤਰਾਮ ਦੇ ਨਾਲ ਗੱਲ ਹੋ ਰਹੀ ਹੈ ਤੇ ਇਹ ਕਹਿ ਰਹੇ ਨੇ ਕਿ ਤੂੰ ਭੁੰਕਵਾਇਆ ਹੈ ਠੀਕ ਹੈ ਇੱਕ ਬੰਦੇ ਨੂੰ ਕੁੱਤਾ ਹੀ ਕਹਿ ਰਹੇ ਨੇ ਨਾ ਭੌਂਕਦਾ ਤਾਂ ਇਨਸਾਨ ਨਹੀਂ ਹੈ ਲੇਕਿਨ ਫਿਰ ਵੀ ਇਹ ਜਿਹੜੇ ਆਰੇ ਲੱਗੇ ਨੇ 24 ਮਿੰਟ ਲੱਗੇ ਰਹੇ ਉਹਨਾਂ ਨੂੰ ਉੱਥੇ ਫੋਟੋ ਟੰਗਦੇ ਨੇ ਠੀਕ ਹੈ ਮੈਂ ਫਿਰ ਵੀ ਕਹਿਣਾ ਹੁਣ ਅਗਰ ਫਾਈਟਰ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ ਔਰ ਇਹਨਾਂ ਦਾ ਇਹ ਬਿਲਕੁਲ ਇਹਦੇ ਖਿਲਾਫ ਨੇ ਇੱਥੇ ਮਾਈਕ ਤੇ ਕਿ ਬਈ ਫਾਈਟਰ ਗਲਤ ਕੰਮ ਕਰ ਰਿਹਾ ਕਦੀ ਵੀ ਨਹੀਂ ਕਹਿਣਗੇ ਇਹਨਾਂ ਦੀ ਮਰਜ਼ੀ ਨਾਲ ਉਹ ਕੰਮ ਹੁੰਦਾ ਜਿੱਥੇ ਮੈਂ ਜਾਣਦਾ ਇਹਨਾਂ ਨੂੰ ਅਹਿਮਦੀ ਵੀ ਗਲਤ ਕੰਮ ਕਰਦਾ ਉੱਥੇ ਡਾਇਰੈਕਟ ਬੋਲਦੇ ਨੇ ਕਿ ਬਈ ਤੂੰ ਗਲਤ ਕੰਮ ਕੀਤਾ ਮਿਰਜ਼ਾ ਸਾਹਿਬ ਸਹੀ ਸੀ ਗੱਲ ਦੇ ਉੱਤੇ ਮੇਰਾ ਹੁਣ ਅੱਧਾ ਮਿੰਟ ਰਹਿ ਗਿਆ ਮੈਂ ਖਾਲੀ ਉਹ ਵੀ ਇਹਨਾਂ ਨੂੰ ਦੇਣਾ ਅੱਛਾ ਜੀ ਕਰ ਲਓ ਜੀ ਮੈਂ ਖਾਲੀ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਕਿ ਅਗਰ ਫੋਟੋ ਲੱਗ ਰਹੀ ਹੈ ਉੱਥੇ ਕੁੱਤਾ ਜਾਂ ਬਿੱਲੀ ਬਣਾ ਕੇ ਉੱਥੇ ਲਾ ਰਹੇ ਨੇ ਕਹੋ ਕਿ ਇਹ ਗਲਤ ਕਰ ਰਿਹਾ ਫਾਈਟਰ ਅਸੀਂ ਇਹਦੀ ਮੁਜ਼ੰਮਤ ਕਰਦੇ ਹਾਂ ਔਰ ਇਹ ਸਾਡੀ ਜਮਾਤ ਦੀ ਤਾਲੀਮ ਨਹੀਂ ਜਾਂ ਮੰਨੋ ਕਿ ਤੁਸੀਂ ਮਿਰਜ਼ਾ ਸਾਹਿਬ ਦੀ ਤਾਲੀਮ ਦੇ ਬਰਕਸ ਚੱਲਣ ਦੀ ਜਿਹੜੀ ਉਹ ਗਰੁੱਪ ਟੈਕਸੀ ਗਰੁੱਪ ਠੀਕ ਹੋ ਗਿਆ ਤੁਹਾਡਾ ਟਾਈਮ ਪੂਰਾ ਹੋ ਗਿਆ ਮੇਰੀ ਗੱਲ ਜੀ ਹੁਣ ਇਹ ਗੱਲ ਆਮਰ ਵਜ਼ੀਰ ਨੂੰ ਜਾ ਕੇ ਮਨਵਾ ਕਿ ਉਹ ਜਿਹੜੀਆਂ ਹਰਕਤਾਂ ਕਰਦਾ ਫੋਟੋਆਂ ਲੈਣੀਆਂ ਵਾਲੀਆਂ ਉਹ ਟੈਕਸੀ ਗਰੁੱਪ ਚ ਹੁਣ ਤੂੰ ਵੀ ਹੈ ਤੇ ਆਮਰ ਵਜ਼ੀਰ ਵੀ ਹੈ ਉਹ ਸਲਾਮ ਜਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਸਾਨੂੰ ਦੇ ਦੇ ਹਾਂ ਜੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਤੋਂ ਇਹ ਸਾਬਤ ਸੀ ਕਿ ਇਸ ਤਰ੍ਹਾਂ ਦੇ ਕੰਮ ਉਹਨਾਂ ਨੇ ਨੌਜ਼ ਬਿਲਾ ਮਿਨ ਜ਼ਾਲਕ ਕੀਤੇ ਨੇ ਉਹ ਇਹਨਾਂ ਨੂੰ ਸਾਨੂੰ ਕਢਵਾ ਦੇ ਜਾਂ ਜਿਹੜੀਆਂ ਕਹਿੰਦਾ ਹੁੰਦਾ ਜਾਂ ਪਿੱਛੇ ਜਾ ਕੇ ਗਾਲਾਂ ਕਢਵਾਉਂਦਾ ਬਕਵਾਸ ਕਰਦਾ ਜਾਂ ਕਿਸੇ ਦੇ ਬਜ਼ੁਰਗਾਂ ਨੂੰ ਗਾਲਾਂ ਉਹ ਮੈਨੂੰ ਕਢਵਾ ਦੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਕਿਸੇ ਨੇ ਸਾਮਾ ਅਸਵਦਨ ਸੀ ਮੁਸਲਮਾਨ ਕਜ਼ਾਬ ਸੀ ਉਹਨਾਂ ਦੇ ਪੈਰੋਕਾਰ ਵੀ ਸਨ ਜਿਹੜਾ ਮੁਸਲਮਾਨ ਹੁੰਦੇ ਸਨ ਜਾਂ ਉਹਨਾਂ ਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਹਰਕਤ ਇਹ ਨੌਜ਼ ਬਿਲਾ ਮਿਨ ਜ਼ਾਲਕ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੋਵੇ ਉਹਨੂੰ ਕਹਿ ਲਿਆ ਦੇ ਸਾਨੂੰ ਘਰੋਂ ਤੁਰਿਆ ਕਰ ਦੂਸਰਾ ਜਿਹੜਾ ਇਹ ਬਿਆਨ ਅੱਗੇ ਵੀ ਕਈ ਵਾਰੀ ਕਹਿ ਚੁੱਕਿਆ ਸੀ ਕਈ ਵਾਰੀ ਕਿਹਾ ਇਹ ਆਮਰ ਵਜ਼ੀਰ ਵਾਸਤੇ ਹੈ ਜਿਸ ਤੁਹਾਡੇ ਦੀ ਜ਼ਬਾਨ ਕੰਟਰੋਲ ਵਿੱਚ ਆ ਗਈ ਨਾ ਤੇ ਉਸੇ ਦਿਨ ਇਹ ਕਮਰੇ ਬੰਦ ਹੋਣਗੇ ਇਹ ਜਿਹੜਾ ਬਦਮਾਸ਼ ਬਣੀ ਫਿਰਦਾ ਨਾ ਖੁੱਲਾ ਸਰਕਾਰੀ ਸਾਂਢ ਕੇ ਇਹਨੂੰ ਕਹਿਣ ਵਾਲਾ ਤੈਨੂੰ ਪੁੱਛਣ ਵਾਲਾ ਕੋਈ ਨਹੀਂ ਟਿਕਟਾਕ ਤੇ ਇਹ ਤੂੰ ਜਵਾਬ ਨੇ ਉਹਦੇ ਕਰਤੂਤਾਂ ਦੇ ਤੂੰ ਹੁਣ ਨਵਾਂ ਵਕੀਲ ਆ ਕੇ ਉਹਦੇ ਕੋਲ ਜਿਹੜੀਆਂ ਨਵੀਆਂ ਹੁਣ ਉਹਦੇ ਕੋਲ ਸਬਕ ਲੈਣ ਸ਼ੁਰੂ ਕਰ ਲਏ ਨੇ ਕਿ ਜੂਨ ਜਾ ਕੇ ਇਹ ਪੁੱਛੀ ਤੇ ਇਹ ਕਰੀ ਉਹਨੂੰ ਕਹਿ ਪਹਿਲ ਕਰ ਮੁਸਲਮਾਨ ਹੋਣ ਦਾ ਦਾਵਾ ਉਹਦਾ ਤੇ ਪੱਕਾ ਸੱਚਾ ਮੁਸਲਮਾਨ ਟਿਕਟਕੀ ਲਾਓ ਕਮਲ ਹੋਈ ਉਂਝ ਕਰ ਲੋ ਗੱਲ ਉਂਝ ਹੀ ਕਰ ਲੋ ਗੱਲ ਨਾ ਕਿਸੇ ਪਾਸੇ ਬੈਠ ਨਹੀਂ ਰਹੀ ਮੈਂ ਬੜਾ ਰਗੜੂੰਗਾ ਸਭ ਨੂੰ ਕੋਈ ਗੱਲ ਟਿਕਟਕੀ ਉਹ ਟਿਕਟਕੀ ਨਹੀਂ ਇਹਨਾਂ ਟਿਕਟਕੀ ਤੋਂ ਬਗੈਰ ਦਿਓ ਟਾਈਮ 313 ਬਰੀਨ ਸਾਹਿਬ ਨੂੰ ਇਹ ਨਾ ਕਿ ਮੈਨੂੰ ਟਾਈਮ ਨਹੀਂ ਮਿਲਿਆ ਲੇਕਿਨ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ ਮੈਂ ਜੋ ਲਾਣਾ ਚਾਹ ਰਿਹਾ ਸੀ ਨਾ ਸੁਣੋ ਤੇ ਬਜਨਾਬ ਲੱਗ ਰਹੀ ਹੈ ਸਰ ਨਹੀਂ ਨਾ ਕਿਸੇ ਪਾਸੇ ਲੱਗ ਰਹੀ ਮੈਂ ਜੋ ਲਾਣਾ ਚਾਹ ਰਿਹਾ ਸੀ 313 ਬਰੀਨ ਭਾਈ ਤੁਸੀਂ ਕੋਈ ਵੀ ਅਗਰ ਤੁਹਾਨੂੰ ਲੱਗਦਾ ਨਾ ਕਿ ਬਈ ਇਹ ਅਸੂਲ ਜਿਹੜਾ ਉਹ ਚੱਲਣਾ ਚਾਹੀਦਾ ਤੁਸੀਂ ਉਹਦੇ ਤੇ ਰੱਖ ਕੇ ਦੋਵਾਂ ਪਾਰਟੀਆਂ ਨੂੰ ਨਹੀਂ ਚਲਾ ਸਕਦੇ ਕਦੀ ਵੀ ਨਹੀਂ ਚਲਾ ਸਕਦੇ ਦੋਵੇਂ ਪਾਰਟੀਆਂ ਹੀ ਸੁਣ ਲਓ ਸਾਡੀ ਤਰਫੋਂ ਵੀ ਆਪਣੀ ਜਮਾਤ ਦੀ ਤਾਲੀਮਾਤ ਦੇ ਖਿਲਾਫ ਢੇਰ ਸਾਰੇ ਕੰਮ ਹੁੰਦੇ ਨੇ ਕੋਈ ਸ਼ੱਕ ਨਹੀਂ ਇਹਦੇ 'ਚ ਦੂਜੇ ਪਾਸੇ ਵੀ ਢੇਰ ਸਾਰੇ ਐਸੇ ਕੰਮ ਹੁੰਦੇ ਨੇ ਜਿਹੜੀ ਉਹਨਾਂ ਦੇ ਫਿਰਕੇ ਦੇ ਮੁਤਾਬਕ ਗੱਲ ਗਲਤ ਹੈ ਠੀਕ ਹੈ ਨਾ ਢੇਰ ਸਾਰੇ ਐਸੇ ਕੰਮ ਹੁੰਦੇ ਨੇ ਇਸ ਲਈ ਇਹ ਅਸੂਲ ਨਾ ਰੱਖੋ ਜਿਹੜਾ ਤੁਹਾਡੇ ਵੀ ਵਾਸਤੇ ਵੀ ਮੁਸ਼ਕਲ ਹੋਏ ਤੇ ਤੁਹਾਡੇ ਸਾਥ ਨਵੇਂ ਯਾਰਾਂ ਵਾਸਤੇ ਵੀ ਮੁਸ਼ਕਲ ਹੋਏ ਤੇ ਪੁਰਾਣਿਆਂ ਵਾਸਤੇ ਵੀ ਮੁਸ਼ਕਲ ਹੋਏ ਉਹ ਅਸੂਲ ਰੱਖੋ ਹੀ ਨਾ ਠੀਕ ਹੈ ਸਿੰਪਲ ਸਾਦਾ ਅਸੂਲ ਹੈ ਸੁਣ ਲਓ ਸਿੰਪਲ ਸਾਦਾ ਅਸੂਲ ਹੈ ਕਿ ਅਗਰ ਕੋਈ ਬੰਦਾ ਅਮਨ ਨਜ਼ੀਰ ਸਾਹਿਬ ਦੀ ਲਾਂਦਾ ਤਸਵੀਰ ਜਾਂ ਅਮਨ ਨਜ਼ੀਰ ਸਾਹਿਬ ਨਾਲ ਡਾਇਰੈਕਟ ਹੈ ਉਹਦੀ ਠੀਕ ਹੈ ਉਹ ਉਹਦਾ ਮਾਮਲਾ ਹੈ ਤੇ ਅਮਨ ਨਜ਼ੀਰ ਸਾਹਿਬ ਤੁਹਾਡਾ ਮੇਰਾ ਮਾਮਲਾ ਨਹੀਂ ਹੈ ਠੀਕ ਹੈ ਨਾ ਇਸ ਚੀਜ਼ ਨੂੰ ਤੁਸੀਂ ਫੜਦੇ ਨਹੀਂ ਪਏ ਤੁਹਾਨੂੰ ਗਲਤ ਪਟੜੀ ਤੇ ਚੜਾਇਆ ਜਾ ਰਿਹਾ ਤੇ ਮੈਨੂੰ ਜੋ ਲੱਗ ਰਿਹਾ ਆਉਣ ਵਾਲੇ ਟਾਈਮ ਦੇ ਉੱਤੇ ਤੁਸੀਂ ਚੜ ਜਾਣਾ ਇਹੀ ਗਲਤਫਹਿਮੀ ਅੱਜ ਤੋਂ ਪਹਿਲਾਂ ਕਈ ਬੰਦਿਆਂ ਨੂੰ ਹੋਈ ਹੈ ਤੇ ਅੱਜ ਉਹ ਬੋਲਣ ਜੋਗੇ ਨਹੀਂ ਰਹੀ ਕਿਤੇ ਵੀ ਠੀਕ ਹੈ ਉਹ ਅਮਨ ਨਜ਼ੀਰ ਕਹਿੰਦਾ ਤੇ ਉਹ ਬੋਲਦੇ ਨੇ ਅਮਨ ਨਜ਼ੀਰ ਕਹਿੰਦਾ ਤੇ ਉਹ ਕਿਤੇ ਚੜਦੇ ਨੇ ਅਮਨ ਨਜ਼ੀਰ ਕਹਿੰਦਾ ਤੇ ਉਹ ਕਿਤੇ ਜਾ ਕੇ ਤੇ ਕਿਸੇ ਬਰਾੜ ਦੇ ਉੱਤੇ ਪੈਰ ਰੱਖਦੇ ਨੇ ਵਰਨਾ ਉਹ ਕਿਸੇ ਪੈਰ ਨਹੀਂ ਰੱਖਦੇ ਤੇ ਤੁਹਾਨੂੰ ਵੀ ਉਸੇ ਪਟੜੀ ਤੇ ਚੜਾਇਆ ਜਾ ਰਿਹਾ ਅਗਰ ਤੁਸੀਂ ਆਜ਼ਾਦ ਰਹਿਣਾ ਚਾਹੁੰਦੇ ਹੋ ਠੀਕ ਹੈ ਤੇ ਇਸ ਪਟੜੀ ਤੇ ਨਾ ਚੜਿਓ ਮੈਂ ਇਹ ਗੱਲ ਬਿਲਾਲ ਹਨੀਫ ਨੂੰ ਵੀ ਇਹ ਗੱਲ ਕਹੀ ਸੀ ਕਿ ਅਗਰ ਤੂੰ ਆਜ਼ਾਦ ਰਹਿਣਾ ਚਾਹੁੰਦਾ ਤੇ ਇਸ ਪਟੜੀ ਤੇ ਨਾ ਚੜੀ
ਇਹ ਪਟਰੀ ਭੈੜੇ ਪਾਸੇ ਖੜਦੀ ਆ, ਇਹ ਬੰਦੇ ਨੂੰ ਮਾਰ ਚੜੀ ਸੁਕਾ ਛੱਡਦੀ ਬੰਦੇ ਨੂੰ। ਆ ਵੇਖ ਲਓ ਕਈ ਬੰਦੇ ਤੁਸੀਂ ਵੇਖ ਲਓ ਜਿਹੜੇ ਸੁੱਕ ਗਏ ਨੇ ਵਿੱਚੋਂ। ਆ ਪਹਿਲਾਂ ਯੂਸਫੀ ਹੁੰਦਾ ਸੀ, ਢੇਰ ਸਾਰੀਆਂ ਗੱਲਾਂ ਕਰਦਾ ਹੁੰਦਾ ਸੀ, ਜਾ ਕੇ ਇਲਮੀ ਬਹਿਸਾਂ ਕਰਦਾ ਸੀ, ਨਹੀਂ ਕਰ ਪਾ ਰਿਹਾ ਹੁਣ ਅੱਜ ਕੱਲ। ਕੀ ਹੈ ਅੰਦਰੋਂ ਸੁਕਾ ਛੜਿਆ ਉਹਨੇ ਉਸਤਾਦ ਨੇ। ਉਹਨੇ ਆਖਿਆ ਨਹੀਂ ਤੁਸੀਂ ਮੇਰੇ ਪਿੱਛੇ ਖਲੋਵੋ, ਜਿੱਥੇ ਮੈਂ ਜਾਵਾਂ ਉੱਥੇ ਜਾਓ, ਠੀਕ ਹੈ। ਆ ਬਰੇਲਵੀ ਸੀ, ਅਗਲੇ ਨੇ ਭਾਬੀ ਕਰ ਲਿਆ। ਅਬ ਮਲਕ ਕੈਸਰ ਬਰੇਲਵੀਆਂ ਨਾਲ ਤਾਂ ਤਲਕ ਸੀ, ਅਗਲੇ ਨੇ ਲਾ ਕੇ ਆਪਣੇ ਮਗਰ ਲਾ ਲਿਆ। ਅੱਜ ਉਹ ਕਿਤੇ ਗੱਲ ਕਰਨ ਜੋਗਾ ਨਹੀਂ ਰਿਹਾ। ਸਰ ਤੁਹਾਡੇ ਵਾਸਤੇ ਵੀ ਇਹੀ ਨਸੀਹਤ ਹੈ ਕਿ ਤੁਸੀਂ ਜਿਹੜੀ ਪਟੜੀ ਤੇ ਚੜਨ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਮੈਨੂੰ ਲੱਗ ਰਿਹਾ ਲਹਿਜਿਆਂ 'ਚ ਲੱਗ ਰਿਹਾ ਸੀ, ਇਹ ਪਟੜੀ ਤੁਹਾਨੂੰ ਕਿਸੇ ਦੇ ਪਿੱਛੇ ਲਾ ਦੇਗੀ, ਕੈਦ ਕਰ ਦੇਗੀ, ਅੰਦਰੋਂ ਸੁਕਾ ਦੇਗੀ। ਅੱਗੇ ਇੱਕ ਬੰਦਾ ਵਨ ਮੈਨ ਚੱਲੇਗਾ, ਤੁਸੀਂ ਸਾਰੇ ਉਹਦੇ ਪਿੱਛੇ ਬੈਠੇ ਰਹੋਗੇ ਹੱਥ ਬੰਨ ਕੇ। ਤੁਹਾਨੂੰ ਕੋਈ ਗੱਲ ਕਰਨ ਦਾ ਵਾਸਤੇ ਪਲੇਟਫਾਰਮ ਨਹੀਂ ਲੱਭੇਗਾ, ਕੋਈ ਗੱਲ ਕਰਨ ਦਾ ਤੁਹਾਨੂੰ, ਤੁਸੀਂ ਕਰਨ ਜਾਓਗੇ ਵੀ ਤੁਹਾਡੀ ਉਹ ਪ੍ਰੈਕਟਿਸ, ਤੁਹਾਡੀ ਉਹ ਜਿਹੜੀ ਚੀਜ਼ ਸੀ ਨਾ ਜਿਹੜੀ ਕਿ ਤੁਹਾਡੇ ਅੰਦਰ ਹੈ ਸੀ, ਉਹ ਮਰ ਮੁੱਕੀ ਗਈ ਹੋਏਗੀ। ਇਸ ਲਈ ਇਸ ਚੀਜ਼ ਨੂੰ ਗੌਰ ਨਾਲ ਸੋਚੋ, ਤੁਹਾਡੇ ਵਾਸਤੇ ਬਿਹਤਰ ਹੈ। ਮੈਂ ਨਹੀਂ ਆਂਦਾ ਪਿਆ, ਮੈਨੂੰ ਪਤਾ ਇਸ ਚੀਜ਼ ਦਾ, ਮੈਂ ਤਾਂ ਪਹਿਲਾਂ ਦੱਸਿਆ ਕਿ ਇਸ ਗੱਲ ਦਾ ਕਿਤੇ ਫਾਈਨਲ ਨਹੀਂ ਕਰ ਸਕਦੇ ਤੁਸੀਂ ਕਿ ਫੇਸਬੁੱਕ ਦਿੱਤੀ। ਉਹ ਨਾਸਰ ਬਾਟ ਸਾਹਿਬ ਬਿਲਕੁਲ ਠੀਕ ਨੇ, ਤੁਸੀਂ ਬਿਲਕੁਲ ਠੀਕ ਹੋ, ਨਾ ਤੁਸੀਂ ਚੋਰੀ ਕੀਤੀ ਹੈ ਨਾ ਤੁਹਾਨੂੰ ਨਾਸਰ ਬਾਟ ਸਾਹਿਬ ਨੇ ਦਿੱਤੀ ਹੈ। ਹੁਣ ਵਿੱਚ ਇੱਕ ਗਲਤੀ ਹੋਈ ਹੈ, ਉਹ ਨਾਸਰ ਬਾਟ ਸਾਹਿਬ ਕੋ ਹੋਈ ਹੈ, ਠੀਕ ਹੈ। ਉਹ ਇਹ ਹੋਈ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਹੈ ਇੱਕ ਚੀਜ਼ ਦਾ ਕਿ ਕਿਸੇ ਨੂੰ ਲਿੰਕ ਸ਼ੇਅਰ ਕਰੋ ਤੇ ਨਾਲ ਨਾਮ ਚਲਾ ਜਾਂਦਾ। ਇਸ ਚੀਜ਼ ਦਾ ਉਹਨਾਂ ਨੂੰ ਨਹੀਂ ਸੀ ਪਤਾ। ਹੈ ਤਾਂ ਬਿਲਕੁਲ ਠੀਕ ਨੇ ਕਿ ਮੈਂ ਤੁਹਾਨੂੰ ਨਹੀਂ ਦਿੱਤਾ, ਲੇਕਿਨ ਨਾਮ ਚਲਾ ਗਿਆ। ਤੁਸੀਂ ਜ਼ਾਹਰੀ ਗੱਲ ਹੈ, ਹਰ ਕੋਈ ਕਰਦਾ, ਮੈਂ ਵੀ ਕਰਨਾ, ਮੇਰੇ ਕੋਲ ਵੀ ਹੁੰਦਾ, ਮੈਂ ਵੀ ਕਰਨਾ ਸੀ। ਇਸ ਗੱਲ ਦਾ ਫਾਈਨਲ ਫੈਸਲਾ ਹੋ ਨਹੀਂ ਸਕਦਾ, ਤੁਸੀਂ ਦੋਵੇਂ ਠੀਕ ਹੋ। ਦੂਸਰੀ ਗੱਲ ਅਸੂਲ ਦੀ ਆ ਜਾਂਦੀ ਹੈ। ਅਸੂਲ ਇਹ ਵੇ ਕਿ ਆਮਨ ਨਜ਼ੀਰ ਸਾਹਿਬ ਦੀ ਤਸਵੀਰ ਕੋ ਟੰਗਦਾ, ਉਹਦੇ ਇੱਕ ਰੀਜ਼ਨ ਮੌਜੂਦ ਹੈ, ਠੀਕ ਹੈ। ਉਹਦੇ ਇੱਕ ਗਰੁੰਡ ਮੌਜੂਦ ਹੈ ਕਿ ਵੀ ਮੈਂ ਕਿਉਂ ਲਾਣਾ। ਉਹ ਗਰੁੰਡ ਅਗਰ ਤੁਹਾਡੇ ਕੋਲ ਮੌਜੂਦ ਹੈ ਵੇ, ਠੀਕ ਹੈ, ਤੇ ਤੁਸੀਂ ਲਾ ਸਕਦੇ ਹੋ, ਲੇਕਿਨ ਤੁਹਾਡੇ ਕੋਲ ਗਰੁੰਡ ਮੌਜੂਦ ਨਹੀਂ, ਠੀਕ ਹੈ। ਤੁਸੀਂ ਜਿਹੜੀ ਸੋਚ, ਜਿਹੜਾ ਜ਼ਿਹਨ, ਜਿਹੜੀ ਅਕਲ ਲੈ ਕੇ ਚੱਲ ਰਹੇ ਹੋ, ਉਹ ਤੁਹਾਡੇ ਇਸ ਸਵਾਲ ਦੇ ਬਿਲਕੁਲ ਬਰਅਕਸ ਹੈ, ਠੀਕ ਹੈ। ਉਹ ਤੁਹਾਡੇ ਨੇਚਰ, ਤੁਹਾਡੇ ਅਖਲਾਕ ਦੇ ਨਾਲ ਮੈਚ ਨਹੀਂ ਕਰਦੀ ਇਹ ਗੱਲ ਕਿ ਮੈਂ ਤੇਰੀਆਂ ਟੰਗਾਂਗਾ। ਅਸਦ ਭਾਈ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਇਹ ਤੁਹਾਡੇ ਨੇਚਰ ਦੇ ਖਿਲਾਫ ਗੱਲ, ਤੁਹਾਡੀ ਫਿਤਰਤ ਦੇ ਖਿਲਾਫ ਗੱਲ ਜਾ ਰਹੀ ਹੈ, ਤੁਹਾਡੇ ਅਖਲਾਕ ਦੇ ਖਿਲਾਫ ਗੱਲ ਜਾ ਰਹੀ ਹੈ। ਹੁਣ ਸੁਣ ਵੀ ਲਵਾਂ ਨਾ, ਜਵਾਬ ਜੀ ਬਿਸਮਿਲ੍ਲਾ। ਮੈਂ ਕਦੀ ਟੰਗੀ ਵੀ ਨਹੀਂ, ਨਾ ਟੰਗਣ ਦੇ ਹੱਕ ਦੇ ਅੰਦਰ ਸੇ, ਨਾ ਡਿਸਕਸ਼ਨ ਕਰਨ ਦੇ ਹੱਕ ਦੇ ਅੰਦਰ ਸਾਂ, ਠੀਕ ਹੈ। ਲੇਕਿਨ ਇਹਨਾਂ ਨੇ ਆ WhatsApp ਤੇ ਮੈਸੇਜ ਕੀਤਾ ਕਿ ਜਿਹੜੇ ਐਦਾਂ ਕੰਮ ਕਰ ਚੁੱਕੇ ਆ, ਫੋਟੋਆਂ ਵੀ ਦੇ। ਮੈਨੂੰ ਅਫਸੋਸ ਹੈ ਬਹੁਤ ਜ਼ਿਆਦਾ, ਠੀਕ ਹੈ। ਮੈਂ ਫਿਰ ਵੀ ਜਵਾਬ, ਮੈਂ ਤੁਸੀਂ ਤੁਹਾਨੂੰ ਖਾਸ ਕਰਨਾ ਕਿ ਮੈਂ ਜਵਾਬ ਨਹੀਂ ਦਿੱਤਾ, ਠੀਕ ਹੈ। ਇਹ ਆ ਕੇ ਮੌਸੂਫ ਮਾਈਕ ਦੇ ਉੱਤੇ ਆ ਕੇ ਕਿਸੇ ਅਹਿਮਦੀ ਬਰਾੜ ਦੇ ਉੱਤੇ, ਠੀਕ ਹੈ, ਉਹ ਮੇਰਾ ਸਭ ਤੋਂ ਪੁਰਾਣਾ ਦੋਸਤ ਉੱਥੇ ਆ ਕੇ ਕਹਿੰਦੇ ਤੂੰ ਮੇਰਾ ਉੱਥੇ ਹੁਣ ਚਲਾਏਗਾ, ਉਹ ਤੂੰ ਜਿੱਥੇ ਮੈਨੂੰ ਵੀ ਮਾਰ ਬਣਾਇਆ, ਅਹਿਮਦੀ ਵੀ ਬਣਾਏ ਨੇ, ਗੈਰ ਅਹਿਮਦੀ ਬਣਾਏ ਨੇ, ਸਾਰੇ ਕੱਢ ਕੇ ਗੈਰ ਅਹਿਮਦੀ ਬਣਾ ਸਾਰੇ, ਠੀਕ ਹੈ। ਮੈਂ ਕਿਹਾ ਮੈਂ ਤੁਹਾਡੀ ਗੱਲ ਤੇ ਹੁਣ ਵੀ ਮੇਰੇ ਪੜਦੇ ਜਿਹੜੇ ਨੇ ਉਹ ਹੈ ਨੇ, ਅਸਦ ਬੜਾ ਅੱਛਾ ਹੈ ਵੇ, ਤੇ ਠੀਕ ਹੈ। ਉਹ ਇਹਨਾਂ ਨੇ ਮਾਈਕ ਤੇ ਆ ਕੇ ਗੱਲ ਕੀਤੀ, ਆਪ ਆ ਕੇ ਇਹਨਾਂ ਨੇ ਸ਼ੁਰੂ ਕੀਤੀ ਹੈ ਸ਼ੈ। ਮੈਂ ਕਿਹਾ ਅਗਰ ਇਹ ਹੈ, ਠੀਕ ਹੈ, ਅਗਰ ਤੁਸੀਂ ਗੱਲ ਜਿਹੜੀ ਸਾਰੀ ਕੀਤੀ ਹੈ ਨਾ, ਸੁਣ ਤੁਸੀਂ ਹੁਣ ਜਨਾਬ ਗਲਤ ਕਰਨ ਕਰੋ ਤੁਸੀਂ ਆਪ ਹੀ ਆਖਿਆ ਕਿ ਅਗਰ ਜਿਸ ਅਸੂਲ ਦੇ ਤਹਿਤ ਇਹ ਲਾ ਰਹੇ ਨੇ, ਅਗਰ ਉਹ ਵਜ੍ਹਾ ਬਾਇਸ ਮੇਰੇ ਕੋਲ ਮੌਜੂਦ ਹੈ ਤੇ ਉਸ ਅਸੂਲ ਦੇ ਤਹਿਤ ਮੈਨੂੰ ਗੱਲ ਕਰਨ ਦਾ ਹੱਕ ਹੈ, ਤਾਂ ਅਸੀਂ ਇਹ ਕਰਨੇ ਆ। 365 ਦਿਨ ਅਸੀਂ ਸਵਾਲ ਹੀ ਕਰਾਂਗੇ ਜਿਸ ਅਸੂਲ ਦੇ ਤਹਿਤ ਤੁਸੀਂ ਲਾ ਰਹੇ ਹੋ, ਕਿ ਉਸ ਅਸੂਲ ਦੇ ਤਹਿਤ ਸਾਨੂੰ ਲਾਣ ਦੀ ਇਜਾਜ਼ਤ ਹੈ ਜਾਂ ਨਹੀਂ, ਤੁਸੀਂ ਵੇਖ ਲਓ। ਔਰ ਮੈਨੂੰ ਮੈਂ ਤਾਂ ਜਵਾਬ ਬਿਲਕੁਲ ਲੈ ਲਿਓ, ਬਿਲਕੁਲ ਜਵਾਬ ਲੈ ਲਿਓ। ਹਾਂ ਨਹੀਂ ਮੈਂ ਤੁਹਾਡੇ ਕੋਲ ਲੈਣਾ ਹੀ ਨਹੀਂ ਭਾਈ ਜਵਾਬ, ਸਰ ਅਸੂਲ ਦਾ ਜਵਾਬ ਲੈ ਲਿਓ ਨਾ। ਇਹ ਜਿਹੜਾ ਅਸੂਲ ਦਾ 313 ਭਾਈ ਅਸੂਲ ਦੀ ਗੱਲ ਕੀਤੀ ਜੇ, ਕਿਆ ਤੁਸੀਂ ਤੁਹਾਨੂੰ ਜਾਂ ਤੁਹਾਡੀ ਕਿਸੇ ਵੀ ਔਰਤ ਦੀ ਜਾਂ ਤੁਹਾਡੀ ਕਿਸੇ ਘਰ ਦੇ ਖਤੂਨ ਦੀ ਤਸਵੀਰ ਅੱਜ ਤੱਕ ਨਾਸਰ ਬਾਟ ਸਾਹਿਬ ਨੇ ਜਾਂ ਫਾਈਟਰ ਨੇ ਲਾਈ ਹੈ? ਨਹੀਂ ਨਾ ਲਾਈ, ਤੇ ਤੁਸੀਂ ਉਸ ਅਸੂਲ ਤੋਂ ਬਾਹਰ ਹੋ ਗਏ ਹੋ। ਨਹੀਂ ਲਾਈ, ਕਦੀ ਵੀ ਨਹੀਂ। ਤੁਸੀਂ ਉੱਥੇ ਨਹੀਂ ਆ ਸਕਦੇ ਜਿੱਥੇ ਜਿਹੜੀ ਸਟੇਜ ਦੇ ਉੱਤੇ ਆਮਨ ਨਜ਼ੀਰ ਸਾਹਿਬ ਨੇ ਆ ਕੇ ਕੰਮ ਕੀਤੇ ਨੇ ਨਾ। ਮੈਂ ਖੁਦਾ ਦੀ ਕਸਮ ਖਾ ਕੇ ਨਾ ਕਿ ਮੇਰੇ ਆਪਣੇ ਇਹਨਾਂ ਕੰਨਾਂ ਨੇ ਸੁਣਿਆ ਸੀ, AK ਸ਼ੇਖ ਦੀ ਬਰਾੜ ਸੀ, ਨਾਸਰ ਪਿੰਕ ਫੁੱਲ ਵਾਲੇ ਨੇ ਜਾ ਕੇ ਤੇ ਗੱਲ ਕੀਤੀ ਸੀ ਕਿ ਤੂੰ ਕਿਹੜੇ ਲਿਹਾਜ਼ ਨਾਲ ਔਰਤ ਦੀ ਤਸਵੀਰ ਲਾਈਏ। ਉਹਨੇ ਆਖਿਆ ਮੈਂ ਇਸਲਾਮੀ ਸ਼ਰੀਅਤ ਦੇ ਮੁਤਾਬਕ ਲਾਈਏ, ਅੱਗੇ ਇਹ ਸਿਰਫ ਟਿਕਟਾਕ ਸੀ ਤਾਂ ਲਾਈਏ, ਜੇ ਕਿਤੇ ਹਕੀਕਤ ਤੇ ਮੇਰੇ ਸਾਹਮਣੇ ਆ ਜਾਂਦੀ ਮੈਂ ਉਹਨੂੰ ਲੋਂਡੀ ਬਣਾਉਂਦਾ ਤੇ ਉਹਨੂੰ ਪੇਲਦਾ। ਇਹ ਅਲਫਾਜ਼ ਅਜੇ ਤੇ ਜੇ ਹਰਕਤ ਉਹਨਾਂ ਨੇ ਕੀਤੀ ਹੈ ਨਾ, ਉਹਨਾਂ ਨੇ ਪੂਰੀ ਦੀ ਪੂਰੀ ਇਸਲਾਮੀ ਸ਼ਰੀਅਤ ਦੇ ਮੁਤਾਬਕ ਕੀਤੀ ਹੈ, ਤੇ ਸਾਡਾ ਹੱਕ ਬਣਦਾ ਉਹਨਾਂ ਨੂੰ ਦੱਸਣਾ, ਠੀਕ ਹੈ। ਜਾਂ ਕਿਸੇ ਦਾ ਵੀ ਮੈਂ ਨਹੀਂ ਕੀਤੀ, ਮੈਂ ਨਹੀਂ ਲਾਈ, ਸੁਣ ਲਓ, ਮੈਂ ਨਹੀਂ ਲਾਈ, ਮੈਨੂੰ ਕੋਈ ਮਸਲਾ ਨਹੀਂ। ਲੇਕਿਨ ਕੋਈ ਬੰਦਾ ਜਜ਼ਬਾਤੀ ਵੀ ਹੁੰਦਾ, ਕਿਸੇ 'ਚ ਗੁੱਸਾ ਵੀ ਹੁੰਦਾ। ਜੇ ਫਾਈਟਰ ਹੈ ਉਹਨੂੰ ਜ਼ਿਆਦਾ ਗੁੱਸਾ ਲੱਗਾ, ਉਹਦਾ ਹੱਕ ਹੈ, ਠੀਕ ਹੈ, ਕਿ ਉਹ ਉਹਨਾਂ ਦੁੱਖ ਨੂੰ ਦੇ ਦੇ।
ਲੇਕਿਨ ਤੁਹਾਡਾ ਹੱਕ ਨਹੀਂ ਬਣਦਾ, ਕਿਉਂ ਕਿ ਤੁਸੀਂ ਇਸੇ ਕੰਮ ਦੇ ਨਾਲ ਸੋ ਕਿਸੇ ਟਾਈਮ 'ਚ ਜੇ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਲਿਆ ਕਿਸੇ ਕੰਮ ਦੇ ਨਾਲ ਮੈਂ ਪਹਿਲੇ ਦਿਨ ਤੋਂ ਮਜ਼ਮਤ ਕੀਤੀ ਹੈ, ਠੀਕ ਹੈ ਪਹਿਲੇ ਦਿਨ ਅਗਰ ਮਜ਼ਮਤ ਵੀ ਕੀਤੀ ਹੈ ਸੁਣ ਲਓ, ਚਲੋ ਇੰਨੇ ਦਿਨ ਨਹੀਂ ਸਮਝ ਆਈ 313 ਬਹਿਰੀਨ ਭਾਈ, ਅਗਰ ਮਜ਼ਮਤ ਵੀ ਕੀਤੀ ਹੈ ਸੁਣ ਲਓ ਜੀ ਅਗਰ ਤੁਸੀਂ ਮਜ਼ਮਤ ਵੀ ਕਰ ਲਈਏ ਕੋਈ ਮਸਲਾ ਨਹੀਂ, ਇਹ ਕੋਈ ਵੱਡੀ ਗੱਲ ਨਹੀਂ ਹੋਗੀ। ਮਜ਼ਮਤ ਕੀਤੀ ਤੁਸੀਂ ਆਪਣੇ ਆਪ ਨੂੰ ਸਾਈਡ ਤੇ ਕਰ ਸਕਦੇ ਹੋ, ਲੇਕਿਨ ਤੁਸੀਂ ਆਪਣੇ ਆਪ ਨੂੰ ਵਿੱਚ ਇਨਵੋਲਵ ਨਹੀਂ ਕਰ ਸਕਦੇ। ਇਹ ਮੈਂ ਕਹਿ ਰਿਹਾ ਤੁਹਾਡਾ ਆਮਨ ਨਜ਼ੀਰ ਤੇ ਨਾਸਿਰ ਬੱਟ ਦੇ ਮਾਮਲੇ ਦੇ ਵਿੱਚ ਨਹੀਂ ਇਨਵੋਲਵਮੈਂਟ ਹੋਣੀ ਚਾਹੀਦੀ। ਮੈਂ ਕਹਿ ਰਿਹਾ ਇਹਨਾਂ ਨੇ ਖੁਦ ਆ ਕੇ ਇਨਵੋਲਵ ਕੀਤਾ ਹੈ ਯਾਰ। ਹਾਂ ਅੱਛਾ ਉਹ ਸੁਣ ਲਓ, ਹਾਂ ਉਹੀ ਮਾਸੀਆਂ ਦੀ ਸੁਣ ਲਓ। ਮੈਸੇਜ ਜਿਹੜੇ ਨਾਸਿਰ ਬੱਟ ਸਾਹਿਬ ਨੇ ਕੀਤੇ ਨਾ, ਤੁਹਾਨੂੰ ਵੀ ਪਤਾ ਹੈ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਬੰਦਾ ਗੁੱਸੇ ਦੇ ਵਿੱਚ ਜਦੋਂ ਕਿਸੇ ਦੇ ਨਾਲ ਐਸੇ ਤਾਲੁਕਾਤ ਹੋਣ ਨਾ, ਜਾਂ ਮੇਰੇ ਨਾਲ ਯਕੀਨ ਮੰਨੋ, ਮੈਂ ਸ਼ੁਰੂ ਦੇ ਵਿੱਚ ਜਦੋਂ ਮੇਰੇ ਨਾਲ ਕਿਸੇ ਯਾਰ ਨੇ ਕੀਤੀ ਸੀ, ਤੁਹਾਨੂੰ ਮੈਂ ਹੁਣੇ ਸ਼ੁਰੂ ਤੋਂ ਸਤਾਈ ਵੀ ਸੀ ਗੱਲ ਉਹਦੀ, ਮੇਰੇ ਨਾਲ ਉਹਨੇ ਕੀਤੀ ਸੀ, ਮੇਰੇ ਕੋਲ ਗੁੱਸੇ ਦੇ ਵਿੱਚ ਉਹਨੂੰ ਗਾਲ ਵੀ ਨਿਕਲ ਗਈ, ਲੇਕਿਨ ਫਿਰ ਮੈਂ ਆਪਣੇ WhatsApp ਗਰੁੱਪਾਂ ਦੇ ਵਿੱਚ ਬੰਦਿਆਂ ਨੂੰ ਕਿਹਾ, ਮੈਂ ਕਿਹਾ ਯਾਰ ਨਹੀਂ ਯਾਰ ਮੇਰੇ ਕੋਲ ਗੁੱਸੇ 'ਚ ਗਾਲ ਨਿਕਲ ਰਹੀ ਹੈ, ਮੇਰਾ ਤਾਂ ਭਰਾ ਸੀ, ਠੀਕ ਹੈ, ਮੈਨੂੰ ਗਾਲ ਨਹੀਂ ਕਰਨੀ ਚਾਹੀਦੀ। ਕਹਿਣ ਦਾ ਮਕਸਦ ਇਹ ਹੈ ਕਿ ਗੁੱਸੇ ਦੇ ਵਿੱਚ ਕਈ ਵਾਰੀ ਐਸੇ ਅਲਫਾਜ਼ ਨਿਕਲ ਆਉਂਦੇ ਨੇ, ਠੀਕ ਹੈ, ਕਿ ਜਿਹੜੇ ਬੰਦੇ ਦੀ ਨੀਅਤ ਨਹੀਂ ਹੁੰਦੀ, ਗੁੱਸਾ ਚੜਿਆ ਖਲੋਂਦਾ ਕਿਉਂ ਬੰਦੇ ਦੀ ਨੀਅਤ ਨਹੀਂ ਹੁੰਦੀ। 313 ਬਹਿਰੀਨ ਭਾਈ, ਉਹ ਗੁੱਸੇ ਦੇ ਅਲਫਾਜ਼ ਹੁੰਦੇ ਨੇ, ਉਹਨਾਂ ਨੂੰ ਹਜ਼ਫ ਕਰਨਾ ਚਾਹੀਦਾ। 1122 1 ਮਿੰਟ ਫਾਈਟਰ 1 ਮਿੰਟ ਠੀਕ ਹੋ ਗਿਆ ਜੀ। ਇੱਕ ਗੱਲ ਦਾ ਬਾਰ-ਬਾਰ ਸ਼ੋਰ ਕੀਤਾ ਜਾ ਰਿਹਾ ਜੀ, ਭੱਟ ਸਾਹਿਬ ਨੇ ਕਿਹਾ ਉੱਥੇ ਦੋਸਤ, ਮੈਂ ਅੱਜ ਵੀ ਉਸੇ ਗੱਲ ਦਾ ਕਾਇਮ, ਜੇ ਬਣਾਣਾ ਨਾ ਇੱਕ ਗੱਲ ਦਾ ਮੈਂ ਛੋਟੀ ਜੀ ਗੱਲ ਕਹੀ ਸੀ, ਮੈਂ ਕਿਹਾ ਜੇ ਮੈਂ ਮੋਡੀਰੇਟਰ ਵਾਂ, ਅਮਰ ਨਜ਼ੀਰ ਨਜਫ ਜਾਂ ਉਸ ਪਾਰਟੀ ਨੂੰ ਮੈਂ ਮਾਈਕ ਤੇ ਰਹਿਣ ਦਵਾਂਗਾ, ਮੈਂ ਖੁਦ ਜਵਾਬ ਦੇਣਾ, ਮੈਂ ਕਦੇ ਵੀ ਨਹੀਂ ਖਲੋਣ ਦਾਂਗਾ। ਤੇ ਜੇ ਉਹ ਪਾਰਟੀ ਮੋਡੀਰੇਟਰ ਹੋਏਗੀ, ਉਹ ਮੈਨੂੰ ਮਾਈਕ ਤੇ ਖਲੋਣ ਦੇਗੀ, ਮੈਂ ਕਿਹਾ ਕਦੇ ਵੀ ਨਹੀਂ ਖਲੋਣ ਦੇਗੀ। ਮੈਂ ਕਿਹਾ ਬਿਲਕੁਲ ਖਲੋਣ ਦੇਗੀ, ਗਲਤ ਬਿਆਨ ਕਰ ਨਹੀਂ ਉਹ 313 ਬਹਿਰੀਨ ਭਾਈ ਮੇਰੀ ਗੱਲ ਸੁਣੋ, ਅਗਰ ਇਹ ਹੁਣ ਗੱਲ ਕਰਨ ਤੋਂ ਬਾਅਦ ਉਹਨਾਂ ਨੇ, ਕਿਉਂਕਿ ਨਾਸਿਰ ਬੱਟ ਸਾਹਿਬ ਦੀ ਗੱਲ ਨੂੰ ਝੂਠਿਆ ਪਾਣਾ ਹੈ ਨਾ, ਠੀਕ ਹੈ, ਮੈਂ ਯਕੀਨ ਮੰਨੋ ਅਜ਼ਮਾ ਚੁੱਕਿਆ, ਜਿਹੜੀ ਨਾਸਿਰ ਬੱਟ ਸਾਹਿਬ ਨੇ ਗੱਲ ਕੀਤੀ ਹੈ ਨਾ, ਐਸੀ ਬਰਾੜ ਸੀ, ਮੇਰੀ ਹੀ ਬਰਾੜ ਸੀ ਮੈਨੂੰ ਲੱਗਦਾ ਪਿਆ, ਜਾਂ ਪਤਾ ਨਹੀਂ ਕਿਤੇ ਮੈਂ ਮੋਡੀਏਟਰ ਸਾਂ ਉੱਥੇ ਸਨ, ਅਮਨ ਨਜ਼ੀਰ ਸਾਹਿਬ ਉੱਤੇ ਚੜੇ ਨੇ, ਗੱਲ ਕਰ ਰਹੇ ਨੇ ਬੜੇ ਸਕੂਨ ਮਾਹੌਲ ਨਾਲ, ਨਾਸਿਰ ਬੱਟ ਸਾਹਿਬ ਉੱਤੇ ਚੜੇ ਨੇ, ਨਾਲ ਹੀ ਅਮਨ ਨਜ਼ੀਰ ਸਾਹਿਬ ਉਹ ਆ ਗਈ ਚੱਲ ਗਈ ਫਲਾ ਜਾ ਕਰ ਦੇ ਟੀਮ ਕਰ ਦੇ ਸ਼ੋਰ ਮਚਾ ਮਤਲਬ ਕਿ ਵੇਖ ਕੇ ਇਹਨਾਂ ਦੋਨਾਂ ਦੀ ਆਪਸ 'ਚ ਜਿਸ ਤਰ੍ਹਾਂ ਸਾਰੀ ਉਮਰ। ਮੇਰੀ ਗੱਲ ਤੇ ਹੋਣ ਦੋ ਨਾ, ਕੰਪਲੀਟ ਹੋਣ ਦੋ ਨਾ ਜੀ। ਮੈਂ ਇਹਨੂੰ ਆਖਿਆ ਸੀ, ਮੈਂ ਕਿਹਾ ਤੇਰਾ ਵੇ ਕਿ ਤੂੰ ਅਸੀਂ ਟਿੰਡਾ ਲੜਾਉਂਦੇ ਰਹੀਏ ਹੈ, ਤੇ ਤੂੰ ਸਕੂਨ ਨਾਲ ਬੈਠਾ ਰਹੇ। ਕਿੰਨੀ ਗਲਤ ਗੱਲ ਹੈ, ਟਿੰਡਾ ਲੜਾਉਂਦੇ ਰਹੀਏ ਤੇ ਬੱਕਰੇ ਹਰ ਪੇਟਵਾਂ ਲੜਦੇ ਰਹੀਏ ਯਾਰ, ਕੁਛ ਨਹੀਂ ਇਹਦੇ 'ਚ ਕੋਈ ਬੜੀ ਗੱਲ ਤੇ ਨਾ ਹੈ। ਖੈਰ ਇਹ ਵੀ ਉਹਨਾਂ ਆਪਣੇ ਆਪ ਨੂੰ ਵੀ ਤੇ ਕਿਹਾ ਨਾ, ਹਰ ਗੱਲ ਤੇ ਨਾ ਆਪਣੇ ਆਪ ਨੂੰ ਵੀ ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਕੋਈ ਗਲਤ ਗੱਲ ਤੇ ਨਹੀਂ ਕੀਤੀ ਅਸਰ ਭਾਈ, ਇਹਦੇ 'ਚ ਤੁਸੀਂ ਮੰਨ ਜਾਓਗੇ ਉਹਨਾਂ ਕੋਲ ਹਰ ਗੱਲ ਵਿੱਚੋਂ ਨੁਕਸ ਕੱਢਣਾ ਹੈ ਉਹਨੇ। ਅਸਰ ਸਾਹਿਬ ਤੁਸੀਂ ਵਾਕਈ, ਮੈਂ ਤੁਹਾਨੂੰ ਦੱਸਣ ਡਿਆ ਨਾ, ਤੁਸੀਂ ਹਰ ਗੱਲ 'ਚ ਨੁਕਸ ਕੱਢਣ ਡਏ ਹੋ, ਤੁਸੀਂ ਬਿਲਕੁਲ ਕੰਧੋਂ ਪਾਰ ਜਾ ਕੇ ਡਿੱਗ ਪਏ ਹੋ, ਠੀਕ ਹੈ। ਹੁਣ ਤੁਹਾਨੂੰ ਇਧਰਲੀ ਹਰ ਛੋਟੀ ਗੱਲ, ਹੁਣ ਉਹਨਾਂ ਨੇ ਭੇਡੂ ਵਾਲੀ ਗੱਲ ਕੀਤੀ ਤੇ ਉਹਨੂੰ ਭੇਡ ਗਿਆ ਤੇ ਆਪਣੇ ਆਪ ਨੂੰ ਤੇ ਭੇਡ ਗਿਆ, ਠੀਕ ਹੈ। ਨਹੀਂ ਉਹਨਾਂ ਨੇ ਗਲਤ ਗੱਲ ਨਹੀਂ ਕੀਤੀ ਹੈ ਕਿ ਭਈ ਮੇਰੀ ਇਹ ਨਹੀਂ ਹੈ ਕਿ ਦੋਵੇਂ ਲੜਦੇ ਰਹਿਣ ਤੇ ਮੈਂ ਆਰਾਮ ਸਕੂਨ ਨਾਲ ਹਾਂ, ਇਹ ਗੱਲ ਇਤਰਾਜ਼ ਤੁਹਾਡਾ ਬਣਦਾ ਕਿ ਤੁਸੀਂ ਕਹੋ ਕਿ ਇਹ ਚੈੱਕ ਕਰ ਰਹੇ ਹੋ। ਅੱਛਾ, ਹੁਣ ਮੈਂ ਸਿਰਫ ਇਹ ਤੁਸੀਂ ਕਹਿ ਸਕਦੇ ਹੋ, ਇਹ ਤੁਹਾਡਾ ਹੱਕ ਬਣਦਾ। ਜਿਸਲੇ ਦੋ ਇੰਜ ਦੀਆਂ ਪਾਰਟੀਆਂ ਹੋਣ ਤੇ ਮਾਸ ਵਾਲੀ ਲੜਾਈ ਦਾ ਕੁਝ ਨਹੀਂ ਹੁੰਦਾ। ਮੈਨੂੰ ਆਖਿਆ ਜਿੰਨੂੰ ਇੱਕ ਪਾਸਾ ਰੱਖਣੀ ਉਹ ਰੱਖ ਲੈ, ਚਲਾ ਆਪਣਾ ਕੰਮ ਆਪਣਾ, ਮੈਨੂੰ ਤੇ ਇਤਰਾਜ਼ ਹੀ ਕੋਈ ਨਹੀਂ। ਤੂੰ ਬਹਿਣਾ ਉਹਦੇ ਨਾਲ, ਤੂੰ ਉਹਦੇ ਨਾਲ ਬਹਿ, ਤੂੰ ਜੋ ਕੁਝ ਕਰਨਾ ਤੂੰ ਕਰ, ਮੈਨੂੰ ਤਾਂ ਇਤਰਾਜ਼ ਕੋਈ ਨਹੀਂ ਹੈ। ਹਾਂ, ਫਿਰ ਇਹ ਇੱਥੇ ਦੇਖੋ ਨਾਸਿਰ ਸਾਹਿਬ ਕਿੰਨੀ ਸੋਹਣੀ ਗੱਲ ਕੀਤੀ ਨਾਸਿਰ ਬੱਟ ਸਾਹਿਬ ਨੇ। ਹਾਂ, ਨਾਸਿਰ ਬੱਟ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ। ਬਿਲਕੁਲ ਜਨਾਬ, ਅਗਰ ਤੁਸੀਂ ਹਾਂ ਸੁਣ ਤੇ ਲੋ, ਅਗਰ ਤੁਸੀਂ ਉਹਨਾਂ ਦੇ ਨਾਲ ਵੀ ਬਹਿਣਾ ਨਾ, ਜਵਾਬ ਤੇ ਦੇਣ ਦੋ, ਬਸ ਮੈਂ ਸਮਝ ਗਿਆ, ਮੈਂ ਸਮਝ ਗਿਆ। ਹੁਣ ਗੱਲ ਦਾ ਜਵਾਬ ਤੇ ਦੇਣ ਦੋ। ਇਹਨਾਂ ਨੇ ਕਿਹਾ ਜਨਾਬ ਅਹਿਮਦੀ ਮੋਡਰੇਟਰ ਰਿਮੂਵ ਕਰ, ਤਾਂ ਸਾਰੇ ਰਿਮੂਵ ਹੋ ਗਏ, ਪਹਿਲੀ ਕਸਰਤ ਵਾਲਾ ਬਾਕੀ ਹੈ, ਠੀਕ ਹੈ। ਕਿਉਂ ਕਮੈਂਟਾਂ ਦੇ ਅੰਦਰ ਕੋਈ ਅਗਰ ਤੁਹਾਡੇ ਅਸੀਂ ਮਾਊਦ ਨੂੰ ਗਾਲਾਂ ਵੀ ਕਰਦਾ ਹੈ ਭਾਈ ਵੀਡੀਓ ਪਲੇ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਪਲੇ ਕਰ ਲੈਣ ਦੋ, ਠੀਕ ਆਰਾਮ ਨਾਲ ਗੱਲ ਦਾ ਜਵਾਬ ਦੇ ਦਿਓ। 313 ਬਹਿਰੀਨ ਸਾਹਿਬ ਦੀ ਗੱਲ ਸੁਣ ਲਓ, ਗੱਲ ਕਰਕੇ ਫਿਰ ਉਹਨਾਂ ਦੀ ਵੀਡੀਓ ਸੁਣਾਂਗੇ। ਇੱਕ ਮਨੂ ਲਾਜ਼ਮ ਉੱਥੇ ਅਹਿਮਦੀ ਮੌਦ ਦੀ ਜ਼ਰੂਰਤ ਹੈ। ਕਿਉਂ? ਕਿਉਂਕਿ ਉੱਥੇ ਇਹੋ ਜਿਹੀ ਆਵਾਮ ਹੈ ਵੇ ਕਿ ਤੁਹਾਡੇ ਮਸੀਹ ਮੌਦ ਨੂੰ ਗਾਲਾਂ ਕੱਢੇ, ਬੜੇ ਖਲੀਫਤ ਖਾਮਿਸ ਨੂੰ ਗਾਲਾਂ ਕੱਢੇ, ਠੀਕ ਹੈ। ਮਨੂ ਉੱਥੇ ਕੋਈ ਅਹਿਮਦੀ ਮੌਦ ਚਾਹੀਦਾ। ਕਿਉਂ? ਮੈਂ ਖਾਲੀ ਮਜ਼ਮਤ ਕਰ ਸਕਣਾ, ਲੇਕਿਨ ਜਿਹੜਾ ਤੁਹਾਡੇ ਗੁਰਦੇ ਨੂੰ ਸੇਕ ਲੱਗਣਾ ਉਹ ਮੇਰੇ ਗੁਰਦੇ ਨੂੰ ਸੇਕ ਨਹੀਂ ਲੱਗੇਗਾ, ਠੀਕ ਹੈ। ਉੱਥੇ ਤਾਂ ਸੇ ਮਨੂ ਇੱਕ ਅਹਿਮਦੀ ਮੌਦ ਦੀ ਲਾਜ਼ਮ ਜ਼ਰੂਰਤ ਹੈ, ਔਰ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ। ਇਹਦੇ ਬਾਅਦ
ਇਹ ਨਹੀਂ ਆਣਾ ਚਾਹੁੰਦੇ 100 ਬਿਸਮਿਲ੍ਲਾ ਮੈਂ ਤਾਂ ਕਹਿੰਦਾ ਨਹੀਂ ਆ, ਜਿਹੜਾ ਅਹਿਮਦ ਆ ਕੇ ਗੱਲ ਕਰਨਾ ਚਾਹੁੰਦਾ 100 ਬਿਸਮਿਲ੍ਲਾ ਆ ਕੇ ਕਰੇ। ਮੈਨੂੰ ਪਹਿਲੇ ਦਿਨ ਤੋਂ ਪਤਾ ਹੈ ਗੱਲ ਨਹੀਂ ਕਰ ਸਕਦੇ ਜਾਂ ਨਹੀਂ ਬਹਿ ਸਕਦੇ ਨਾਲ ਆਪਸ ਵਿੱਚ, ਤੇ ਮੈਂ ਇਹਨਾਂ ਨੂੰ ਵੈਲਕਮ ਵੀ ਨਹੀਂ ਕੀਤਾ। ਇਹ ਜਿਸ ਮੈਂ ਤੇ ਇਹ ਜਿਹੜੇ ਕਮਰੇ ਅੰਦਰ ਬੈਠੇ ਨੇ ਉਹਨਾਂ ਦੀ ਫੋਟੋ ਲਾਣ ਟੰਗਨ, ਉਹ ਹੁਣ ਬੰਦਾ ਮੌਜੂਦ ਹੀ ਨਹੀਂ ਆਪਣੀ ਦਫਾ ਕਰਨ ਸੇ ਕਿ ਉਹਨੇ ਕਿਉਂ ਤੁਹਾਡੇ ਖਲੀਫਤ ਖਾਮਸ ਦੀ ਕਿਸੇ ਵਜ੍ਹਾ ਦੀ ਫੋਟੋ ਲਾਈ ਜਾਂ ਵਜ੍ਹਾ ਬਾਇਸ ਕੀ ਸੀ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ, ਲੇਕਿਨ ਮੁਲਜ਼ਮ ਜਿਹਦੇ ਤੇ ਇਲਜ਼ਾਮ ਹੈ ਉੱਥੇ ਮੌਜੂਦ ਹੈ। ਆਖਰੀ ਗੱਲ ਕਰਨਾ ਚਾਹਾਂਗਾ, ਕਮਰਾ ਖੋਲਿਆ ਮੈਂ, ਚਲੋ ਕੋਈ ਨਹੀਂ ਕਰ ਲਾਂ ਗੱਲ ਤੇ ਕਰ ਲਓ ਯਾਰ, ਗੱਲ ਤੇ ਪੂਰੀ ਕਰ ਲਾਂ ਦੋ, ਕੁਛ ਨਹੀਂ ਹੋ ਗਿਆ, ਗੱਲ ਤੇ ਪੂਰੀ ਕਰ ਲਾਂ ਦੋ। ਹਾਂ ਕਰੋ ਫਿਰ ਵੀ ਕਹਾਂਗਾ ਠੀਕ ਹੈ। ਮਨੋ ਖਾਲੀ ਅੱਧਾ ਮਿੰਟ ਹੋਰ ਚਾਹੀਦਾ। ਕਮਰਾ ਮੈਂ ਖੋਲੇ, ਮੋਸਟ ਵੈਲਕਮ ਸਾਰੇ ਹੈ। ਜਿਹੜਾ ਬੰਦਾ 2 ਮਿੰਟ ਸੁਣ ਕੇ 2 ਮਿੰਟ ਗੱਲ ਕਰ ਸਕਦਾ ਮੋਸਟ ਵੈਲਕਮ ਹੈ। ਤੁਹਾਡਾ ਕਾਬਰੀਨ ਦਾ ਹਯਾ ਕੀਤਾ ਜਾ ਰਿਹਾ, ਕੀਤਾ ਜਾਏਗਾ ਔਰ ਇਨਸ਼ਾਅੱਲਾਹ ਤਾਲਾ ਪੂਰੀ ਕੋਸ਼ਿਸ਼ ਵੀ ਹੋਏਗੀ। ਇਹਦੇ ਬਾਅਦ ਮਨੂੰ ਆਵਾਮ ਸੁਣਨ ਨਹੀਂ ਆਉਂਦੀ ਉੱਥੇ ਆਮਰ ਨਜ਼ੀਰ ਨੂੰ ਸੁਣਨ ਮੋਸਟ ਵੈਲਕਮ ਨੇ। ਉਹ ਜਿਸ ਤਰ੍ਹਾਂ ਮੈਨੇਜ ਕਰਨਾ ਚਾਹਣ ਕਮਰਾ ਮੈਨੇਜ ਕਰਨ, ਜਿੰਨੀ ਦੇਰ ਆਣਾ ਚਾਹਣ ਬੈਨ, ਜਿਹੜਾ ਬੰਦਾ ਉਹਨਾਂ ਦੇ ਨਾਲ ਗੁਫ਼ਤਗੂ ਕਰਨਾ ਚਾਹੁੰਦਾ 100 ਬਿਸਮਿਲ੍ਲਾ ਕੇ ਕਰੇ, ਨਹੀਂ ਕਰਨਾ ਚਾਹੁੰਦਾ ਕੰਧਾ ਤੇ ਬਹਿ ਕੇ ਜਿਸ ਤਰ੍ਹਾਂ ਸੁਣਦੇ ਨਾ ਆਰਾਮ ਸਕੂਨ ਨਾਲ ਸੁਣਨ। ਜਿਹੜੇ ਆ ਰਹੇ ਤੁਸੀਂ ਲੱਗੇ ਹੋ, ਅਸੀਂ ਉਸ ਸਾਈਡ ਤੇ ਨਹੀਂ ਆਉਂਦੇ, ਜਿਹੜੇ ਆ ਰਹੇ ਅਸੀਂ ਲੱਗੀਆਂ ਸਾਨੂੰ ਆਪਣੇ ਆ ਰਹੇ ਤੇ ਰਹਿਣ ਦਿਓ। ਹਾਂ ਇਹ ਗੱਲ ਤੁਹਾਡੀ ਬਿਲਕੁਲ ਠੀਕ ਨਾ ਕਰਦੇ ਪਰ ਇਹ ਕਾਬਲੇ ਕਬੂਲ ਹੈ ਤੁਹਾਡੀ ਗੱਲ ਹੈ ਕਿ ਤੁਸੀਂ ਆਪਣਾ ਕੰਮ ਕਰੋ, ਇਹ ਆਪਣਾ ਕੰਮ ਕਰਨ, ਇਹ ਕਾਬਲੇ ਕਬੂਲ ਗੱਲ ਹੈ ਕਿ ਜਿਸ ਬੰਦੇ ਨੂੰ ਜਿਹੜਾ ਬੰਦਾ ਆਪ ਹੀ ਹੱਸਦਾ ਹੁੰਦਾ ਸੀ, ਤੰਜ਼ ਕਰਦਾ ਹੁੰਦਾ ਸੀ, ਇਹਨਾਂ ਨਾਲ ਕਰਾਉਣ ਦਾ ਕੀ ਤਲਕ ਇਹਨਾਂ ਦਾ ਕੀ? ਉਹਨੂੰ ਕਿਹਾ ਕਿ ਭਾਈ ਤੈਨੂੰ ਐਡਾ ਸ਼ੌਕ ਹੁੰਦਾ ਨਾ, ਅੱਜ ਵੀ ਉਹੀ ਸਵਾਲ ਹੈ, ਅੱਜ ਤੱਕ ਉਹਦੇ ਤੇ ਬੋਲਦਾ ਨਹੀਂ ਹੈ ਤੇ ਉਹਦੇ ਨਾਲ ਕਿਸੇ ਨੇ ਕੀ ਗੱਲ ਕਰਨੀ ਹੈ? ਪਹੁੰਚ ਹੋ ਕੇ ਮਿਰਜ਼ਾ ਸਾਹਿਬ ਨੇ ਇਹ ਕਹਾ, ਭੌਂ ਕੇ ਮਿਰਜ਼ਾ ਸਾਹਿਬ ਨੇ ਇਹ ਕਹਾ। ਜਿਹੜੇ ਸਾਡੇ ਸਵਾਲ ਨੇ ਉਹ ਨਾਸਰ ਸਾਹਿਬ ਹੁਣ ਗੱਲ ਕੁੰਜੀ ਜਾ ਰਹੀ, ਹੁਣ ਫੈਲ ਜਾਣੀ ਗੱਲ ਤੁਹਾਡੀ ਇਸ ਗੱਲ ਨਹੀਂ ਫਲਾਣੀ ਨਹੀਂ, ਮੈਂ ਸਿਰਫ ਵਿੱਚ ਦੱਸਾਂ ਕਿ ਕਿਹੜੇ ਕੁੰਜੋ ਉਸ ਗੱਲ ਉਹਨੇ ਕੁੰਜ ਛੱਡੀ ਹੈ ਨਾ, ਉਹਨੇ ਗੱਲ ਕੁੰਜੀ ਉਹਦੇ ਵਾਲੇ ਪਾਸੇ ਚੱਲੋ। ਮੈਂ ਸਿਰਫ ਮੈਂ ਇੱਥੇ ਯਾਰ ਬੈਠਾ ਉਹ ਸੁਣਦਾ ਪਿਆ, ਜੀ ਉਹ ਵੀ ਸੁਣਦਾ ਪਿਆ। ਜੇ ਉਹਦੇ ਚ ਹਿੰਮਤ ਨਹੀਂ ਜਵਾਬ ਦੇਣ ਦੀ ਕਿਸੇ ਅਹਿਮਦੀ ਨਾਲ ਜਿਹੜੇ ਕੁਰਾਨ ਦੇ ਇਸ ਤੇ ਗੱਲ ਕਰੋ ਕੋ ਤੇ ਉੱਥੋਂ ਉਹ ਭੱਜ ਜਾਂਦਾ। ਜੀ ਨਹੀਂ, ਮਿਰਜ਼ਾ ਸਾਹਿਬ ਦਾ ਸਵਾਲ ਹੈ ਕਿ ਇਹਦੇ ਕੋਲ ਮੈਂ ਕਦੋਂ ਦਾ ਸਵਾਲ ਪੁੱਛੇ, ਉਹਨਾਂ ਦੇ ਜਵਾਬ ਦਿੰਦਾ ਕੋਈ ਨਹੀਂ ਤੇ ਅੱਗੂ ਸਾਨੂੰ ਲਾ ਦਿੰਦਾ ਸਵਾਲਾਂ ਦੇ ਪਿੱਛੇ ਕਿ ਤੁਸੀਂ ਜਵਾਬ ਦਿਓ। ਸਾਡੇ ਸਵਾਲਾਂ ਦਾ ਜਵਾਬ ਕਿੰਨੇ ਦੇਣੇ ਨੇ? ਮੈਂ ਕਹਿਣ ਡਿਆ ਕਿ ਇਸ ਗੱਲ ਦੇ ਉੱਤੇ ਇੱਕ ਮਿੰਟ ਸਿਰਫ ਹੈ, ਇੱਕ ਮਿੰਟ ਮੈਂ ਉਹਨਾਂ ਨੂੰ ਫਾਰਗ ਕਰ ਲਈ ਨਾ ਹੁਣ। ਮੈਂ ਵੀ ਜ਼ਿਆਦਾ ਨਹੀਂ, ਮੈਨੂੰ ਪਤਾ ਕਿ ਪਾਣੀ ਚ ਮਧਾਣੀ ਪਾਉਣ ਵਾਲੀ ਹੈ, ਥੱਲੇ ਸਾਰਾ ਜੀ ਚੀਕਾ ਮਾਰਦੇ ਰਹੋ। ਗੱਲ ਹੈ ਕਿ ਜਿਹੜੀ ਗੱਲ ਇਹਨੇ ਆਪ ਕਿਹਾ ਕਿ ਤੁਹਾਡੀ ਜਿਹੜੀ ਜ਼ੁਬਾਨ ਹੈ ਤੁਹਾਡੇ ਨਾਲ ਕੌਣ ਬੋਵੇ, ਇਸ ਤਰ੍ਹਾਂ ਦੇ ਅਲਫਾਜ਼ ਨੇ, ਮੇਰੇ ਰਿਕਾਰਡਿੰਗ ਵੀ ਹੈ। ਤੈਨੂੰ ਨਹੀਂ ਪਤਾ ਕਿ ਜ਼ੁਬਾਨ ਕਿਹੜੀ ਇਸਤੇਮਾਲ ਕਰਦਾ। ਦੂਸਰਾ ਉਹੀ ਜਿਹੜਾ ਸਵਾਲ ਪੁੱਛਿਆ ਨਾ, ਖੁਦਾ, ਇਹ ਕਹਿੰਦਾ ਸਾਡੇ ਖੁਦਾ ਸ਼ਨਾਸੀ ਚ ਸਾਡੇ ਚ ਫਰਕ ਹੈ। ਬੈਠਿਆ ਸੁਣਨ ਲੱਗਿਆ, ਲਾ ਦੇ ਵੀਡੀਓ ਇੱਕ ਕਿ ਇਹਨਾਂ ਨੇ ਮਰਜ਼ਈਆਂ ਤੇ ਸਾਡੀ ਖੁਦਾ ਸ਼ਨਾਸੀ ਚ ਕੀ ਫਰਕ ਹੈ ਕਿ ਨਹੀਂ। ਤੇ ਮੈਂ ਸਵਾਲ ਕੀਤਾ ਜਿਹੜਾ ਮਦਰਸਾ ਨੇ ਖੁਦਾ ਸ਼ਨਾਸੀ ਵਾਬੀਆਂ ਦੀ ਦੱਸੀ ਹੈ ਉਹਨੂੰ ਤਾਂ ਮੰਨਦਾ ਹੋਵੇਗਾ, ਸਾਰੀਆਂ ਵੀਡੀਓ ਪਾ ਦਿੰਦਾ ਇੰਜ। ਦੂਸਰਾ ਜਿਹੜਾ ਬੰਦਾ ਕਿਸੇ ਦੀ ਗੱਲ ਨੂੰ ਕੱਟ ਕੇ ਤੇ ਅੱਗੇ ਅੱਧੀ ਪਲੇ ਕਰੇ, ਉਸ ਬੰਦੇ ਦੇ ਨਾਲ ਬੰਦਾ ਗੱਲ ਕਰਨਾ ਪਸੰਦ ਕਰਦਾ ਕਿ ਜਿੱਦੇ ਚ ਅਹਿਮਦ ਰਜ਼ਾ ਦਾ ਨਾਮ ਕੱਟ ਕੇ। ਇਹ ਅਗਲਾ ਸੂਲ ਆ ਗਿਆ ਨਾ ਨਾਸਰ ਭੱਟ ਸਾਹਿਬ, ਇਹ ਅਗਲਾ ਸੂਲ ਆ ਗਿਆ, ਸੁਣ ਲਓ। ਇਹ ਹੁਣ ਅਗਲਾ ਸੂਲ ਆ ਗਿਆ ਨਾਸਰ ਭੱਟ ਸਾਹਿਬ, ਇਹ ਅਗਲਾ ਸੂਲ ਆ ਗਿਆ, ਸੁਣ ਲਓ ਇਹ ਅਗਲਾ ਸੂਲ ਆ ਗਿਆ। ਹੁਣ 313 ਬਹਿਰੀਨ ਸਾਹਿਬ ਤੁਸੀਂ ਫੇਰ ਵੀ ਆਖਰੀ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਸੁਣ ਲਓ ਇੱਕ ਮਿੰਟ। ਇਹ ਆਖਰੀ ਗੱਲ 313 ਬਹਿਰੀਨ ਸਾਹਿਬ, ਅਸਦ ਸਾਹਿਬ, ਤੁਸੀਂ ਆਖਰੀ ਜਿਹੜੀ ਗੱਲ ਕੀਤੀ ਹੈ ਉਹ ਕਾਬਲੇ ਕਬੂਲ ਹੈ, ਸਭ ਨੂੰ ਕਾਬਲੇ ਕਬੂਲ ਹੈ ਕਿ ਤੁਸੀਂ ਆਪਣਾ ਕੰਮ ਕਰੋ। ਮੈਂ ਇਲਮੀ ਬਰਾੜ ਲਾਣਾ, ਆਮਨ ਨਜ਼ੀਰ ਨੂੰ ਲੋਕੀ ਸੁਣਨਾ ਚਾਹੁੰਦੇ ਨੇ, ਉਹ ਮੇਰੇ ਕੋਲ ਆਉਂਦਾ, ਉਹ ਮੈਨੇਜ ਕਰੇਗਾ। ਮੈਂ ਉੱਥੇ ਜਿਹੜੀ ਤੁਸੀਂ ਉਸ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਉੱਥੇ ਸਰ ਤੁਹਾਡੇ ਕਾਬਰੀਨ ਨੂੰ ਗਾਲਾਂ ਪੈਂਦੀਆਂ ਨੇ, ਉਹ ਗੱਲ ਕੀਤੀ ਸੀ ਤੁਸੀਂ ਕਿ ਬਈ ਉੱਥੇ ਮੈਂ ਕਦੀ ਗਾਲ ਨਹੀਂ ਨਿਕਲਣ ਦਿੱਤੀ। ਸਰ ਤੁਹਾਡੀ ਵੀ ਮਿਹਰਬਾਨੀ ਹੈ, ਤੁਹਾਡਾ ਵੀ ਸ਼ੁਕਰੀਆ ਹੈ ਅਗਰ ਤੁਸੀਂ ਗਾਲ ਨਹੀਂ ਕਰਦੇ। ਠੀਕ ਹੈ, ਆਪਣੀ ਬਰਾੜ ਤੇ ਬਿਲਕੁਲ ਕਿਹਾ ਨਾ, ਜੀ ਦੱਸਿਆ ਬਿਲਕੁਲ ਆਪਣੀ ਬਰਾੜ ਤੇ ਗਾਲ ਕਰ ਸਕਦੇ ਨੇ, ਤੁਹਾਡੀ ਬਰਾੜ ਤੇ ਜ਼ਿਆਦਾ। ਸਰ ਇਹਦਾ ਤੁਹਾਨੂੰ ਸ਼ੁਕਰੀਆ, ਤੁਹਾਡੀ ਮਿਹਰਬਾਨੀ, ਠੀਕ ਹੈ, ਬਹੁਤ ਸ਼ੁਕਰੀਆ। ਇਹਦਾ ਕੱਲ ਨੂੰ ਸਾਡੇ ਵੱਲੋਂ ਸ਼ੁਕਰੀਆ ਲੈ ਕੇ ਜਾਓ। ਬਾਕੀ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਕਿ ਮੇਰੀ ਬਰਾੜ ਤੇ ਆਓਗੇ, ਤੁਹਾਡੇ ਅਕਾਬਰੀਨ ਦੀ ਅਕਾਬਰੀਨ ਤੱਕ ਗੱਲ ਜਾਂ ਅਕਾਬਰੀਨ ਦੀ ਬੇਰੂਮਤੀ ਜਾਂ ਉਹਨਾਂ ਨੂੰ ਗਾਲ ਨਹੀਂ ਨਿਕਲੇਗੀ, ਇਹ ਮੇਰੇ ਵੱਲੋਂ ਕਨਫਰਮ ਤੁਹਾਨੂੰ, ਠੀਕ ਹੈ ਨਾ। ਤੁਹਾਡੀ ਕੋਈ ਮਸਲਾ ਤੇ ਨਹੀਂ ਆਇਆ ਤੁਹਾਨੂੰ? ਨਹੀਂ ਠੀਕ ਹੋ ਗਿਆ, ਲੇਕਿਨ ਤੁਹਾਡੇ ਸਾਹਮਣੇ ਨਾਸਰ ਭੱਟ ਸਾਹਿਬ ਨੇ ਆਖੀ ਹੈ ਨਾ, ਗਲਤ ਗੱਲ ਕੀਤੀ ਹੈ ਨਾ। ਯਾਰ ਫਾਈਟਰ ਨੂੰ ਆਡੀਓ ਚਲਾਉਣ ਦਿਓ, ਬਸ ਠੀਕ ਹੋ ਗਿਆ। ਹੁਣ ਇੱਕ ਆਡੀਓ ਸੁਣ ਲਓ ਬਹਿਰੀਨ ਸਾਹਿਬ ਵਾਸਤੇ ਬਹਿਰੀਨ ਸਾਹਿਬ ਸੁਣ ਕੇ ਤੇ ਭੇਜ ਸਕਦੇ, ਰਿਮਾਰਕਸ ਦੇ ਲਿਓ ਤੁਸੀਂ, ਠੀਕ ਹੈ, ਰਿਮਾਰਕਸ ਵੀ ਦੇ ਲਿਓ, ਕੋਈ ਮਸਲਾ ਨਹੀਂ। ਕਿ ਤੁਹਾਡਾ ਹੀ ਭਰਾ ਹੈਗਾ ਜਿਹੜਾ ਦੱਸਿਆ ਹੋਇਆ ਹੈ ਅਮਨ ਨਜ਼ੀਰ ਤੇ ਐਜ਼ਰ ਆਡੀਓ ਸੁਣੋ। मैं गया हूँ, अबू बकर मीर भाई शायद उधर मौजूद नहीं थे।
मैं नीचे बैठा हूँ, उसने कॉल डाली, ऑटोमेटिकली पिक होगी, तो हमें नजीर साहब कहने आवाज करो, आवाज नहीं सही आ रही जनाब। ये सुनी है मलिक कैसर दी 1 करोड़ दफा सुनी है, इन्होंने पहले भी सुनाई है। और की है खुद इस आडियो के अंदर की नवी शायद कढ़नी है इन्होंने, मनो ये दसो। मैं दस देना 313 बरीन साहब, आडियो बड़ी जरूरी है मेरी सिर्फ ਇਹਦੇ ਉੱਤੇ ਤੁਸੀਂ ਰਿਮਾਰਕਸ ਦੇਣੇ ਹੋਏ ਠੀਕ ਹੈ, ਨਾ ਹੋਏ ਤੇ ਮੇਰੇ ਸੁਣ ਕੇ ਤੁਰ ਜਿਓ। ਫਾਈਟਰ ਸਾਹਿਬ ਸ਼ੁਰੂ ਤੋਂ ਆਡੀਓ ਸੁਣਾਓ ਤੇ ਆਵਾਜ਼ ਤੇਜ਼ ਕਰਕੇ ਸੁਣਾਓ, ਤੁਹਾਡੀ ਆਵਾਜ਼ ਬੜੀ ਸਲੋ ਹੈ। ਮੈਂ 1 ਮਿੰਟ ਜ਼ਰਾ ਮੈਂ ਤੇਰਾ ਆਡੀਓ ਬੜੀ ਜ਼ਰੂਰੀ ਹੈ। ਇਹ ਇਸੇ ਮੌਕੇ ਦੇ ਉੱਤੇ 313 ਬਰੀਨ ਸਾਹਿਬ ਇਹ ਤੁਹਾਡੇ ਵੀ ਫਾਇਦੇ ਚ ਜੇ ਸਾਡੇ ਵੀ ਫਾਇਦੇ ਚ ਜੀ ਆ ਰਹੀ ਹੈ। मैं नीचे बैठा हूँ, उसने कॉल डाली, ऑटोमेटिकली पिक होगी, तो हमें नजीर साहब कहने वो इन्हों कितने चुगली तो लाओ दिले नू। अबू बकर मीर भाई, हर बंदे की रिस्पेक्ट और इज्जत होती है। अगर मैं आगे कैसे भाई तेरी इतनी उम्र हो गई है, अब बाबा बन गए हो तुसी, तो हम जान छड़ दो टिकटॉक दी, क्यों लोगों को आपस में लड़ाइयां करवा रहे हो? हम आपस में बड़ी खुशी हंसी खुशी ये काम कर लेंगे। आपकी तो कैसे भाई अच्छी बात है ना, अच्छी बात है कि आप क्यों जाते हैं उनके पास, वजह हाँ यही बात है ना कि मैंने कल ये बात आपको उन्होंने रोका हुसैनी की विराट में ना जाए, आप जाते हैं। आपको उन्होंने रोका कि आप वो कलर की विराट में ना जाए, आप जाते हैं। फिर आपकी वजह से, अब मैं आज कहता हूँ, आपकी वजह से वहां पे गालम गलोच होती है, आपकी वजह से। बकर मीर भाई, उस बंदे के लिए ना आप मेरे साथ लड़े जिसका एक देने का भी इतमाद नहीं है। नहीं मैं नहीं लड़ रहा, मैं सिर्फ करके अपना रास्ता खत्म। आपकी मर्जी, आप मेरे साथ ना लड़े, आप पछताएंगे जिस तरह मैं आज पछता रहा हूँ। आप जिस दिन मैं पछताऊंगा इंशाल्लाह मैं आपके पास आके नहीं रहूंगा, मैं खुद अपना रास्ता अलग कर लूंगा, अपनी ब्रांड लगाऊंगा और खुद बैठूंगा, खुद काम करूंगा, अगर मेरे अंदर हिम्मत हुई तो। इतना भी नहीं ना आगे जाना चाहिए, फिर हमारी भी जुबान है, फिर हम कहेंगे हाँ भी तू कौन होना है, फिर वो अच्छा रहेगा। फिर मर्ज़ई वीडियो बनाएंगे, वो अच्छा रहेगा। ये सारा गंद जो डालते हो तुम खुद ही तो डालते हो आमिर नजीर साहब। फिर बाद कभी अस्कानी साहब के खिलाफ, कभी खलीफा वक्त के खिलाफ, कभी जनाब अली वड्डार के खिलाफ। किस बंदे को ब्लॉक नहीं किया हुआ, हर बंदे को ब्लॉक। मुसलमान, अल्लाह ऐसे मुसलमानों से बचाए। 98% इनमें खराबी है, यहाँ रात होगी। अगर आपको कोई खराबी नजर आती है तो आप अकेले बैठ के अपना जो मर्जी क्वाली करते रहो। किसी ने कहा है आपको कि मना किया, किसी ने मुंह पकड़ा? नहीं, वो कल की बात तो चलो हो गई, जो होनी थी वो तो मतलब समझे ना कि कल आपको ब्राड से उतार दिया, मतलब आज फिर वही, मतलब आज फिर आपको आज फिर ऐसी, आज तो कोई बात भी नहीं हुई। मैं अली को सिर्फ इतना कह रहा हूँ, मैंने कहा ये व्यक्ति है, जब दूसरी तीसरी दफा उसने मुझे कॉल डाली ना, तो मैंने अली से कहा ये बार बार मुझे उतार देते, तू मुझे बेशक ना ले कॉल पे। तब कहना शुरू कर दिया जाहिल है, यूं है, वो है, जाओ इधर से, मैं ऐसे मुसलमानों से तंग आ गया हूँ। भाई अब उस बंदे को नहीं पता तो वो कॉल पे ले रहे ना, हमें क्या जरूरत है? हम अपनी ब्रांड नहीं ऑन कर सकते? ये हमारा मुंह बंद टका टन चलता है। जिन्ने तुसी बैठे हो ना, तुसी सारे गंदे पता क्यों होए हो? तुसी अमर नजीर पीछे गंदे होए हो, तुसी जलील अमर नजीर पीछे होए हो। अब हम दूसरी ऑडियो चला सड़ी, एक ऑडियो फाइटर थोड़ा बंद कोई नहीं, कोई एक ही है बैरी है ना, एक ही है और बाबर चलो 300 फाइटर भाई ठीक है। फाइटर भाई म्यूट लाओ, फाइटर साहब म्यूट ला लो, फाइटर म्यूट ला लो। कमरा चल रहा है ਉੱਥੇ ਕੋਈ ਨਵੀਂ ਗੱਲ ਨਹੀਂ ਹੋ ਰਹੀ। ਹੁਣ ਮੇਰੀ ਗੱਲ ਸੁਣ ਲਓ, ਇਹਦੇ ਉੱਤੇ ਸੁਣ ਲਓ ਯਾਰ ਸਾਰੇ, ਇੱਕ ਮਿੰਟ ਚੁੱਪ ਤੇ ਕਰੋ। ਅਸਲ ਭਾਈ ਇੱਕ ਮਿੰਟ ਖੁਸ਼ ਹੋਇਓ, ਦਫਾ ਤੁਸੀਂ ਆਮਰ ਨਜ਼ੀਰ ਦਾ ਕਰਨ ਦੇ ਹੋ ਤੇ ਇਤਰਾਜ਼ ਤੁਸੀਂ ਜਿਹੜਾ ਨਾ WhatsApp ਤੇ ਕਰਨ ਦੇ ਹੋ ਤੇ ਫਾਈਟਰ ਉਹ ਨਹੀਂ ਇਮਰਾਨ ਅਮਰ ਭਾਈ 1122 ਭਾਈ ਇੱਕ ਮਿੰਟ ਹੁਣ ਨਵਾਂ ਕਟਾ ਖੋਲ ਲਓ, ਇੱਕ ਮਿੰਟ ਉਹ ਗੱਲ ਗਲਤ ਪਾਸੇ ਇਮਰਾਨ ਸਾਹਿਬ ਇੱਕ ਗੱਲ ਕਰ ਲੈਣ ਦਿਓ, ਮਿਹਰਬਾਨੀ ਹੈ ਇੱਕ ਗੱਲ ਕਰ ਲੈਣ ਦਿਓ। ਮੈਂ ਉਹ ਸੱਚੀ ਗੱਲ ਜਿਹੜੀ ਨਾ, ਉਹਨਾਂ ਨੇ ਜਿਹੜੀ ਗੱਲ ਮੈਂ ਉਹਨਾਂ ਨੂੰ ਸਮਝਾਣੀ ਸੀ ਨਾ, ਮੈਂ ਸਮਝਾ ਛੜੀ ਹੈ ਕਿ ਦੋ ਬੰਦਿਆਂ ਦੀ ਆਪਸ 'ਚ ਲੜਾਈ, ਉਹ ਦੋਨੋਂ ਦੁਸ਼ਮਣ ਨੇ। ਤੁਸੀਂ ਇੱਕ ਦੇ ਦੋਸਤ ਰਹੇ ਹੋ, ਠੀਕ ਹੈ, ਦੂਜੇ ਦੇ ਸ਼ਾਗਿਰਦ ਹੋ, ਤੁਹਾਡਾ ਕੰਮ ਨਹੀਂ ਬਣਦਾ ਆਪਸ 'ਚ ਉਹਨਾਂ ਦੀ ਲੜਾਈ 'ਚ ਹੁੰਦੇ। ਮੈਂ ਸਮਝੀਏ ਉਹਨਾਂ ਨੇ, ਮੈਂ ਆਪਣਾ ਕੰਮ ਕਰਾਂਗਾ, ਮੈਂ ਇਲਮੀ ਲਾਈਵ ਲਵਾਂਗਾ। ਮੈਂ ਜਿਹੜੀ ਲਾਈਵ 'ਚ ਇਹ ਜਿਹੜੀ ਵੀਡੀਓ ਚਲਾਉਣ ਦਾ ਮਕਸਦ ਸੀ ਨਾ, ਉਹ ਇਹ ਸੀ ਕਿ असद बहरीन साहब उसे पटरी ते रहो जिधर तुसी आए हो, ठीक है। अगर उधर चले गए सुन लो, गल तो सुन लो, हाँ मैं तुहानू मौका देंगा। जिथे ए लोग गए ने, जिन्हां दे अल्फाज हुणे तुसीं सुने ने, ठीक है,
ਬਲਾਲ ਹਨੀਫ ਦੀ ਜਗ੍ਹਾ ਤੇ, ਦੂਜਿਆਂ ਦੀ ਜਗ੍ਹਾ ਤੇ ਆਪਣੇ ਆਪ ਨੂੰ ਕੈਦ ਕਰਵਾ ਲਓਗੇ, ਠੀਕ ਹੈ, ਉੱਥੇ ਨਾ ਜਾਇਓ। ਇਹੀ ਨਸੀਹਤ ਮੈਂ ਬਲਾਲ ਹਨੀਫ ਨੂੰ ਵੀ ਕੀਤੀ ਸੀ ਕਿ ਰਹਿ ਆਜ਼ਾਦ, ਠੀਕ ਹੈ। ਬਲਾਲ ਹਨੀਫ ਨੇ ਅੱਜ ਤੱਕ ਗੱਲ ਨਹੀਂ ਸੀ ਕੱਢੀ। ਆਹ ਬੰਦੇ ਸਾਰੇ ਸੁਣਦੇ ਨੇ, ਇਮਰਾਨ ਕਾਲੂ ਸੁਣਦਾ ਪਿਆ। ਮੈਂ ਇਹਨਾਂ ਨੂੰ WhatsApp ਗਰੁੱਪਾਂ 'ਚ ਨਾ, ਮੈਂ ਨਾ ਬਲਾਲ ਹਨੀਫ ਨੂੰ ਨਾ ਕੋਲ ਬਿਠਾ ਕੇ ਡਿਬੇਟਾਂ ਕਰੋ, ਉਹਦੇ ਨਾਲ ਗੱਲਬਾਤ ਕਰੋ। ਉਹ ਬੰਦਾ ਅੱਛਾ ਗਾਲੀਬਾਲ ਨਹੀਂ ਦਿੰਦਾ। ਹੁਣ ਸਰ ਉਹ ਕਿਸੇ ਬਰਾੜ ਤੇ ਜਾਣ ਜੋਗਾ ਨਹੀਂ ਰਿਹਾ। ਕੋਈ ਬੰਦਾ ਉਹਦੇ ਨਾਲ ਗੱਲ ਨਹੀਂ ਕਰ ਸਕਦਾ। ਕਿਹਦੀ ਵਜ੍ਹਾ ਤੋਂ? ਇੱਕ ਬੰਦੇ ਦੀ ਵਜ੍ਹਾ ਤੋਂ। ਅੱਜ ਦੇ ਹੁਣੇ ਸਾਰੇ ਰੋਣਾ ਰੋੜੇ ਸਨ ਜਿਹਦੀ ਵਜ੍ਹਾ ਤੋਂ। ਉਹਨੇ ਆਪਣੇ ਆਪ ਨੂੰ ਉਹਦੇ ਕੈਦ ਕਰਵਾ ਲਿਆ। ਉਹ ਜਿਹੜੀ ਗੱਲ ਉਹ ਕਰਦਾ, ਜਿਹੜਾ ਰਵੱਈਆ ਉਹ ਤਿਆਰ ਕਰਦਾ, ਉਹੀ ਉਹ ਤਿਆਰ ਕਰਦਾ। ਤੁਸੀਂ ਹਾਂ, ਮੈਂ ਚਾਹ ਰਿਹਾ ਵਾਂ, ਮੈਂ ਸਿਰਫ ਆਖਰੀ ਅਲਫਾਜ਼ ਸੁਣ ਲਓ ਕਿ ਮੈਂ ਚਾਹਨਾ ਕਿ ਸਿਰਫ ਤੁਸੀਂ ਉਹ ਰਵੱਈਆ ਨਾ ਅਖਤਿਆਰ ਕਰਿਓ। ਜਿਹੜਾ ਰਵੱਈਆ ਤੁਹਾਡਾ ਹੈ ਨਾ, ਇਸੇ ਤਰ੍ਹਾਂ ਚੱਲਦਾ ਰਹੇਗਾ। ਮੈਂ ਗਰੰਟੀ ਦੇਣਾ ਕਿ ਤੁਸੀਂ ਇੱਕ ਦਿਨ ਆ ਕੇ ਨਾਸਰ ਭੱਟ ਸਾਹਿਬ ਦੇ ਨਾਲ ਬਹਿ ਕੇ ਫਿਰ ਦੁਬਾਰਾ ਗੱਲਾਂ ਕਰੋਗੇ, ਸਾਡੇ ਨਾਲ ਬਹਿਸ ਕਰੋਗੇ, ਸਵਾਲ ਲਿਆਓਗੇ, ਸਵਾਲ ਲਵੋਗੇ, ਲੇਕਿਨ ਰਵੱਈਆ ਉਹ ਅਖਤਿਆਰ ਨਾ ਕਰਿਓ ਜਿਹੜਾ ਬਲਾਲ ਨਹੀਂ ਇੰਸ਼ਾਅੱਲਾਹ। ਦੇਖੋ ਮੇਰੇ ਨਾਲ ਤੁਹਾਡਾ ਲਾਮਾ था उस टाइम ਤੇ ਬੰਦਾ, ਅਗਰ ਮੇਰੇ ਮੂੰਹ ਦੇ ਅੰਦਰੋਂ ਸਾਰੀ ਜ਼ਿੰਦਗੀ ਤੁਹਾਡੇ ਮਸੀਹ ਮੌਦ से ਖਲੀਫਤੁਲ ਮਸੀਹ ਅਵਲ ਤੋਂ ਲੈ ਕੇ ਤੁਹਾਡੇ ਖਲੀਫਤੁਲ ਖਾਮਸ ਜੈਸੇ ਕੋਈ ਗੰਦ ਨਿਕਲ ਗਿਆ, ਠੀਕ ਹੈ। ਇਤਰਾਜ਼ ਮੇਰੇ ਉੱਤੇ ਸਾਰੇ ਅਹਿਮਦੀ ਆ ਕੇ ਉਸ ਦਿਨ ਕਰਨ, ਠੀਕ ਹੈ। ਔਰ ਜਿਹੜੀ ਇਹਨਾਂ ਨੇ ਆਡੀਓ ਚਲਾਈ ਹੈ ਉਹ ਅੱਜ ਫਿਰ ਵਾਪਸ ਬੈਠੇ ਨੇ। ਅਸੀਂ ਇੱਕ ਖਾਲੀ ਗੈਰ ਅਹਿਮਦੀ, ਅਸੀਂ ਮੁਸਲਮਾਨ ਨਹੀਂ, ਅਹਿਮਦੀ ਵੀ ਕਰੋੜ ਦਫਾ ਲੜਦੇ ਨੇ, ਫਿਰ ਨਾਲ ਹੀ ਇਕੱਠੇ ਬਹਿੰਦੇ ਨੇ, ठीक है। ਇੱਥੇ ਅਸੀਂ ਕੋਈ ਫਰਿਸ਼ਤੇ ਨਹੀਂ ਆ। ਅਗਰ ਦੋ ਲੋग ਲੜੇ ਨੇ और फिर वापस भी आए ने और वापस बह के गल भी कर रहे ने, ते तो इतराज ही कोई नहीं। मिशन साडा एक ही है, खत्म नबूवत। तुसी इजराए नबूवत ते काम करो, असी खत्म नबूवत ते काम करांगे। हाँ, सब तो ज्यादा जिहदे कोल इस मौजू ते इल्म है वे साडे अंदरों वो आमर नज़ीर साहब ने। आवाम ਉਹਨਾਂ ਨੂੰ ਸੁਣਨਾ ਚਾਹੁੰਦੀ ਹੈ। ਸੋ ਬਿਸਮਿਲ੍ਲਾ ਆਨ ਬੈਠਣ। ਦਫਾ ਅਮਰ ਨਜ਼ੀਰ ਦਾ ਅਸਦ ਭਾਈ, ਦਫਾ ਤੁਸੀਂ ਅਮਰ ਨਜ਼ੀਰ ਦਾ ਕਰਦੇ ਹੋ, ਹਰਾਮ ਹੈ ਨਾ। ਇਹ ਹੈ ਤੁਹਾਡਾ ਮਾਰੇ ਕਿ ਬੰਦੇ ਇਹ ਤੇ ਉਹ ਤੁਸੀਂ ਹਿਸਾਬ ਕਰਦੇ ਹੋ ਕਿ ਯਜ਼ੀਦ ਦੇ ਵੀ ਸਾਥੀ ਹੋ ਤੇ ਗੱਲ ਹੁਸੈਨੀਅਤ ਦੀ ਕਰਦੇ ਹੋ। ਅਸੀਂ ਕਹਿੰਦੇ ਫਿਰ ਯਜ਼ੀਦ ਤੇ ਵੀ ਲਾਨਤ ਹੈ, ਯਜ਼ੀਦੀਅਤ ਤੇ ਵੀ ਲਾਨਤ ਹੈ, ਯਜ਼ੀਦ ਦੇ ਮਦਾਹਾਂ ਤੇ ਵੀ ਲਾਨਤ ਹੈ। ਹਾਂ ਤੇ ਲਾਨਤ ਪਾਓ ਨਾ, ਫਿਰ ਯਜ਼ੀਦ ਦੇ ਸਾਥੀ ਕਿਉਂ ਬਣਨ ਦੇ ਹੋ? ਮੈਂ ਕਹਿਣਾ ਯਜ਼ੀਦ ਦੇ ਮਦਾਹ ਬਣੇ, ਤੁਸੀਂ ਯਜ਼ੀਦ ਦੇ ਹਾਮੀ ਹੋ। ਕਹਿੰਦੇ ਯਜ਼ੀਦ ਬੜਾ ਚੰਗਾ, ਯਜ਼ੀਦ ਸਾਡਾ ਅਬੂ, ਯਜ਼ੀਦ ਨੂੰ ਅਬੂ ਬਣਾ ਕੇ, ਯਜ਼ੀਦ ਨੂੰ ਅਬੂ ਬਣਾ ਕੇ, ਯਜ਼ੀਦ ਤੁਹਾਡਾ ਪਿਓ ਹੈ ਤੇ ਯਜ਼ੀਦ ਨੂੰ ਅਬੂ ਬਣਾ ਕੇ ਤੇ ਹੁਣ ਹੁਸੈਨੀ ਵਾਲ ਡੇ ਹੋ। ਜੇ ਆਮਰ ਨਜ਼ੀਰ ਨੂੰ ਤੁਸੀਂ ਅਬੂ ਮੰਨ ਲਿਆ ਏ, ਇੱਕ ਮਿੰਟ ਅਲੀ ਅਕਬਰ ਭਾਈ, ਆਮਰ ਨਜ਼ੀਰ ਸਾਹਿਬ ਨੂੰ ਤੁਸੀਂ ਵਾਲਦ ਸਾਹਿਬ ਮੰਨ ਲਿਆ ਏ ਤਾਂ ਉਹਨਾਂ ਦਾ ਨਾਂ ਆਪਣੀ ਵਲਦੀਅਤ ਚ ਲਿਖਵਾ ਲਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਯਜ਼ੀਦ ਨੂੰ ਅਲੈਹਿਸਲਾਮ ਕਹਿੰਦੇ ਨੇ। ਤੁਹਾਨੂੰ ਇੱਕ ਮਿੰਟ 1 ਭਾਈ ਕੁਛ ਨਹੀਂ ਹੁੰਦਾ ਸਰ, ਮੇਰੀ ਗੱਲ ਉਹ ਯਜ਼ੀਦ ਨੂੰ ਅਲੈਹਿਸਲਾਮ ਕਹਿੰਦੇ ਨੇ। ਉਹ ਯਜ਼ੀਦ ਤੇ ਲਾਨਤ ਨਹੀਂ ਪਾਉਂਦੇ। ਉਹਨਾਂ ਦੀ ਇੱਥੇ ਹਮਾਇਤ ਕਰਨ ਡਿਆ ਕਿ ਸਾਡਾ ਖਤਮੇ ਨਬੂਵਤ ਦਾ ਜਿਹਦੇ ਕੋਲ ਇਲਮ ਹੈ ਨਾ ਉਹ ਆਮਰ ਨਜ਼ੀਰ ਹੈ, ਤੇ ਆਮਰ ਨਜ਼ੀਰ ਨੂੰ ਵਾਲਦ ਸਾਹਿਬ ਤੁਸੀਂ ਮੰਨ ਲਵੋ ਤੇ ਫਾਈਟਰ ਤੇ ਇਤਰਾਜ਼ ਕਰਨ ਦੇ। ਮੇਰੀ ਗੱਲ ਸੁਣ ਲਓ ਇਮਰਾਨ ਕਾਲੂ ਸਾਹਿਬ, ਅਗਰ ਸਾਰੀ ਗੱਲ ਖਤਮ ਹੋ ਗਈ ਨਾ, ਹੁਣ ਅਗਰ ਉਹੀ ਗਾਲ ਗਲੋਚ ਦੇ ਵਿੱਚ ਐਂਡ ਕਰਨਾ ਤੇ ਫਿਰ ਫਾਇਦਾ ਕੋਈ ਨਹੀਂ ਹੋਣਾ। ਨਹੀਂ ਗਾਲ ਗਲੋਚ ਨਹੀਂ, ਦੇਖੋ ਨਹੀਂ ਉਧਰ ਵਾਲ ਦੇ ਮੋਤਮ ਚ ਨਾਲ ਚਲੋ ਜੀ, ਮੈਂ ਵਾਲਦਾਲ ਨਹੀਂ ਜਾਂਦਾ। ਸੁਣੋ ਫਿਰ ਮੇਰੀ ਗੱਲ ਸੁਣੋ, ਫਿਰ ਫਾਇਦਾ ਨਹੀਂ ਹੋਏਗਾ। ਕੱਲ ਨੂੰ ਉਹ ਬੰਦਾ ਨਹੀਂ ਫਿਰ ਆਏਗਾ। ਇਹ ਹਿਸਾਬ ਲਾ ਲਿਓ, ਅਗਰ ਇਹੀ ਰਵੱਈਆ ਰੱਖੋਗੇ ਤੇ ਕੱਲ ਨੂੰ ਉਹ ਬੰਦਾ ਨਹੀਂ ਆਏਗਾ। ਚਲੋ ਸੁਣੋ, ਦੀ ਗੱਲ ਹੋ ਰਹੀ ਸੀ, ਹੋਰ ਪਾਸੇ ਨਾ ਖੜੀਏ। ਅਲੀ ਅਕਬਰ ਭਾਈ ਆਮਰ ਨਜ਼ੀਰ ਨੂੰ ਡਿਫੈਂਡ ਨਹੀਂ ਕਰ ਰਿਹਾ, ਇਹ ਵੀ ਸੁਣ ਲਓ। ਆਮਰ ਨਜ਼ੀਰ ਨੂੰ ਡਿਫੈਂਡ ਨਹੀਂ ਕਰ ਰਿਹਾ। ਸੁਣੋ, ਕਹਿੰਦਾ ਕਿ ਸਾਡੇ ਕੋਲ ਸਭ ਤੋਂ ਜ਼ਿਆਦਾ, ਅਲੀ ਅਕਬਰ ਭਾਈ ਇੱਕ ਮਿੰਟ, ਕਹਿੰਦਾ ਕਿ ਸਾਡੇ ਕੋਲ ਜਿਹਦੇ ਸਭ ਤੋਂ ਜ਼ਿਆਦਾ ਜਿਹੜਾ ਇਲਮ ਹੈ ਨਾ ਉਹ ਆਮਰ ਨਜ਼ੀਰ ਕੋਲ, ਤੇ ਹੋਰ ਦਫਾ ਕੀ ਕਰਨਾ ਹੁੰਦਾ? ਦਫਾ ਕਿਹਨੂੰ ਕਿਹਾ ਜਾਂਦਾ? ਸਾਰੇ ਮੇਰੀ ਗੱਲ ਸੁਣੋ, ਉਹਨਾਂ ਨੇ ਗੱਲ ਤੇ ਨਹੀਂ ਨਾ ਹੈ ਉਹਦੀ ਨਾ। ਜਿਹੜਾ ਬੰਦਾ ਸਭ ਤੋਂ ਵੱਡਾ ਗਾਲੀਬਾਜ਼ ਹੈ, ਜਿਹੜਾ ਸਭ ਤੋਂ ਜ਼ਿਆਦਾ ਗਾਲਾਂ ਕੱਢਦਾ ਏ, ਜਿਹੜਾ ਸਭ ਤੋਂ ਜ਼ਿਆਦਾ ਤੁਹੀਨ ਕਰਦਾ ਏ, ਉਹ ਕਹਿੰਦਾ ਸਾਡੇ ਕੋਲ ਉਹਦਾ ਇਲਮ ਜਿਹੜਾ ਨਾ ਸਭ ਤੋਂ ਵੱਧ ਏ, ਤੇ ਉਹ ਹਯ ਦਫਾ ਨਹੀਂ ਕਰਨ ਡਿਆ। ਸਰ ਉਹ ਮੇਰੇ ਕੋਲ ਦੋ ਚੀਜ਼ਾਂ ਨੇ, ਇਲਮ ਹੋਣਾ ਤੇ ਨਾਲ ਗਾਲੀਬਾਜ਼ ਹੋਣਾ। ਦੋ ਅਲੱਗ-ਅਲੱਗ ਮੌਜੂ ਹੋ ਗਏ ਨਾ, ਠੀਕ ਹੈ। ਅੱਛਾ ਜੀ, ਹਾਂ, ਉਹ ਇਲਮ ਤੇ ਹੈ ਉਹਦੇ ਕੋਲ, ਉਹ ਜਾਗਰ ਆਂਦਾ ਪਿਆ ਤੇ ਝੂਠ ਨਹੀਂ ਮਾਰਦਾ ਪਿਆ। ਫਿਰ ਇੰਜ ਕਹਿੰਦੇ ਕਿ ਯਜ਼ੀਦ ਨੂੰ ਹਕੂਮਤ ਕਰਨੀ ਬੜੀ ਹੁੰਦੀ ਸੀ, ਇਮਾਮ ਹੁਸੈਨ ਕੋਲ ਹਕੂਮਤ ਨਹੀਂ ਸੀ ਹੁੰਦੀ। ਚੱਲ ਹੋਰ ਬੰਨੇ ਚਲੀ ਗਈ ਫੇਰ ਕਿਵੇਂ ਹੋਰ ਪਾਸੇ ਚਲੀ ਜਾਣੀ ਹੈ। ਅਸਲ ਵਿੱਚ ਹੋਰ ਪਾਸੇ ਚਲੀ ਜਾਣੀ ਹੈ। ਇੱਕ ਸੈਕਿੰਡ ਕੱਲ ਨੂੰ ਸਭ ਗੱਲ ਬਣਿਆ ਹਮਾਇਤੀ ਯਜ਼ੀਦ ਤੇ ਗੱਲਾਂ ਹੁਸੈਨ ਇਹ ਹੋਰ ਪਾਸੇ ਚਲੀ ਜਾਣੀ ਹੈ। ਅਲੀ ਅਕਬਰ ਨੂੰ ਗੱਲ ਕਰ ਰਿਹਾ, ਅਲੀ ਅਕਬਰ ਸਾਹਿਬ ਜੀ, ਮੈਂ ਅਰਜ਼ ਕਰ ਰਿਹਾ ਹਾਂ ਕਿ ਮੈਂ ਹੁਣ ਦੇਖੋ ਅਹਿਮਦੀਆਂ, ਤੁਸੀਂ ਵੀ ਅਹਿਮਦੀ ਇਮਰਾਨ ਭਾਈ, ਮੈਂ ਕਹਿੰਦਾ ਜੀ ਇਮਰਾਨ ਸਾਹਿਬ ਕੋਲ ਕਿਸੇ ਹੋਰ ਪਾਸੇ ਨਹੀਂ ਜਾ। ਉਹ ਗੱਲ ਤੇ ਸੁਣ ਲਓ, ਮੈਂ ਅਗਰ ਕਹਾਂ ਕਿ ਇਮਰਾਨ ਕਾਲੋਂ ਕੋਲ ਜਨਾਬ ਜੀ ਇਲਮ ਬਹੁਤ ਜ਼ਿਆਦਾ ਹੈ, ਕਿਉਂਕਿ ਮੈਂ ਅਹਿਮਦੀ ਹੈਗਾ, ਆਪਣੇ ਅਹਿਮਦੀ ਬੰਦੇ ਦੀ ਸਾਈਡ ਲਾਂਗਾ। ਉਹ ਬੰਦਾ ਆਪਣੀ ਇੱਕ ਤਾਰੀਫ ਕਰਨ ਉਹਦੇ ਸਾਈਡ ਵਾਲੀ ਕੋਈ ਨਹੀਂ ਹੈਗੀ। ਯਾਦ ਯਕੀਨ, ਉਹ ਬੰਦਾ ਆਪਣੇ ਬੰਦੇ ਦੀ ਤਾਰੀਫ ਕਰੇ ਕਿ ਉਹਦੇ ਕੋਲ ਇਲਮ ਹੈਗਾ, ਉਹਨਾਂ ਦੇ ਮੁਤਾਬਕ ਉਹਦੇ ਕੋਲ ਇਲਮ ਹੈ, ਉਹ ਜਵਾਬ ਦਿੰਦਾ। ਉਹ ਵਾਕਿਓ ਕਿਤਾਬਾਂ ਨੂੰ ਪਤਾ ਮਸੀਹ ਲੈ ਪੜ੍ਹੀਆਂ ਨੇ ਉਹਨੇ, ਭਾਵੇਂ ਜਿੱਦਾਂ ਵੀ ਹਵਾਲੇ ਦਿੰਦਾ।
ਉਹ ਯਾਰ ਇੱਕ ਗੱਲ ਸਾਨੂੰ ਵੀ ਕਰ ਲੈਂਦੇ ਹੋ ਅਲੀ ਅਕਬਰ ਦੀ ਮੁੱਕ ਲੈਣ ਦਿਓ ਨਾ, ਅਲੀ ਅਕਬਰ ਦੀ ਮੁੱਕ ਲੈਣ ਦਿਓ, ਫਿਰ ਉਸ ਤੋਂ ਬਾਅਦ ਤੁਸੀਂ ਕਰ ਯਾਰ। ਉਹ ਪਹਿਲੂ ਨਹੀਂ ਉਹਨੂੰ ਦੁਨੀਆ ਸੁਣਦੀ ਸੀ ਯਾਰ, ਅਲੀ ਅਕਬਰ ਦੀ ਤੇ ਮੁੱਕ ਲੈਣ ਦਿਓ ਸਾਫੀ ਭਾਈ, ਅਲੀ ਅਕਬਰ ਦੀ ਮੁੱਕ ਲੈਣ ਦਿਓ ਨਾ ਗੱਲ। ਮੁੱਕਦੀਆਂ ਨਹੀਂ, 2 ਘੰਟੇ ਲੱਗੇ ਹੋਏ ਯਾਰ ਤੁਸੀਂ ਯਾਰ ਸਾਰੇ ਮੇਰੀ ਮੁੱਕ ਗਈ। ਕਰੋ ਸਾਫੀ ਸਾਹਿਬ, ਕਰੋ ਜੀ, ਕਰੋ ਸਾਫੀ ਸਾਹਿਬ, ਹੁਣ ਗੱਲ ਕਰੋ ਮਾਈਕ ਅਨਮਿਊਟ ਕਰਕੇ। ਤੇ ਮਿਊਟ ਲਾਇਆ ਯਾਰ ਮੈਨੂੰ। ਅੱਛਾ, ਮੈਂ ਕਹਿ ਰਿਹਾ ਕਿ ਪਹਿਲੂ ਉਹਨੂੰ ਕਿਤਾਬਾਂ ਦਾ ਇਲਮ ਨਹੀਂ ਸੀਗਾ, ਪਹਿਲੂ ਉਹਦੇ ਕੋਲ ਇਲਮ ਨਹੀਂ ਸੀਗਾ, ਪਹਿਲੂ ਉਹ ਖਤਮੇ ਨਬੂਵਤ ਦਾ ਨੰਬਰ 1 ਮੁਜਾਹਿਦ ਨਹੀਂ ਸੀਗਾ ਟਿਕਟਾਕ ਦੇ ਉੱਤੇ। ਜਦੋਂ ਇਹ ਬੰਦਾ ਜਿਹੜਾ ਬਹਿਰੀਨ ਹੈ, ਜਿਹੜਾ ਇਸ ਟਾਈਮ ਕੂਫੀਆ ਦੀ ਤਰ੍ਹਾਂ ਆਪਣੀ ਉਹਦੀਆਂ ਗੱਲਾਂ ਤੋਂ ਨਜ਼ਰ ਆ ਰਿਹਾ ਕਿ ਕੂਫੀ ਬਣ ਰਿਹਾ ਹੈ ਬੰਦਾ, ਕਿ ਪਹਿਲੂ ਇੱਧਰ ਬਹਿ ਕੇ WhatsApp ਕੋਲ ਬਹਿ ਕੇ ਇਹ ਬੰਦਾ ਉਹਨੂੰ ਜਾ ਕੇ ਜ਼ਲੀਲ ਕਰਦਾ ਹੁੰਦਾ ਸੀ, ਉਹਦੀ ਲਾਈਫ ਦੇ ਉੱਤੇ ਜਾ ਕੇ ਉਹਨੂੰ ਉਲਟੇ ਸਿੱਧੇ ਸਵਾਲ ਕਰਦਾ ਸੀ। ਉਸ ਟਾਈਮ ਨਹੀਂ ਉਹਨੂੰ ਪਤਾ ਸੀਗਾ ਕਿ ਖਤਮੇ ਨਬੂਵਤ ਦਾ ਅੱਛਾ ਕੰਮ ਕਰ ਰਿਹਾ ਹੈ। ਉਹਨੂੰ ਉਲਟੀਆਂ ਸਿੱਧੇ ਸਵਾਲ ਕਰਦਾ ਸੀ, ਉਹਨੂੰ ਜਾ ਕੇ ਸਾਬਤ ਕੀਤਾ ਇਸ ਬੰਦੇ ਨੇ ਉਹਨੂੰ ਜਾ ਕੇ ਕਿ ਉਹ ਲੂਤੀ ਹੈਗਾ। ਅਸੀਂ ਕਿਹਾ ਸੀ ਉਹਨੂੰ ਤੂੰ ਜਾ ਕੇ ਸਾਬਤ ਕਰ। ਤੇ ਹੁਣ ਜਦੋਂ ਤੂੰ ਉਹਨਾਂ ਕੋਲ ਬਹਿ ਗਿਆ ਜਾ ਕੇ, ਤੈਨੂੰ WhatsApp ਨੇ ਕਹਿਤਾ ਯਾਰ ਮੇਰੇ ਨੂੰ ਤੂੰ ਯਾਰ ਇੱਕ ਮਿੰਟ WhatsApp ਤੂੰ ਆਜ਼ਾਦ, WhatsApp ਨੇ ਕਿਹਾ ਤੂੰ ਆਜ਼ਾਦ ਹੈ ਯਾਰ, ਤੈਨੂੰ ਪਤਾ ਹੈ ਕਿ 2 ਫਰੀਕ ਅਸੀਂ ਇਕੱਠੇ ਨਹੀਂ ਬਹਿ ਸਕਦੇ। ਪਹਿਲਾਂ ਇਹ ਬਲੈਕਮੇਲ ਕਰਦਾ ਰਿਹਾ ਕਿ ਆਓ ਆਓ ਆਓ, WhatsApp ਨੇ ਕਿਹਾ ਤੇਰਾ ਦਿਮਾਗ ਸੈਫੀ ਇੱਕ ਮਿੰਟ ਆਮਰ ਦਾ ਪੇਜ ਵੀ ਲੈਂਦਾ ਪਿਆ ਫਤਾਵਾ ਰਿਜ਼ੀਆ ਚ ਕਿ ਆਮਰ ਨਜ਼ੀਰ ਵਲਦੋ ਜ਼ਨਾ ਹੈ। ਅੱਛਾ, ਹੁਣ ਉਹ WhatsApp ਨੂੰ ਕਹਿ ਤੱਕ ਤੇਰੀ ਯਾਰ ਖੁੱਲੀ ਛੁੱਟੀ ਹੈ, ਤੂੰ ਜੋ ਮਰਜ਼ੀ ਕਰ ਯਾਰ, ਮੈਂ ਨਹੀਂ ਆਣਾ ਯਾਰ, ਮੇਰਾ ਮਾਮਲਾ ਨਹੀਂ ਹੈਗਾ। ਉਹ ਇਹਨਾਂ ਨੂੰ ਬਲੈਕਮੇਲ ਕਰਨ ਲੱਗ ਗਿਆ ਯਾਰ, ਸਾਨੂੰ ਇਹ ਨਹੀਂ ਨਜ਼ਰ ਆ ਰਿਹਾ। ਤੇ ਅਸੀਂ ਉਸ ਟਾਈਮ ਵੀ ਤਾਂ ਉਹਦੇ ਕੋਲ ਇਲਮ ਸੀਗਾ ਨਾ, ਉਸ ਟਾਈਮ ਕਿਉਂ ਜਾ ਕੇ ਉਹਨੂੰ ਗੰਦਾ ਕਰਦਾ ਸੀ ਆਮਰ ਨਜ਼ੀਰ ਨੂੰ ਜਾ ਕੇ? ਇਹ ਤਾਂ ਮੈਨੂੰ ਜਵਾਬ ਦਿਓ ਭਰਾ। ਸਿੱਧੀ ਗੱਲ ਹੈ, ਚਲੋ ਬਹਰਹਾਲ ਇਹ ਗੱਲ ਉਹਦੇ ਨਾਲ ਕੀਤੀ ਤੇ ਹੈ ਨਾ, ਸਾਰੀ ਗੱਲ ਹੈ। ਜਿਹੜੇ ਅਸੂਲ ਤੇ ਗੱਲ ਕਰਨ ਡਿਆ ਨਾ 1122 ਬਾਈ ਗੱਲ ਸੁਣੋ, ਉਹ ਇਤਰਾਜ਼ ਕਰਨ ਡਿਆ ਫਾਈਟਰ ਤੇ, ਔਰ ਫਾਈਟਰ ਨੂੰ ਕਹਿਣ ਡਿਆ ਕਿ ਫਾਈਟਰ ਜਿਹੜਾ ਨਾ ਉਹ ਕੰਮ ਨਹੀਂ ਸਹੀ ਕਰਨ ਡਿਆ, ਮਿਰਜ਼ਾ ਸਾਹਿਬ ਦੀ ਤਾਲੀਮ ਦੇ ਮੁਤਾਬਕ ਨਹੀਂ ਚੱਲ ਰਿਹਾ। WhatsApp ਇਹਨੂੰ ਬੁਰਾ ਕਹੋ। ਅੱਛਾ, ਤੇ ਜਿਹਦੀ ਵਜ੍ਹਾ ਤੋਂ ਉਹ ਕੰਮ ਕਰਨ ਡਿਆ ਉਹਨੂੰ ਕਹਿੰਦਾ ਉਹ ਬੜਾ ਚੰਗਾ, ਉਹਦੇ ਕੋਲ ਬੜਾ ਇਲਮ ਹੈ। ਇਹ ਗੱਲ ਨਹੀਂ ਤੁਹਾਨੂੰ ਸਮਝ ਆਉਣ ਡਈ। ਹੋਰ ਦਫਾ ਕੀ ਹੁੰਦਾ ਕਿ ਇੱਕ ਪਾਸੇ ਕਹਿਣ ਡਿਆ ਫਾਈਟਰ ਨੂੰ ਕਿ ਇਹ ਗਲਤ ਕਰਨ ਡਿਆ, ਫਾਈਟਰ ਨੂੰ ਗਲਤ ਕਹੋ WhatsApp ਨਾਲ ਉਹਦੇ ਆਮਨ ਇਸ ਮਾਮਲੇ ਦੇ ਵਿੱਚ ਇਹ ਕਹਿਣ ਡਿਆ ਹੁੰਦਾ ਕਿ ਉਹ ਇਸ ਮਾਮਲੇ 'ਚ ਸਿਰਫ ਗੱਲ ਕਰ ਰਿਹਾ। ਗੱਲ ਤੇ ਪੂਰੀ ਹੋ ਲੈਂਦੇ ਕਿ ਮੈਂ ਚੁੱਪ ਕਰ ਜਾ ਫਿਰ। ਅੱਛਾ ਜੀ, ਸੌਰੀ, ਗੱਲ ਤੇ ਪੂਰੀ ਹੋਣ ਦੇ ਕੀ ਹੋ ਗਿਆ? ਉਹਨੂੰ ਤੂੰ 2-2 ਮਿੰਟ ਲਾਣ ਡਿਆ ਇੱਥੇ, ਤੇ ਜੇ ਮੈਂ ਗੱਲ ਕਰਨਾ ਤੇ ਵਿੱਚ ਬੋਲਣ ਪੈਣਾ ਵਾ। ਉਹਨੂੰ ਸੱਦਿਆ ਹੀ ਇਸੇ ਲਈ ਸੀ ਗੱਲ ਕਰਨਾ। ਹਾਂ ਤੇ ਸੱਦਿਆ ਸੀ ਤਾਂ ਠੀਕ ਹੈ ਨਾ, ਕੀ ਕੀਤਾ ਹੋ ਗੁਲਾਮ? ਨਹੀਂ, ਮੈਂ ਅਸਲ 'ਚ ਗੱਲ ਉਹਦੇ ਕੰਨੀ ਪਾਣੀ ਸੀ, ਜਿਹੜੀ ਮੈਂ ਗੱਲ ਅਸੀਂ ਪਾ ਦਿੰਦੇ ਆ ਨਾ, ਮੈਨੂੰ ਵੀ ਪਾ ਲੈਂਦੇ ਜਿਹੜੀ ਕੰਨੀ ਪਾਣੀ ਹੈ। ਮੈਂ ਜਿਹੜੀ ਪਾਣ ਲੱਗਾ ਨਾ ਉਹ ਮੈਨੂੰ ਹੀ ਪਾਣ ਦੇਣਾ ਕੰਨੀ ਕਿ ਨਹੀਂ, ਕੰਨੀ ਕਰ ਲੈ ਤੂੰ ਆਪਣਾ ਤੇ ਮਿਊਟ ਕਰ ਲੈ ਹੁਣ ਤੂੰ। ਅੱਛਾ ਜੀ, ਬਿਸਮਿਲ੍ਲਾ, ਲੋ ਚਲੋ ਕਰੋ ਜੀ। ਗੱਲ ਇਹ ਵੇ ਕਿ ਫਾਈਟਰ ਦੇ ਉੱਤੇ ਉਹ ਇਤਰਾਜ਼ ਕਰਨ ਡਿਆ, ਜਿੰਨੇ ਦਿਨ ਹੋ ਗਏ ਨੇ ਉਹਨੂੰ ਲਾਈਵ ਲਾ ਕੇ ਬੈਠੇ ਨੂੰ, ਉਹ ਇਸੇ ਗੱਲ ਤੇ ਫਾਈਟਰ ਦੇ ਉੱਤੇ ਇਤਰਾਜ਼ ਹੈ ਨਾ ਕਿ ਸਿੱਧੀ ਗੱਲ ਹੈ, ਅਗਰ ਤੁਹਾਨੂੰ ਹੱਕ ਹੈ ਕਿਸੇ ਦੀਆਂ ਤਸਵੀਰਾਂ ਲਾਉਣ ਦਾ ਤੇ ਫਿਰ ਸਾਨੂੰ ਵੀ ਹੱਕ ਹੈ। ਇਹ ਹੱਕ ਜਿਹੜਾ ਨੇ ਇਹ ਇਸੇ ਅਸੂਲ ਦੇ ਮੁਤਾਬਕ ਤੇ ਅਸੀਂ ਆਪਣਾ ਹੱਕ ਇਸਤੇਮਾਲ ਕਰਨ ਦੇ ਆ। ਆਮਰ ਨਜ਼ੀਰ ਖਵਾਤੀਨ ਦੀਆਂ ਵੀਡੀਓ ਲਵਾ ਕੇ ਗਾਲਾਂ ਕਢਵਾਏ, ਆਮਰ ਨਜ਼ੀਰ ਸਾਡੇ ਬਜ਼ੁਰਗਾਂ ਦੀਆਂ ਇਮਾਮ ਮਹਦੀ ਦੀਆਂ ਤਸਵੀਰਾਂ ਲਵਾ ਕੇ ਗਾਲਾਂ ਕਢਾਏ 2-2 ਘੰਟੇ 3-3 ਘੰਟੇ 4-4 ਘੰਟੇ। ਉਹਨੂੰ ਤੂੰ ਲਾਗੇ ਬਿਠਾ ਕੇ ਤੇ ਕਹੀਂ ਇਹ ਬੜਾ ਚੰਗਾ ਕੰਮ ਕਰਨ ਡਿਆ, ਤੇ ਫਾਈਟਰ ਅਗਰ ਉਹਦੇ ਜਵਾਬ 'ਚ ਕੋਈ ਕੰਮ ਕਰੇ ਤੂੰ ਕਹਿੰਦਾ ਤੂੰ ਗਲਤ ਕਰਨ ਡਿਆ। ਇਹ ਤੇਰੀ ਮੁਨਾਫਕਤ ਨਹੀਂ ਹੈ? ਇਹ ਤੂੰ ਕੂਫੀਆਂ ਨਾਲੋਂ ਵੀ ਵੱਧ ਕਿਵੇਂ ਕਿ ਇੱਕ ਪਾਸੇ ਤੂੰ ਯਜ਼ੀਦ ਨੂੰ ਕਹਿਣਾ ਕਿ ਯਜ਼ੀਦ ਬੜਾ ਚੰਗਾ, ਦੂਜੇ ਪਾਸੇ ਹਸੈਨੀਅਤ ਦੀ ਤਾਲੀਮ ਦੇਣਾ ਸਾਨੂੰ ਆ ਕੇ। ਪਹਿਲੂ ਯਜ਼ੀਦ ਨੂੰ ਬੁਰਾ ਕਹਿਣਾ ਸਿੱਖ, ਪਹਿਲੂ ਯਜ਼ੀਦ ਨੂੰ ਬੁਰਾ ਕਹਿ ਤੇ ਫੇਰ ਆ ਕੇ ਸਾਨੂੰ ਹਸੈਨੀਅਤ ਦੀ ਤਾਲੀਮ ਦੇਈ। ਯਜ਼ੀਦ ਨੂੰ ਅੱਬੂ ਜੀ ਮੰਨ ਕੇ ਤੇ ਬੰਦਾ ਕਹੇ ਕਿ ਮੈਂ ਹੁਸੈਨ ਦਾ ਬੜਾ ਵੱਡਾ ਜਿਹੜਾ ਨਾ ਉਹ ਮੰਨਣ ਵਾਲਾ ਵਾਂ, ਮੈਂ ਬੜਾ ਵੱਡਾ ਮੂਮਨ, ਇਹ ਨਹੀਂ ਹੋ ਸਕਦਾ। ਦੂਸਰੀ ਗੱਲ, ਇਹ ਇੱਥੇ ਚਬੜ ਕਰਨ ਡਿਆ ਸੀ ਤੇ ਆਮਰ ਨਜ਼ੀਰ ਦੇ ਹੱਕ 'ਚ ਕਰਨ ਡਿਆ ਸੀ, ਹੋਰ ਕਿਹਦੇ ਹੱਕ 'ਚ ਕਰਨ ਡਿਆ ਸੀ? ਜੇ ਤੈਨੂੰ ਕਿਸੇ ਬੰਦੇ ਨੇ ਲਿੰਕ ਭੇਜਿਆ, ਤੈਨੂੰ ਕਿਸੇ ਬੰਦੇ ਨੇ ਦੋਸਤ ਸਮਝ ਕੇ, ਭਰਾ ਸਮਝ ਕੇ ਤੇ ਆਪਣੇ ਨਾਲ ਅਟੈਚ ਕੀਤਾ, ਤੇ ਤੂੰ ਧਮਕੀਆਂ ਦੇਣਾ ਫਿਰਨਾ ਆਮਰ ਨਜ਼ੀਰ ਲੂਤੀ ਕੋਲ ਬਹਿ ਕੇ? ਤੇ ਜਾ ਤੂੰ ਕਰ ਲੈ ਜੋ ਕਰਨਾ। ਅੱਗੂ ਕਹਿਣਾ ਕਿ ਇਹਨਾਂ ਗੱਲ ਕੀਤੀ ਸੀ, ਤੂੰ ਉਹਨਾਂ ਗੱਲ ਕੀਤੀ ਸੀ, ਜੇ ਇਹਨਾਂ ਗੱਲ ਕੀਤੀ ਤੂੰ ਸ਼ਰਮ ਕੀਤੀ ਹੈ ਮੰਨੀ ਜੀ? ਇਹਨਾਂ ਬੜੀ ਦੇਰ ਦਾ ਬੈਠੇ ਆ ਨਾ, ਹੁਣ ਕਿਧਰੇ ਬਹਿ ਕੇ ਲੱਗਿਆ ਇਬਨੇ ਬਜ਼ਾਰ ਦੇ ਵਿੱਚ। ਇੱਕ ਮਿੰਟ ਯਾਰ, ਮੈਂ ਛੋਟੀ ਜੀ ਮੇਰੀ ਸਵਾਰੀ ਆ ਜਾਣੀ ਹੈ। ਨਾਸਰ ਭੱਟ ਸਾਹਿਬ ਤੁਸੀਂ ਗੱਲ ਕਰ ਲਿਓ। ਗੱਲ ਇੰਨੀ ਕੁਏ ਸੁਣ ਲਓ ਗੱਲ ਇੰਨੀ ਕੁਏ ਕਿ ਅਸਦ ਸਾਹਿਬ ਤੇ ਆਮਰ ਸਾਹਿਬ, ਨਜ਼ੀਰ ਸਾਹਿਬ ਤੇ ਅਬੂਬਕਰ ਮੀਰ ਸਾਹਿਬ, ਤੁਹਾਨੂੰ ਮੇਰੀ ਗੱਲ ਕੱਲ ਵੀ ਸਮਝ ਨਹੀਂ ਸੀ ਆਈ। ਮੈਂ ਆਖਿਆ ਸੀ ਕਿ ਮੈਂ ਜ਼ਿੰਮੇਦਾਰ ਹਾਂ, ਠੀਕ ਹੈ, ਤੇ ਇਮਰਾਨ ਕਾਲੂ ਨੇ ਵੀ ਉਸ ਗੱਲ ਤੋਂ ਰਜੂ ਕੀਤਾ ਕਿ ਉਹਨੇ ਗਾਲ ਨਹੀਂ ਕੱਢੀ। ਮੈਂ ਗੱਲ ਵਾਪਸ ਲੈਣਾ, ਉਹਨੇ ਗੱਲ ਵਾਪਸ ਲੈ ਲਈ ਹੈ। ਦੂਸਰਾ, ਨਾਸਰ ਭੱਟ ਸਾਹਿਬ ਨੇ ਤੁਹਾਡੀ ਗੱਲ ਹੀ ਪਰਤਾਈ ਸੀ, ਤੁਹਾਨੂੰ ਕੋਈ ਗਾਲ ਨਹੀਂ ਸੀ ਕੱਢੀ। ਤੇ ਇਸ ਬਰਾੜ ਤੇ ਬਹਿ ਕੇ ਅਸਦ ਬਹਿਰੀਨ ਸਾਹਿਬ ਤੁਹਾਨੂੰ ਨਾ ਕਿਸੇ ਨੇ ਕੋਈ ਗਾਲ ਕੱਢੀ ਹੈ, ਤੇ ਜੇ ਕੱਢੀ ਹੈ ਤਾਂ ਉਹਨੇ ਵਾਪਸ ਲਈ ਹੈ, ਠੀਕ ਹੈ। ਤੇ ਜ਼ਿੰਮੇਦਾਰ ਬੰਦਾ ਇਹੀ ਹੁੰਦਾ ਕਿ ਉਹ ਅਗਲੇ ਨੂੰ ਸਮਝਾ ਦੇ ਕਿ ਬਈ ਗਾਲ ਨਹੀਂ ਕੱਢੋ।
ਉਹ ਵਾਲਦ ਵਾਲੀ ਗੱਲ ਕੀਤੀ ਸੀ ਉਹਨੇ ਰਜੂ ਕਰ ਲਿਆ, ਉਹਨੇ ਆਖਿਆ ਬਿਲਕੁਲ ਜੀ ਮੈਂ ਗਲਤ ਗੱਲ ਕੀਤੀ, ਮੈਂ ਮਾਫੀ ਮੰਗਦਾ, ਮਾਫੀ ਨਹੀਂ ਮੰਗਣੀ, ਲੇਕਿਨ ਇਹ ਨਾ ਵਾਪਸ ਗੱਲ ਲੈਣਾ ਤੇ ਗੱਲ ਇੱਥੇ ਖਤਮ ਹੈ ਕਿ ਤੁਹਾਨੂੰ ਨਾ ਇੱਥੇ ਗਾਲ ਕਿਸੇ ਨੇ ਕੱਢੀ ਹੈ ਤੇ ਨਾ ਕਿਸੇ ਨੂੰ ਮੈਂ ਕਹ ਲੋ ਕਿ ਕੱਢਣ ਦਿੱਤੀ ਹੈ। ਠੀਕ ਹੈ, ਤੁਸੀਂ ਹੁਣ ਇਹ ਪ੍ਰੋਪਗੈਂਡਾ ਕਰਨਾ ਛੱਡ ਦਿਓ, ਬਾਹਰ ਜਾ ਕੇ ਆਖੋਗੇ ਕਿ ਇਹਨੇ ਗਾਲਾਂ ਕੱਢੀਆਂ ਜਾਂ ਗਾਲਾਂ ਨਹੀਂ ਕੱਢੀਆਂ। ਅੱਲਾਹ ਕਰੇ ਤੇਰਾ ਗਾਹਕ ਆ ਜਾਏ। ਬਿਸਮਿਲ੍ਲਾ, ਮੇਰਾ ਆ ਗਿਆ, ਬਸ ਤੁਸੀਂ ਕਰੋ ਗੱਲਬਾਤ। ਅਲਹਮਦੁਲਿਲਾ ਅਲਹਮਦੁਲਿਲਾ। ਹੁਣ ਜਿਸ ਬੰਦੇ ਨੂੰ ਤੂੰ ਬੁਲਾਉਣ ਲੱਗੇ ਆ ਨਾ, ਇਹ ਬੰਦੇ ਨੇ ਇਹ ਜਿਹੜੇ ਗੱਲ ਹੁੰਦੀ ਸੀ ਨਾ ਆ ਕੇ ਜੀ ਜ਼ੁਰੀਆ ਤੋਂ ਬਗਾਇਆ ਕਿਆ, ਜ਼ੁਰੀਆ ਤੋਂ ਬਗਾਇਆ ਕਿਆ, ਅਮਨ ਨਜ਼ੀਰ ਨੂੰ ਉਂਝ ਕੰਜਰੀ ਦਾ ਬੱਚਾ ਬਣਨ ਦਾ ਸ਼ੌਕ ਹੈ ਤਾਂ ਪਿਆ ਬਣੇ, ਅਸੀਂ ਤੇ ਨਹੀਂ ਕਹਿੰਦੇ। ਤੇ ਦੂਸਰਾ ਹਰ ਇੱਕ ਨੂੰ ਆਪਣੀ ਮਾਂ ਦਾ ਪਤਾ ਹੁੰਦਾ। ਹੁਣ ਇਬਨੇ ਬਗਾਇਆ ਕਹਿਣ ਲੱਗਿਆ ਸਾਨੂੰ, ਕੌਣ? ਇਹੀ ਇਹ ਜਿਹੜਾ ਕੱਲ ਦਾ ਯਾਰ ਤੇ ਅੱਜ ਦਾ ਯਾਰ ਮਾਰ ਗੱਲਾਂ ਕਰਕੇ ਸੱਚਾ ਹੋਣਾ ਹੈ। ਇਬਨੇ ਬਗਾਇਆ, ਹਾਂ ਇਬਨੇ ਬਗਾਇਆ ਕਿਹਾ ਸੋ ਤੇ ਜੇ ਐਡਾ ਤੋਂ ਅੱਲਾਹ ਦਾ ਸ਼ੀਆ ਹੈ ਨਾ, ਜੇ ਸਮਝਦਾ ਕਿ ਬੜਾ ਗੈਰਤਮੰਦ ਸ਼ੀਆ, ਜਿਹੜੇ ਸਵਾਲ ਮੈਨੂੰ ਕਰਦਾ ਹੁੰਦਾ ਸੀ ਤੇ ਜਿਹੜਾ ਮੈਂ ਪੁੱਛਦਾ ਹੁੰਦਾ ਸੀ ਨਾ, ਕਹਿ ਕੇ ਵਿਖਾਇਆ ਅਮਰ ਨਜ਼ੀਰ ਨੂੰ ਕਿ ਅਮਰ ਨਜ਼ੀਰ ਇਬਨੇ ਬਗਾਇਆ, ਇੱਥੇ ਸੁਣਾਉਂਦਾ ਹੁੰਦਾ ਸੀ ਨਾ ਵਾਲੇ ਮੈਨੂੰ, ਤੇ ਬੋਲਿਆ ਅਮਰ ਨਜ਼ੀਰ ਦੇ ਸਾਹਮਣੇ, ਉੱਥੇ ਕਿੱਥੇ ਦਾ ਮਰ ਗਿਆ ਗੈਰਤਮੰਦ ਸ਼ੀਆ? ਉਹ ਸ਼ੀਆ ਤੇ ਮੈਂ ਤੱਕਣਾ ਪਿਆ ਉੱਥੇ ਜਾ ਕੇ ਵੈਸੇ ਬਹੁਤ ਤਾਰੀਫਾਂ ਕਰ ਰਿਹਾ ਹੈ। ਮੈਂ ਆਖਿਆ ਅਮਰ ਨਜ਼ੀਰ ਸਾਹਿਬ ਬੜੇ ਉਹਦਾ ਨਾਂ ਕੀਲਾ, ਮੈਂ ਤੇ ਮੇਰੇ ਗਲ ਪੈ ਗਏ ਨੇ 4-5 ਬੰਦੇ, ਉੱਥੇ ਜਾ ਕੇ ਭੈਜੋ ਫੜਾ ਮਾਰਨ ਡਿਆ। ਮੈਂ ਤੇ ਰਾਨ ਕਿੱਡੇ ਲੋਕਾਂ ਦੇ ਜ਼ਮੀਰ ਮਰੇ ਨੇ, ਯਕੀਨ ਕਰੋ। ਤਾਂ ਉਹ ਸ਼ੀਆ ਹੈ ਹੀ ਨਹੀਂ। ਮੈਂ ਨਾ ਅਮਰ ਨਜ਼ੀਰ ਕੋਲ, ਅਮਰ ਨਜ਼ੀਰ ਯਜ਼ੀਦ ਨੂੰ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ, ਅਮੀਰ ਯਜ਼ੀਦ ਕਹਿੰਦੇ ਨੇ, ਬੜਾ ਇਲਮ ਹੈ। ਯਜ਼ੀਦ ਤੇ ਲਾਨਤ ਨਹੀਂ ਪਾਉਂਦੇ, ਬਹੁਤ ਇਲਮ ਹੈ। ਬਾਹਰ ਇਮਾਮ ਨੂੰ ਨੰਗਾ ਇਮਾਮ ਮੰਨਦੇ ਨੇ, ਗਾਲ ਦੇ ਵਿੱਚ ਮਰਨ ਵਾਲਾ ਬਦਬੂਦਾਰ ਤੇ ਜਾਨਵਰ ਮੰਨਦੇ ਨੇ। ਯਜ਼ੀਦ ਨੂੰ ਕੁਛ ਨਾ ਕਹੋ, ਤੁਹਾਡੀ ਮਿਹਰਬਾਨੀ, ਯਜ਼ੀਦ ਨੂੰ ਕੁਛ ਨਾ ਕਹੋ ਯਾਰ, ਅੱਗੇ ਗੱਲ ਕਰੋ। ਯਜ਼ੀਦ ਨੂੰ ਮੈਂ ਮੰਨਣਾ। ਇਹ ਜਿਹੜਾ ਆਖਰੀ ਵਿੱਚ ਲੱਗਿਆ ਸੀ ਨਾ ਤੇ ਥੱਲੇ ਬੈਠਿਆ ਸੀ ਨਾ ਇੱਕ ਹੋਰ ਨਵੀਂ ਚੁੰਝ ਵਾਲਾ, ਉਹ ਕੀ ਨਸ ਬਲਾਲ ਨੀਫ, ਮੈਨੂੰ ਆਖਿਆ ਜਾ ਲਾਨਤ ਪਵਾ ਨਾ ਯਜ਼ੀਦ ਕੋਲ, ਸਾਡੇ ਕੋਲ ਤਾਂ ਪਵਾ ਗਿਆ। ਅਮਰ ਨਜ਼ੀਰ ਨੇ ਕੀਤਾ ਤੇ ਅਮਰ ਨਜ਼ੀਰ ਵੀ ਜਵਾਬ ਦੇ ਗਿਆ ਤੇ ਬਲਾਲ ਨੀਫ ਨੂੰ ਕਿਹਾ ਸੋ ਉਹਨੇ ਵੀ ਜਵਾਬ ਤੇ ਅੱਗੂ ਸਵਾਲ ਕੀ ਕੀਤਾ ਜੀ ਮੁੱਦਾਵਾਂ ਤੇ ਲਾਨਤ ਪਾਓ। ਮੈਂ ਕਿਹਾ ਜੀ ਮੁੱਦਾਵਾਂ ਦੇ ਨਾਂ ਨੂੰ ਲਿਖ ਦੇ ਕਿ ਇਹ ਉਹਦਾ ਮੁੱਦਾ ਹੈ ਤੇ ਇਹਦੇ ਤੇ ਨਾਸਰ ਬੱਟ ਲਾਨਤ ਪਾ ਦੇ। ਮੈਂ ਕਿਹਾ ਮੈਨੂੰ ਮੁੱਦਾਵਾਂ ਦੇ ਨਾਂ ਤੇ ਲਿਖ ਕੇ ਦੇ। ਤੇ ਉਹ ਜਿਹੜਾ ਉਹਨੇ ਅੱਗੇ ਕੀਤੀ ਹੈ ਨਾ ਗੱਲ, ਉਹ ਵੀ ਮੇਰੇ ਕੋਲ ਰਿਕਾਰਡ ਪਈ ਹੈ। ਇਸ ਬੰਦੇ ਨੂੰ ਛੱਡ ਦੋ, ਇਸ ਬੰਦੇ ਦਾ ਕੋਈ ਤੁਹਾਨੂੰ ਨਹੀਂ ਪਤਾ ਹੈ, ਜਿਹਨੂੰ ਮੈਂ ਕੁਛ ਨਹੀਂ ਕਿਹਾ ਤੇ ਦੂਜੇ ਧੜੇ ਬਹਿ ਕੇ ਲੱਗੇ ਆ ਮੇਰੀ ਪਰਮਿਸ਼ਨ ਤੋਂ ਬਗੈਰ। ਇਹ ਜਾ ਕੇ ਫੋਟੋਆਂ ਬਣਾਉਂਦਾ ਪਿਆ, ਉਹ ਲਾ ਕੇ ਉਹਦੇ 10 ਪੋਸਟਰ, ਕਿਉਂਕਿ ਇਹਨੂੰ ਵੀ ਪਤਾ ਕਿ ਜਿਹੜੀ ਗੱਲ ਮੈਂ ਯਜ਼ੀਦ ਦਾ ਹਮਾਇਤੀ ਬਣਿਆ ਤੇ ਆ ਕੇ ਹੁਸੈਨੀਅਤ ਦੀ ਗੱਲ ਕਰਦਾ। ਬਈ ਯਜ਼ੀਦ ਨੂੰ ਤੁਸੀਂ ਅਗਰ ਮੰਨ ਲਿਆ ਏ, ਯਜ਼ੀਦ ਦੀ ਬੈਤ ਕਰ ਲਈ ਜੇ, ਯਜ਼ੀਦ ਦੇ ਤੁਸੀਂ ਅੱਗੇ ਬਹਿ ਗਏ ਹੋ, ਸਿਰ ਸਜਦਾ ਉਹਦੇ ਕਦਮਾਂ 'ਚ ਰੱਖ ਦਿੱਤਾ। ਯਾਜ਼ ਮਹਮੂਦ ਹੈ, ਇਹਨੂੰ ਕੋਸੋ ਆਪਣੇ ਪਿਓ ਵਾਲੀ, ਜਿਹੜੇ ਪਿਓ ਨੂੰ ਜੇ ਮੁਖਾਤਬ ਕਰਨਾ ਤੇ ਨਾ ਕਰੇ, ਇਹਨੂੰ ਮਿਊਟ ਕਰੋ। ਹਾਂ ਯਾਰ ਤੇਰੇ ਕੋਲ ਐਡੇ ਮੋੜ ਨਹੀਂ ਕੰਮ ਕਰ ਰਹੇ, ਕਰ ਦਿੱਤਾ। ਸੌਰੀ ਮੈਂ ਵੇਖਿਆ ਨਹੀਂ। ਅਗਰ ਯਜ਼ੀਦ ਦੇ ਸਾਹਮਣੇ ਤੂੰ ਸਜਦਾ ਰੇਜ਼ ਹੋ ਗਿਆ ਏ ਤੇ ਫਿਰ ਹੁਸੈਨੀਅਤ ਦੀਆਂ ਗੱਲਾਂ ਤੇਰੇ ਮੂੰਹ 'ਚ ਚੰਗੀਆਂ ਨਹੀਂ ਲੱਗਦੀਆਂ। ਪਹਿਲੂ ਯਜ਼ੀਦ ਨੂੰ ਕਹਿ ਕਿ ਯਜ਼ੀਦੀਆ ਤੂੰ ਗਲਤ ਹੈ, ਉਹ ਯਜ਼ੀਦ ਨੂੰ ਕਹਿ ਕਿ ਯਜ਼ੀਦੀਆ ਤੂੰ ਖਵਾਤੀਨ ਦੀਆਂ ਤਸਵੀਰਾਂ ਲਾ ਕੇ, ਯਜ਼ੀਦੀਆ ਤੂੰ ਉਮਰ ਰਬਾਬ ਦੇ ਬਾਰੇ ਇਹ ਫਤਵੇ ਦੇਣ ਵਾਲਾ ਬੰਦਾ ਏ ਕਿ ਔਰਤਾਂ ਨੂੰ ਨੰਗਾ ਕਰਨਾ ਇਸਲਾਮ ਦੇ ਐਨ ਮੁਤਾਬਕ ਸ਼ਰੀਅਤ ਦਾ ਹਿੱਸਾ ਹੈ। ਤੇਰੇ ਵਰਗੀਆਂ ਔਰਤਾਂ ਨੂੰ ਉਮਰ ਰਬਾਬ ਨੂੰ ਕਹਿਣ ਵਾਲਾ ਉਹ ਬੰਦੇ ਯਜ਼ੀਦ ਨੂੰ ਕਹਿਣਾ ਪੂਰਾ, ਇਹ ਵੀ ਇਲਮੀ ਗੱਲ ਸੀ। ਉਹ ਯਜ਼ੀਦ ਜਿਹੜਾ ਲੋਕਾਂ ਦੇ ਬਜ਼ੁਰਗਾਂ ਨੂੰ, ਲੋਕਾਂ ਦੇ ਇਮਾਮਾਂ ਨੂੰ, ਲੋਕਾਂ ਦੇ ਮੰਨਣ ਨਬੀਆਂ ਨੂੰ, ਜਿਨ੍ਹਾਂ ਨੂੰ ਅਸੀਂ ਇਮਾਮ ਮਹਿਦੀ ਮੰਨਦੇ, ਉਹਨਾਂ ਨੂੰ 2-2 3-3 ਘੰਟੇ ਉਹ ਗਾਲਾਂ ਕਢਵਾਏ ਤੇ ਉਸ ਯਜ਼ੀਦ ਦੇ ਕਦਮਾਂ ਦੇ ਵਿੱਚ ਤੂੰ ਪੈ ਕੇ ਉਹਦੇ ਪੈਰ ਚੁੰਮ ਕੇ ਤੇ ਸਾਨੂੰ ਆ ਕੇ ਤੂੰ ਲੈਕਚਰ ਦੇਣਾ, ਸ਼ਰਮ ਨਹੀਂ ਆਉਂਦੀ ਤੈਨੂੰ? ਓਏ ਉਹ ਮੂੰਹ ਤੇ ਆਪਣਾ ਵੇਖ ਜਾ ਕੇ ਸ਼ੀਸ਼ੇ ਦੇ ਵਿੱਚ, ਜਿਸ ਮੂੰਹ ਦੇ ਨਾਲ ਤੂੰ ਇਹ ਗੱਲ ਕਰਨਾ। ਕੱਲ ਨੂੰ ਭਾਈ ਹੋ ਗਈ ਕਾਫੀ ਬੇਇੱਜ਼ਤੀ, ਹੁਣ ਉਹ ਚਲਾ ਗਿਆ ਇੱਥੋਂ। ਉਹ ਯਜ਼ੀਦ ਜਿਹੜਾ ਅਮਨ ਅੱਛਾ ਥੱਲੇ ਨਹੀਂ ਹੈਗਾ, ਹੁਣ ਛੱਡ ਦੋ ਉਹਨੂੰ। ਹੁਣ ਕੀ ਹੋ ਗਿਆ ਲਾਲਾ ਜਾਨ, ਕਰੋ ਗੱਲ। ਇਹ ਗੱਲ ਕਰਦਾ, ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਤੁਹਾਡੇ ਤੋਂ ਸਵਾਲ ਕੀਤਾ ਸੀ, ਮੈਨੂੰ ਕੀਤਾ ਸੀ ਨਜ਼ੀਰ, ਤੁਹਾਡੇ ਤੋਂ ਹੀ ਕੀਤਾ ਸੀਗਾ ਕਿ ਯਾਰ ਇਲਮ ਵੀ ਉਹਦੇ ਕੋਲ ਪਹਿਲੂ ਸੀਗਾ, ਕਿਤਾਬਾਂ ਵੀ ਉਹਨੇ ਪੜ੍ਹੀਆਂ ਹੋਈਆਂ ਸਨ ਤੇ ਉਹਦੇ ਕੋਲ ਇਲਮ ਖਤਮ ਨਬੂਵਤ ਦਾ ਉਹ ਖੁਦ ਕਹਿੰਦਾ ਸੀ ਕਿ ਮੈਂ ਨੰਬਰ 1 ਮੁਜਾਹਿਦ ਆ। ਉਹਦੇ ਲੋਕੀ ਉਹਦੇ ਫੈਨ ਵੀ ਸੀਗੇ, ਉਹ ਜਿਹੜੇ ਗੈਰ ਅਹਿਮਦੀ ਨੇ ਜਾਂ ਜਿਹੜੇ ਕੈਸਲ ਹੋ ਗਿਆ, ਯੂਸਫੀ ਹੋ ਗਿਆ, ਪੱਪੂ ਮਲਕ, ਦੂਜੇ ਲੋਕ ਵੀ। ਤੇ ਇਹ ਉਸ ਟਾਈਮ ਜਾ ਕੇ ਉਹਨੂੰ ਕਿਉਂ ਟਾਰਗੇਟ ਕਰਦਾ ਹੁੰਦਾ ਸੀ, ਕੀ ਵਜ੍ਹਾ ਸੀ? ਇਹੀ ਤਾਂ ਸਮਝ ਨਹੀਂ ਆਈ, ਲੇਕਿਨ ਉਹ ਕਰਦਾ ਵੀ ਸੀ ਤੇ ਉਹ ਸ਼ਾਇਦ ਆਪਸ ਚ ਲੋਕ ਇਖਤਲਾਫ ਸੀ ਨਾ, ਚੂੰਕਿ ਅਹਿਲੇ ਤਸ਼ੀਹ ਸੀ, ਉਹ ਗਾਲਿਬਨ ਅਹਿਲੇ ਹਦੀਸ ਹੈਗਾ ਤੇ ਇਹਨਾਂ ਦਾ ਪਤਾ ਆਪਸ ਚ ਜੰਗ ਹੈ ਨਾ,
ਤੇ ਹੁਣ ਆ ਕੇ ਤੇ ਉਹਨੂੰ ਸ਼ਾਇਦ ਉਹਨੇ ਪਤਾ ਨਹੀਂ ਐਸਾ ਕੀ ਮਸਲਾ ਹੋਇਆ ਕਿ ਉਹ ਜਾ ਕੇ ਉਹਦੇ ਨਾਲ ਬਹਿ ਕੇ ਉਹਨੇ ਕਿਹਾ ਅਜਮਾਈ ਭਰਾ ਤੇ ਹੈ ਹੀ ਸਹੀ, ਉਹਨਾਂ ਦਾ ਸ਼ੀਆ ਸੁੰਨੀ ਭਾਈ ਤੇ ਹੈ ਹੀ ਸਹੀ, ਤੇ ਉਹਨੇ ਪਿੱਛਾ ਤਾਂ ਨਹੀਂ ਉਹਨੇ ਕੱਢ ਲਿਆ, ਪਿੱਛਾ ਤਾਂ ਨਹੀਂ ਕੱਢ ਲਿਆ ਕਿਤੇ? ਨਹੀਂ ਤੇ ਉਹਨੇ ਜ਼ਿਹਨ 'ਚ ਇਹ ਸੋਚਿਆ ਹੋਣਾ ਕਿ ਯਾਰ ਮੈਂ ਚੂੰਕਿ ਅਸੀਂ ਮੁਸ਼ਤਰਕਾ ਤੌਰ ਤੇ ਇਹਨਾਂ ਨੂੰ ਗੈਰ ਮੁਸਲਮ ਕਰਾ ਦਿੱਤਾ ਅਹਿਮਦੀਆਂ ਨੂੰ, ਤੇ ਅਸੀਂ ਮੈਂ ਅਹਿਮਦੀਆਂ ਕੋਲੇ ਬੈਠਾ ਹੁੰਦਾ ਵਾ, ਤੇ ਹੋ ਸਕਦਾ ਜ਼ਮੀਰ ਦੀ ਆਵਾਜ਼ ਆਈ ਹੋਵੇ ਅੰਦਰੋਂ, ਤੇ ਉਹ ਜਾ ਕੇ ਅਮਨ ਨਜ਼ੀਰ ਦੇ ਕੋਲ ਬਹਿ ਕੇ ਕਿ ਚਲੋ ਜੋ ਸਾਡੇ ਮਾਮਾ ਪਾਕਨ ਜੋ ਬਾਰੇ ਅਕੀਦਾ ਰੱਖ ਲੈ ਕਿ ਕਮ ਸੇ ਕਮ ਮੁਸਲਮਾਨ ਤੇ ਹੈ ਨੇ, ਤਾਂ ਬਹਿ ਕੇ ਨਾਲ ਜਾ ਜ਼ਮੀਰ ਜਦੋਂ ਮਰ ਜੇ ਤੇ ਮਾਰਿਆ ਪਿਆ ਇਹਨਾਂ ਦਾ। ਭਾਈ ਇਹ ਆਵਾਜ਼ ਉਸ ਟਾਈਮ ਆਉਂਦੀ ਏ ਜਦੋਂ ਜ਼ਮੀਰ ਮਰ ਜੇ, ਸ਼ੈਤਾਨ ਦੀ ਆਵਾਜ਼ ਏ, ਇਹ ਇਨਸਾਨ ਦੀ ਆਵਾਜ਼ ਨਹੀਂ ਹੈ। ਇਹ ਸ਼ੈਤਾਨੀ ਆਵਾਜ਼ ਦੇ ਉੱਤੇ ਜਾ ਕੇ ਤੇ ਯਜ਼ੀਦ ਦੇ ਪੈਰਾਂ 'ਚ ਬਹਿ ਗਏ ਨੇ, ਯਜ਼ੀਦ ਦੇ ਪੈਰਾਂ 'ਚ, ਯਜ਼ੀਦ ਦੇ ਪੈਰ ਚੁੰਮਦੇ ਪਏ ਨੇ। ਗੱਲ ਸੁਣਾ ਰਿਹਾ ਉੱਥੇ ਅਮਰਜੀਤ ਕੋ ਨਾ, ਹੁਣ ਮੈਨੂੰ ਉਹਨੇ ਇਹ ਆਖਿਆ ਤੇ ਤੂੰ ਯਜ਼ੀਦ ਹੈ ਤੇ ਤੂੰ ਫਲਾਣ ਢਮਕਾਨ ਸੈਨੀ, ਨਹੀਂ ਤੂੰ ਮੈਂ ਸੁਬਾ ਬਰਾੜ ਲਾ ਕੇ ਦੱਸਾਂਗਾ, ਮੈਂ ਵੀ ਹਵਾਲੇ ਪੜਾਂਗਾ ਤੇਰੀ ਅਸੀਂ ਤੇਰਾ ਵੀ ਉੱਥੇ ਨੰਗਾ ਕਰਾਂਗੇ ਨਾ ਜਿਹਦੇ ਗਾਰ ਵਿੱਚ ਨਾ ਵੜੇ। ਇਹ ਯਜ਼ੀਦ ਦੀ ਮੌਤਾਂ ਦੀ ਪੈਦਾਇਸ਼ ਇਹ ਇਹੋ ਜਿਹੀਆਂ ਔਲਾਦਾਂ ਮੌਤੇ ਤੋਂ ਬਾਅਦ ਪੈਦਾ ਹੁੰਦੀਆਂ ਨੇ, ਨਤੀਜਾ ਵੇਖ ਕੇ ਬੰਦਾ ਸਮਝਦਾ ਨਾ ਇਹ ਔਲਾਦ ਜਿਹੜੀ ਹੈ ਮੌਤੇ ਦੀ ਹੈ। ਯਜ਼ੀਦ ਦੀ ਬੈਤ ਕਰਕੇ ਯਾਰ ਅਲੀ ਅਕਬਰ ਸਾਹਿਬ ਤੁਸੀਂ ਅਹਿਲੇ ਤਸ਼ਹੀਰ ਹੈ, ਉਹ ਤੁਹਾਨੂੰ ਲੱਗਦਾ ਹੈਗਾ ਕਿ ਇਹ ਬਰਦਾਸ਼ਤ ਕਰ ਪਾਏਗਾ ਬਹਿਰੀਨ ਸਾਹਿਬ? ਕਿਹਨੂੰ ਬਰਦਾਸ਼ਤ? ਸਾਨੂੰ ਕਿ ਉਹਨਾਂ ਨੂੰ ਤੁਹਾਡੇ ਇਲਮ ਨੂੰ ਬਰਦਾਸ਼ਤ ਕਰ ਲੇਗਾ ਇਹ? ਮੇਰਾ ਤਾਂ ਸਰ ਇੱਕ ਦਿਨ ਹੀ ਨਹੀਂ ਕੀਤਾ, ਮੈਂ ਤੇ ਬੁਲਾ ਕੇ ਲਾਇਆ ਸੀ ਬਰਾੜ ਤੋਂ, ਮੈਂ ਤੇ ਜਾ ਕੇ ਬੜਾ ਪੋਲਾ ਜਿਹਾ ਸਵਾਲ ਕੀਤਾ ਸੀ, ਔਰ ਬੜਾ ਉਹ ਬਾਰਸਾਂ ਨੂੰ ਹੀ ਪਤਾ ਸਾਰਿਆਂ ਨੇ ਸੁਣਿਆ ਸੀ, ਮੈਂ ਤੇ ਬੜੇ ਪਿਆਰ ਨਾਲ ਜਾ ਕੇ ਕਿਹਾ ਸੀ ਮੈਨੂੰ ਸਵਾਲ ਕਮ ਸੇ ਕਮ ਸਮਝਾ ਦਿਓ, ਤੇ ਇਹਨਾਂ ਨੇ ਸਵਾਲ ਜਿਸ ਇੱਕ ਸਮਝਾਇਆ, ਮੈਨੂੰ ਵਾਪਸੀ ਮੈਂ ਜਵਾਬ ਲੈ ਕੇ ਦਿੱਤਾ ਹੈ, ਤੇ ਜਨਾਬ ਦੋਵਾਂ ਨੇ ਮੈਂ ਬਰਾਬਰ ਦਾ ਟੀਕਾ ਲਾਇਆ ਤੇ ਬੁਲਾ ਕੇ ਕਰ ਗਿਆ ਨੇ, ਇਹਨਾਂ ਕਿੱਥੋਂ ਬਰਦਾਸ਼ਤ ਕਰਨਾ ਜੇ। ਮੈਂ सफिया खतून को खुशी हो रही है कि सारे वो एक ग्रुप हो गया है। ਸਫੀਆ ਬਾਜੀ ਨੂੰ ਤੇ ਹੁੰਦਾ, ਸਫੀਆ ਬਾਜੀ ਉੱਤੇ ਆਓ ਨਾ ਤੁਸੀਂ ਜਿਹੜਾ ਪ੍ਰੋਗਰਾਮਿੰਗ ਕੀਤੀ ਹੈ ਸਫੀਆ ਸਾਹਿਬਾ, ਔਰ ਜਿਹਦੀ ਵਜ੍ਹਾ ਤੋਂ ਉਹਦੇ ਆਪਣੇ ਮੁਬਸ਼ਰ ਸਾਹਿਬ ਜਿਹੜੇ ਨੇ, ਬਸ਼ਰ ਸਾਹਿਬ, ਇਹਨਾਂ ਦੀ ਜਾਨ ਨੂੰ ਤੁਸੀਂ ਜਿਹੜਾ ਖਤਰੇ 'ਚ ਪਾਇਆ ਹੈ, ਮੁਬਸ਼ਰ ਸਾਹਿਬ ਦੀ ਜਿਹੜੀ ਜਾਨ ਨੂੰ ਤੁਸੀਂ ਖਤਰੇ 'ਚ ਪਾਇਆ, ਔਰ ਉਸ ਤੋਂ ਇਲਾਵਾ ਜਿਹੜੀਆਂ ਖਵਾਤੀਨ ਦੇ ਤੁਸੀਂ ਆਡੀਓ ਮੈਸੇਜ ਦੇ ਕੇ ਸੀਕਰ ਨੂੰ ਤੇ ਉਹਨਾਂ ਦੀਆਂ ਜਾਨਾਂ ਨੂੰ ਖਤਰੇ 'ਚ ਪਾਇਆ, ਜੋ ਉਹਦਾ ਕੀ ਕਰਨਾ ਜੇ? ਤੁਸੀਂ ਇੱਥੇ ਮਤਲਬ ਦੁਨੀਆ ਦੇ ਵਿੱਚ ਕਤਲ ਕਰਵਾਉਣ ਆਈਆਂ ਉਹ ਇਹ ਕੰਮ ਸ਼ੁਰੂ ਕਰ ਦਿੱਤੇ ਨੇ ਤੁਸੀਂ ਕਿ ਦਹਿਸ਼ਤਗਰਦਾਂ ਨੂੰ ਤੁਸੀਂ ਇਨਫੋਰਮੇਸ਼ਨ ਦੇਣ ਲੱਗ ਪਈਆਂ। ਉਹ ਖੈਰੀਅਤ ਨਾਲ ਨੇ, ਚੰਗੀ ਖੈਰੀਅਤ ਹੈ ਉਹ ਵਿਚਾਰੇ ਦੀ, ਤੁਸੀਂ ਜ਼ਿੰਦਗੀ ਜਿਹੜੀ ਹੈ ਅਜ਼ਾਬ ਬਣਵਾਤੀ ਹੈ, ਹਈ ਉਹ ਖੈਰੀਅਤ ਨਾਲ ਨੇ। ਜਿੱਦਣ ਮਰ ਜਾਣਗੇ ਕੋਈ ਤੁਹਾਡਾ ਮੰਨਣ ਵਾਲਾ, ਤੁਹਾਡਾ ਜਿਹੜਾ ਨਾ ਕੋਈ ਜਿਹੜਾ ਤੁਹਾਡੇ ਗਰੁੱਪ ਦਾ ਕੋਈ ਬੰਦਾ ਹੋਏਗਾ ਉਹਨਾਂ ਨੂੰ ਮਾਰ ਛੜੇਗਾ, ਤੇ ਉਦੋਂ ਠੀਕ ਹੈ। ਸੋ ਸੈਡ। ਉਦੋਂ ਨਹੀਂ ਸੈਡ ਜਦੋਂ ਇਹ ਪ੍ਰੋਪੋਗੈਂਡਾ ਕਰਦੇ ਪਏ ਹੋ, ਜਦੋਂ ਇਹ ਸਾਰਾ ਕੁਝ ਕਰਦੇ ਪਏ ਹੋ, ਉਦੋਂ ਸੈਡ ਨਹੀਂ ਹੈ, ਉਦੋਂ ਨਹੀਂ ਤੁਹਾਨੂੰ ਖੌਫ ਆਇਆ ਖੁਦਾ ਦਾ ਕਿ ਤੁਸੀਂ ਕੀ ਕਰਨ ਡਏ ਹੋ। ਉਦੋਂ ਗੁਸਤਾਖੀ ਬਣਵਾ ਕੇ ਤੇ ਉਹਦੀਆਂ ਵੀਡੀਓ ਚਲਵਾਉਂਦੀਆਂ ਹੁੰਦੀਆਂ ਹੋ। ਤੁਸੀਂ ਗੱਲ ਸੁਣ ਲਓ, ਇੱਕ ਮੇਰੀ ਗੱਲ ਸੁਣ ਲਓ। ਜਦੋਂ ਤੁਹਾਡਾ ਦਹਿਸ਼ਤਗਰਦਾਂ ਨਾਲ ਰਾਬਤਾ ਹੋਇਆ, ਟੈਰਰਿਸਟ ਆਰਗੇਨਾਈਜੇਸ਼ਨਾਂ ਨਾਲ ਰਾਬਤਾ ਕਰਕੇ, ਤੇ ਉਦੋਂ ਨਹੀਂ ਤੁਹਾਨੂੰ ਖੁਦਾ ਦਾ ਖੌਫ ਆਇਆ। ਜਦੋਂ ਬੰਦੇ ਦਾ ਅੰਦਰ ਜਾਗ ਜਾਵੇ ਨਾ, ਹਿੰਦਾ ਜਾਗ ਜਾਵੇ ਬੰਦੇ ਦੇ ਅੰਦਰ, ਹਿੰਦਾ ਪਤਾ ਨਾ, ਇੱਕ ਜਿਹਨੇ ਉਹ ਕਲੇਜਾ ਚਬਾਇਆ ਸੀਗਾ ਤੇ ਖੁਸ਼ ਹੋਈ ਸੀ। ਹਮਜ਼ਾਦਾ ਉਹ ਯਾਰ ਹਿੰਦਾ ਦਾ ਕਿਉਂ ਨਾਂ ਲੈਣ ਡੇ ਤੁਸੀਂ? ਗੱਲ ਤਾਂ ਕਰ ਲੈਂਦੇ ਹੋ ਯਾਰ। ਹਮਜ਼ਾਦਾ ਹਜ਼ਰਤ ਹਮਜ਼ਾਦਾ ਉਹਦਾ ਵਾਕਿਆ ਉਹ ਜਿਹਦੇ ਜਿਸ ਇਸ ਤਰ੍ਹਾਂ ਦੀ ਅਗਰ ਕੋਈ ਔਰਤ ਦੇ ਅੰਦਰ ਕੋਈ ਔਰਤ ਜਾਗ ਜਾਵੇ ਨਾ ਹਿੰਦਾ ਵੰਗਰੀ, ਤਾਂ ਉਹ ਫਿਰ ਐਵੇਂ ਹੀ ਕਹਿੰਦੀ ਸੋ ਸੈਡ वो खैरियत से हैं, ये ਐਵੇਂ ਹੀ ਹੁੰਦਾ ਹੈਗਾ। ਫਿਰ ਇਹ ਹਿੰਦਾ ਹੋ ਚੁੱਕੇ ਨੇ ਮੈਨੂੰ। ਅੱਛਾ ਬਾਜੀ ਆਈ ਨਾ ਮੌਕਾ ਦਿਓ, ਇੱਕ ਮਿੰਟ ਬਾਜੀ ਆ ਰਹੀ ਹੈ, ਮੌਕਾ ਦਿਓ। ਇੱਕ ਸਿਰਫ ਇੱਕ ਛੋਟਾ ਸਵਾਲ ਤੋਂ 10 ਸੈਕਿੰਡ ਦਾ। ਜਿਹੜਾ ਇੱਜ਼ਤਦਾਰ ਬੰਦਾ ਹੁੰਦਾ, ਜਿਹਨੂੰ ਆਪਣੀ ਇੱਜ਼ਤ ਦਾ ਅਹਿਸਾਸ ਹੁੰਦਾ, ਉਹ ਫਿਰ ਇੱਕ ਪਾਸੇ ਰੋਂਦਾ ਕਿ ਯਾਰ ਇਹ ਕੰਮ ਕਿਉਂ ਹੋ ਰਿਹਾ, ਤੇ ਫਿਰ ਆਪ ਨਾ ਛੱਡੇ ਕੰਮ, ਆਪ ਟੀਕਾ ਲਾਈ ਰੱਖੇ ਤੇ ਫਿਰ ਗੱਲ ਕਰੋ ਤੇ ਰੋਣ ਸ਼ੁਰੂ ਕਰ ਦੇ। ਇੱਜ਼ਤਦਾਰ ਬੰਦੇ ਦਾ ਕੰਮ ਇਸ ਤਰ੍ਹਾਂ ਦਾ ਹੁੰਦਾ? ਇਹਦਾ ਜਵਾਬ ਮੈਨੂੰ ਦੇ ਦਿਓ, ਤੇ ਸਫੀਆ ਸਾਹਿਬ ਖਾਸ ਕਰਕੇ ਦਵਾ। WhatsApp ਹਾਦੀਆ ਬਾਜੀ ਆਈਆਂ ਨੇ ਤਾਂ ਉਹਨਾਂ ਨੂੰ ਗੱਲ ਕਰਨ ਦਿਓ। ਹਾਦੀਆ ਬਾਜੀ ਕਰੋ ਗੱਲ। ਤੇ ਇਹ ਸਫੀਆ ਸਾਹਿਬਾ ਨੇ ਜਿਹੜਾ ਬੰਦਿਆਂ ਦੀ ਜਾਨਾਂ ਨੂੰ ਖਤਰੇ 'ਚ ਪਾਇਆ ਨਾ, ਉਹਦੇ ਬਾਰੇ 'ਚ ਦੱਸੋ। अस्सलाम वालेकुम वरहमतुल्लाह। वालेकुम सलाम। रब नहीं डांगी मारदा पर देंदा कोवली मत। जेड़े अहमदियां दे कुछ बच्चे बिगड़ गए ने, पटरी तो उतर गए ने, बेसकूनी दा शिकार हो गए ने। इन्हां नूं सुकून आ नहीं सकदा, क्योंकि कुरान कहंदा वा मा कानू मुफ्तदीन, और वो हदायत नहीं पाएंगे। मुनाफिक कदी हदायत नहीं पाते, और मुनाफिक हमेशा सब तो बड़ा नुकसान ने। और कुरान ने भी काफरा तो बदतर मुनाफिकां नूं करार दिता है।
ਇਧਰੋਂ ਸ਼ੋਰ ਪਾਉਂਦੇ ਨੇ ਸਾਨੂੰ ਕਿਉਂ ਕੱਢਦੇ ਹੋ, ਕਿਉਂ ਕੱਢਿਆ, ਮੁਝੇ ਕਿਉਂ ਨਿਕਾਲਾ, ਮੁਝੇ ਕਿਉਂ ਨਿਕਾਲਾ। ਉਧਰੋਂ ਜਾ ਕੇ ਉਹਨਾਂ ਦੇ ਵਿੱਚ ਗੈਰ ਅਹਿਮਦੀਆਂ ਦੇ ਵਿੱਚ ਦੁਸ਼ਮਣਾਂ ਦੇ ਵਿੱਚ ਬੈਠਦੇ ਨੇ ਔਰ ਉੱਥੇ ਜਮਾਤ ਦੇ ਰਾਜ਼ ਲੀਕ ਕਰਦੇ ਨੇ ਔਰ ਆਪਣੀ ਪੂਰੀ ਜੋਬਨ ਤੇ ਨੇ ਆਪਣੇ ਕੰਮਾਂ ਨੂੰ ਕਰਨ ਲਈ, ਮਗਰ ਕੁਛ ਹਾਸਲ ਨਹੀਂ ਹੋਣਾ। ਯਾਦ ਰੱਖੋ, ਨਾ ਦੁਨੀਆ ਹਾਸਲ ਹੋਣੀ ਨਾ ਦੀਨ ਹਾਸਲ ਹੋਣਾ। ਤੁਹਾਡੀ ਹਾਲਤ ਹੋਵੇ ਧੋਬੀ ਦਾ ਕੁੱਤਾ, हादिया बाजी, ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ। हादिया बाजी आपको पता है, नहीं तुसी गए, हादिया बाजी आपको पता है, पिछा नहीं आउंदे हो। हादिया बाजी आपको पता है कि इन्होंने दहशतगर्दों के साथ राब्ता करके हमारी कुछ बहनों का डाटा लीक किया और उन पर कुफर के फतवे लगाए। और पहले ही पता है आप लोगों से पहले कि मुझे समझ है, मैंने तो व्हाट्सएप ग्रुपों में इनको कह दिया था कि ये मुनाफिक है और ये गलत काम करेंगे और बड़े वसी पैमाने पे करेंगे। इनकी वसी स्कीम है और इस बात के कितने सारे आपके व्हाट्सएप में डिस्कशन ग्रुप में कितने सारे मेल, जो 32-33 गवाह हैं, मैंने उनको ये बात कही थी कि ये होने जा रहा है और देखते ही देखते 1.5-2 साल में सारा कुछ हो गया। मुझे ये नजर आ रहे थे और ये कहते थे उस डिस्कशन ग्रुप में ये सारे शामिल थे और ये कहते थे कि इस खबीस औरत को तो निकालो ग्रुप से, फिर हम इसमें रहेंगे। फिर उस ग्रुप के बानी ने कहा कि मैं नहीं निकालूंगा। फिर इन्होंने जाके अपना अलग ग्रुप बना लिया और ये अपने मिशन पे जारी सारी रहे और अब ये मिशन की तकमील तक पहुंच चुके हैं। अहमदियों के जो बंदे मर रहे हैं वो ये मुनाफिक मरवा रहे हैं और ये मुनाफिक जो है ये उधर दूसरी साइड पे जाके मिले हुए हैं। इनसे एहतियात करें, इनसे दूर रहें। और वो जो बंदा आया हुआ था हमायत करने, वो उसका एलची है इमरान उसका अमर खंजीर का, वो आया हुआ था आपको लेने कि आओ उधर और आके अपनी इंसल्ट करवाओ उसकी बकवास सुन के। वो कोई बात सीधी करता भी है अमर नजीर? उसको तो सीधी बात करनी आती नहीं, वो तो कुत्ते की दुम की तरह टेढ़ा की टेढ़ा ही रहता है। जी आमिर नजीर की तरफ आते हैं। ये इन लोगों ने, ये जो नीचे बैठे हुए हैं, इन्होंने मुबशर रज़ा भाई जो हैं, एक तो खवातीन की ऑडियोज लीक की और वो सीकर को दी। और मैं कहती हूँ हमारे भी उनको निकाल के ये देते हैं। हम मैंने ये सारे इतराज इन लोगों के मुंह से पहले सुने हुए हैं जो अब फिर इन्होंने मुबशर रज़ा की ऑडियो चलवाई, मुबशर रज़ा की इंफॉर्मेशंस लीक की। अब उसकी जान को खतरा है, उसने अब इन पर पुलिस केस भी किया है। इंशाल्लाह ये जल्द भुगतेंगी। जिस तरह ये पुलिस रिपोर्टें करती हैं ना, इस तरह उन्होंने भी पुलिस रिपोर्ट कर दी है और वो इनके दरवाजे तक पुलिस पहुंच जाएगी इंशाल्लाह। और मैं खुद यहाँ पर पुलिस को बताऊं, अहमदी क्यों नहीं एक एक को पकड़वाते? जब कोई बात करता है उसी वक्त क्यों नहीं पकड़वाते? अहमदी क्यों नहीं इकट्ठे होकर इनकी बराडू की रिपोर्ट करते पीछे? अहमदी क्यों नहीं वहां पे इटली में इसको अरेस्ट करवाते, इस खबीस को जो हमारे बंदे मरवा रहा है, जो यहाँ पे टेरी कुत्ते की दुम की तरह का टेरा है और करता चला जा रहा है। और आप यहाँ पे ये बात सुनते हैं उस एलची की, वो उसका एलची था जो अभी आया हुआ था इस ब्राड पे, और कितनी देर का वो इस बात पे आपको कायल कर रहा था, हम आपके बुजुर्गों को गाली नहीं देंगे, आप वहां आए, अमर नजीर वहां ही रहेगा और उसको सुने, हम उसकी बकवास सुने, उसकी टेरी बातें सुने। भाई अगर हम इनकी ब्राडू पे नहीं जाएंगे, हमारे लोग इनकी बात नहीं सुनेंगे और इनको जवाब नहीं देंगे, तो इनकी यक तरफा की जो बकवास है वो कौन सुनेगा? कोई नहीं सुनेगा। ये अपनी मौत आप ही मर जाएंगे। लोग वहीं पे जाते हैं, वहीं पे बात सुनते हैं जहां मुखालिफ सिमत से भी कोई बात हो रही होती है। सैफी की ब्राड पे लोग होते हैं, नादर की ब्राड पे ज्यादा लोग होते हैं। उसकी क्या वजह है कि वो मुखालिफ पार्टी को भी मौका देते हैं बात करने का, वो मुनाजरे की शक्ल में बात करते हैं, नतीजतन लोग दोनों तरफ की बात सुनते हैं। तो जो शर पसंद है, शरीर है और वो शैतानी कर रहा है, सिर्फ वो इधर की बात उधर की बात, दोनों के दरमियान में कोई डिस्कशन इल्मी नहीं हो रही, सिर्फ चालबाजियां खेल रहा है, गेमें खेल रहा है। उसको वाइड करें, वो अपनी मौत को मर जाएगा। हादिया बाजी,
یہ صفیہ صاحبہ نے مبشر رضا صاحب کی جان کو جو ہے وہ خطرے میں ڈالا. اس کے علاوہ ان سے پوچھیں اس کہ کا اپنا بھی بیٹا ہے, اس کی بھی جان خطرے میں پڑ سکتی ہے. جب یہ دہشت گردوں کے ساتھ ملیں گی, جو کرو گی نا بی بی وہ بھگت لو گی. اگر یہ دہشت گردوں کے ساتھ ملیں گی, بھگت کے گیا, زہر نہیں بھگت کے گیا, آپ بھی بھگتو گی انشاءاللہ تعالی. اگر یہ دہشت گردوں کے ساتھ ملیں گی, وہ امریکیوں کا ایک کہاوت ہے امریکیوں کی, بیٹا رہے گا محفوظ, وہ بھی انشاءاللہ نہیں رہے گا. ہاں جی, جیسے وہ نہیں رہیں گے. اگر وہ بشر رضا نہیں رہے گا تو تیرا بیٹا بھی نہیں رہے گا, اور انشاءاللہ نہیں رہے گا. میں نے کہہ دیا. انہوں نے قتل کروانے کی پوری پلاننگ کی ہوئی ہے. اگر تم اس سارے سے باز نہ آئی جو کچھ تم کر رہی ہو, نہ تمہاری عزت رہی ہے نہ تمہارا بیٹا رہے. اگر تم اسی ڈگر پہ رہی جس پہ چل رہی ہے, اور میں تمہیں دیکھیں نا سیفی بھائی, ہمدردی ہے. سیفی بھائی دیکھیں, کی بیٹی ہو, مجھے تم سے ہمدردی ہے. عالیہ باجی جو بات کر رہی ہیں نا سیفی بھائی, وہ یہی کر رہی ہیں کہ اگر اپنے گراج میں سانپ پالو گے نا تو وہ تمہیں بھی ڈسیں گے. اگر یہ دہشت گردوں سے معصوم احمدیوں کا قتل کروائیں گی, مجھے تم سے پیار ہے. یار باجی ایک منٹ, ہمیں کوئی پیار نہیں ہے, بات سن لیں بات کر لینے یار. بات جٹ صاحب بات کی کسی اور طرف جا رہی ہے یار. ہمارے لے کے جا رہے ہیں سیفی اپنا یار. جٹ صاحب ایک منٹ دے دیو یار. دیکھیں ہم ان کے بچے کے لیے دعا کریں. اور یار خدا تعالیٰ کا مکافاتی عمل بیان کر رہی ہوں, آپ کہتی ہو دھمکی دے رہی. میں کہندا سیگا تانوں کر لو گا. میں تو مکافاتی عمل بیان کر رہی ہوں کہ مکافات آ جائے گا. اور باجی ہم ان کے بچے کے لیے دعا کریں گے, ان کے ابو کے لیے بھی دعا کریں گے. ہم ایسی بات نہیں کرتے. یہ لوگوں کے بچے مرواتی پھرے یار, ہمارا خون لے لیں یار, ہمارا خون لے لیں, ہماری گردنیں کاٹ دیں یار. کیا ہو گیا یار, جب ہم نے سودا ہی ایسا کیا ہے کہ ہماری جان, مال, عزت, ہر شے قربان ہے مسیح موعود علیہ الصلوۃ والسلام کے نام پہ, موجودہ خلیفہ کے نام پہ, ہمارا خون لے لیں یار. قتل کریں یار, ہمارے آگے قتل نہیں ہوئے یار, آگے شہید نہیں ہوئے ہمارے یار. کوئی نہیں دے رہا, مار دو یار. یار باجی چھوڑ دو یار, اس بات کو آپ چھوڑ دو یار. ہمیں مار دیں یار, ہمیں مار دیں, ہمیں قتل کر دیں, ہماری گردنیں اتار دیں. اللہ میاں ہمارے خون سے اور بوٹے لگائے گا, اور درخت بنائے گا. اللہ میاں اور ہمیں جماعت کو ترقیات دے گا. مسئلہ ہی کوئی نہیں ہے یار. صحابہ شہید نہیں ہوئے, ہم بھی شہید ہو جائیں گے یار. کوئی چکر نہیں, امام مہدی کے راہ میں ہم شہید ہو جائیں گے. اللہ کے امام مہدی, حضرت محمد صلی اللہ علیہ وسلم کے امام مہدی کے راہ میں ہم شہید ہو جائیں گے. پر ہم ان کے بچوں کے لیے دعا کریں گے, ان کے ابو کے لیے, ان کے بچوں کے لیے, ان کی اگلی نسلوں کے لیے, کہ وہ اللہ ان کو ہدایت پہ رکھے. اگر یہ اتر گئی ہیں پٹری سے, اللہ ان کو بھی عقل دے. چلو جو بھی انہوں نے اپنا ٹھکانہ بنا لیا, لیکن ہم ان کے بیٹے کے لیے دعائے خیر کریں گے کہ اللہ میاں اس کی جو آگے نسل ہے اس کو ہدایت دے, اس کو ہدایت پہ قائم رکھے. اگر الزام جھوٹا ہے تو لعنت ہی ہے. ہاں, تو یہ جو الزام لگا رہا ہے ان پہ لعنت ہی ہے. اور باجی آپ جذباتی ہو جاتی ہیں یار, آپ کی اس کو چھوڑ دیں یار, اس کو یار, بات کو کسی اور طرف لے جاتی ہے, چھوڑ دیں. باجی ہادیہ کو بات کرنے دے یار, وہ صحیح بات کر رہی ہے. دیکھو اور کیا, یہ باجی ہادیہ صحیح بات کر رہی ہے. جو کسی کو ستائے گا وہ اس دن پتہ نہیں کیا نیچے اتر جیسے ایسے یار. بڑا ویسے کام کرتے سیفی صاحب آپ بھی. آدھا گھنٹہ بول کے بھی آپ باجی کو نہیں بولنے دیتے, آپ کو کہا تو نیچے اتر گیا. یہ اچھا مذاق کرتے ہو یار آپ بھی. باجی نے جڑا گل کہی ہے نا مکافات عمل دا, کہ انہاں دا بیٹے تے وہ یہ کہہ رہا ہے عمران, ایک منٹ یار, نام ان کے بچوں سے صرف یار ایک منٹ گل کر لیندے گا. جے باجی نے جڑی ہے گل کیتی ہے نا, او عمران او سمجھا رہا سی کہ باجی نو کم اے گل پہلے کرنی چاہیے کہ جڑا بیٹے دا تو دوجے دا مروانی ہے نا, اتنے اللہ بیٹھے ہے, مکافات عمل ہونا تے تیرا بھی اللہ تے مکافات عمل تے ہون لگی سی. او گل جڑی ہے دوجے طریقے او نے پٹھی لینی ہے اس عورت نے گل, او اللہ دی مکافات عمل دی گل کرن گے. اے سیفی سمجھا رہا سی. نہیں ہے تھلے ایک کنجر لکھ رہا, او دی بھی اسی پڑھ لی ہے نا, اس کنجر دا اسی پڑھ لینا کہ اس کنجر دی بھی پڑھ لو. بات یہ ہے صفیہ باجی, اگر آپ دہشت گردوں کے ساتھ مل کر مبشر کی جان کو خطرے میں ڈالیں گی, اگر آپ دہشت گردوں کے ساتھ مل کر
दूसरे लोगों की खवातीन की इज्जतें उछालेंगी, दूसरी खवातीन की जानों को खतरे में डालेंगी, उनकी ऑडियो प्ले करवा कर उन पर गुस्ताखी के फतवे लगाएंगी। अगर आप मुबशर की ऑडियो प्ले करवा कर उस पर गुस्ताखी के फतवे लगाएंगी, उसकी ज़िंदगी के लिए शदीद ख़तरात पैदा करेंगी, तो ये मुकाफ़ाती अमल है, फिर अल्लाह ताला आपको भी माफ़ नहीं करेगा। और अल्लाह का ये वादा है कि वो ज़ालिमों को कभी माफ़ नहीं करता। अगर आप जुल्म करेंगी, अगर आप जुल्म करें, मुझे पता है, मैं सच बोल रहा हूँ। क्या आपने मुबशर रज़ा की ऑडियोज प्ले नहीं की है अपनी लाइव पर? क्या आपने मुबशर रज़ा के खिलाफ ये प्रोपोगेंडा नहीं किया कि उसने गुस्ताखी की है? ये हम झूठ बोल रहे हैं? हम आपको ऑडियो सुना दें आपकी, हम आपकी एक एक लाइव की आपको यहाँ पर प्ले कर दें जिसमें आपने मुबशर रज़ा के खिलाफ और दूसरे अहमदियों के खिलाफ ये प्रोपोगेंडा किया था कि ये गुस्ताख हैं। आपने जो एक एक ऑडियो प्ले की वहाँ पर, और आपने किसी को मना नहीं किया, और आपके सामने बैठकर आपके हमायती जो हैं वो गुस्ताखियों के फतवे देते थे। वो आप भूल सकती हैं, आपकी याददाश्त कमज़ोर हो सकती है कि चंद दिन की बातें भी आपको भूल जाए। हमारी याददाश्त इतनी कमज़ोर नहीं है, हमें एक एक लम्हा याद है। और हमारे भाइयों की ज़िंदगियों के लिए आप जो ख़तरा बनी हैं, उनकी ज़िंदगियों को जो आपने ख़तरात में डाला है, तो अल्लाह ताला आपको माफ़ तो नहीं करेगा। हाँ, हम कानूनी रास्ता अख्तियार करेंगे, उन्होंने पुलिस को बताया है और पुलिस को हम बताएंगे, लेकिन अल्लाह ताला का भी एक जरा सी देर होती है, एक जरा एक निज़ाम है। फिर अल्लाह ताला के हुजूर अल्लाह ताला भी आपकी पकड़ करेगा। आपने जो दूसरों को कत्ल करवाने की कोशिश की है, दूसरों के लिए आपने खतरात, अल्लाह की लाती। फिर सफिया को पता है कि मेरे खानदान में शहादतें हैं, और मैं तुम्हें बताऊं, मेरे खानदान में जितनी शहादतें हैं सबका बदला हो चुका है, और अल्लाह ताला ने बदला लिया अल्हम्दुलिल्लाह। मास्टर अब्दुल कुद्दूस को मारने वाले दोनों ही कत्ल हुए हैं, मेरे भाई को शहीद करने वाला भी कत्ल हो चुका है। हमने नहीं किया, हो चुका है। इसी तरह जहां जहां पांव रखोगी, जैसे जैसे चलोगी, वैसे वैसे हो जाएगा। हमारा सिर्फ यह है कि हम पीछे खबर रखते हैं कि हाँ हुआ है कि नहीं हुआ, हम तक खबर पहुंच जाती है, क्योंकि हम दुआ करते हैं बहुत ज्यादा अल्लाह के फजलो करम से। और देखो जुल्फकार अली भुट्टो के साथ क्या हुआ, और देखो उसके साथ ज़िया के साथ क्या हुआ, और देखना अब तहरीक लब्बैक के साथ क्या होता है। उनके भी बंदे मरेंगे, उनके बंदे उन्हीं के बंदू में से बंदे मारेंगे। और पिछले दिनों में 20 मरे हैं ना उनके जुलूस में, तो बदला नहीं होना, एक एक अहमदी का बदला होगा। देखना किधर है उनके खानदान, कहां रूपोश हुए हैं। उसामा बिन लादेन रूपोश हुआ था, तो उसके साथ क्या हुई, किधर है वो अब। इसी तरह दहशतगर्द ग्रोहों के साथ मिलोगी तो कितनी देर वो रूपोश होंगे। स्वीडन को भी रिपोर्ट पहुंच जाएगी कि यहां पे एक दहशतगर्दी करवाने वाली औरत भी मौजूद है जो लोगों को मरवाती है। अगर यह इल्जाम सच है, अगर तो यह इल्जाम झूठा है, तो ऊपर आओ और साबित करो कि झूठा है। अगर कोई हलाल का खून है तो मेरे अंदर, तो ऊपर आओ और साबित करो, रिक्वेस्ट डालो और ऊपर आओ और साबित करो कि यह इल्जाम झूठा है। सबूत दो हमें। अस्सलाम वालेकुम, मैं थोड़ा जा अवे हो गया था, कोई खास मौजू चल रहा है? हेलो, मौजू चल रहा है जो है ये बढ़िया पुलिस रिपोर्टें करती है और बड़ी धमकियां लगा रही है। उन्हीं इनकी वो इसने मुझे भेजी थी रिपोर्ट जो इसने करवाई हुई है इनके नाम पे, इनके घर का एड्रेस दे के, वो जो रिपोर्ट कराई है मुबशर रज़ा ने, उन्होंने मुझे भेजी थी, मैं व्हाट्सएप पे, मैंने तो कहा था कि वो लगा देते हैं हम टिकटॉक पे। इन्होंने कहा नहीं अभी ना लगाओ, वरना उसने तो रिपोर्ट करवाई हुई है बाकायदा तौर पे, साथ उसने पूरी रिकॉर्डिंग भेजी थी मुझसे लेके। तो बहरहाल चलें जी, अल्लाह ताला हिफ्ज़ो मान में रखे उनको भी और इनको भी। जिस डगर पे चलोगी ना, उसी डगर से अल्लाह ताला तुम्हें जवाब देगा इसका। नहीं, वो नीचे बैठी हुई है, मलाही जमात की प्रचार करने निकले हैं। सुने, वो नीचे बैठी हुई हैं या चली गई हैं? भाइयों मेरी आवाज आ रही है? सारे किधर मसरूफ हैं? हाँ जी, आ रही है आवाज।
दसो की कह रहे तुही इमरान साहब आपसे पहली बात तो मेरा इख्तलाफ ये है आज के दिन का कि आपने ये अच्छा काम नहीं किया उसको गालियां देकर जाते जाते। मैंने कोई गाली नहीं सर ये गाली की होती है सर, ये गाली मैंने उसको उसकी औकात बताई है। जो बंदा जो काम कर रहा है ना वो उसको मैंने बताया। बन के आया हुआ था और आप लोगों को बुलाने आया था कि वहाँ और अमर नजीर की टेरी धुम जाए, वो आके देखो। और नहीं मेरी और बात उससे बिस्ती करवाओ। असल में अमर नजीर साहब के पास कोई भी नहीं जाता। वो बंदे को मैंने बुलाया था और मैंने उसको गारंटी दी थी कि तुम्हें कोई भी गाली वगैरह नहीं देगा ना, ठीक है, तुम आओ। तो बात जो थी उसने क्लियर की है, लेकिन एंड पे आके इमरान कालू साहब ने बात को और बिगाड़ दिया, ठीक है। अब वो इसी बात पे प्रोपेगेंडा करेगा कि मुझे इमरान कालू ने, हालांकि इमरान कालू साहब ने कहा ठीक है यार मैं ये गाली है तो मैं वापस लेता हूँ अल्फाज, लेकिन वो इस बात पे प्रोपेगेंडा करेगा, मैं आपको बता रहा हूँ, ठीक है। क्योंकि मैंने उसको जिस चीज से के लिए लेकर आया था वो यही गारंटी लेकर आया था कि मैं तुम्हें गाली वहां पे नहीं पढ़ने दूंगा, उसका जिम्मेदार मैं हूँ अगर गाली पड़ी तो। गाली यार कोई गाली नहीं दी प्यारे भाई, मैंने यार साडा जशीला भरा जो है ना उस लिहाज से बात की थी। टूटू साहब ਤੁਸੀਂ ਵੀ ਛੱਡ ਦਵੋ, ਆਪਣੇ ਕੋਲੇ ਅੱਧਾ ਘੰਟਾ ਹੋ ਗਿਆ ਲੈਕਚਰ ਦੇ ਰਹੇ ਹੋ आप। अब वो ना ये जो इनके हैं सैयद जफरुल्लाह शाह साहब बरेलवी, उनका वो पोस्टर तो लगाएं। पोस्टर सर मेरे दूसरे मोबाइल में है, वहां से निकाल कर मुझे, मैंने वैसे भी कहने के अभी थोड़ा मसरूफ हो जाना है तो ये है कि पोस्टर निकालना मुश्किल है, दूसरी मोबाइल में है तो इसमें मुझे जो पोस्टर है वो मैं लगा देता हूँ। किन्ना को मुश्किल है, मतलब 3-4 घंटे लग सकते हैं। ਉਹਨੇ ਆਪਣਾ ਕੰਮ ਮਿਲਿਆ ਨਾ ਉਹਨੂੰ ਮੁਸ਼ਕਿਲ ਹੀ ਨਜ਼ਰ ਆ बात ये है यार, ये नहीं इसका कोई फायदा नहीं, ये ना लगाएं वो लगाएं। तो मेरे पास है यही ना, जरा बराबर भी बुरा नहीं समझते, उनके लिए पेशाब कोला की तरह है, तो वो कोला जो है ना वो पीते रहते हैं। लेकिन मेरी बात सुने, ये आप सब लोगों को लगता है कि उनको बुरा नहीं लगता। जिस दिन की अमर नजीर साहब ने मुझे वो ऑडियो रिकॉर्ड करवाई हुई है ना कि ये नबी करीम सल्लल्लाहु अलैहि वसल्लम की सुन्नत है, ठीक है, ये सुन्नत है उनकी बकौल। जी, ये जफरुल्लाह बरेलवी साहब ने जो कल गुस्ताखी की है, इस पर इन सब की जुबानें हैं बंद। ये बड़े जो है ना वो मुजाहिद ख़त्म नबूवत बने फिरते हैं। कल जो है ना जफरुल्लाह बरेलवी साहब ने इनकी सारी की सारी खोती रेडी उल्टा दी है, ख़त्म नबूवत को उल्ट पुल्ट कर दिया है और इनकी ज़ुबानें हैं अभी तक बंद। इनको शर्म आनी चाहिए कि कल की जो है ना वो ख़त्म नबूवत की तो वो पूरी की पूरी ट्राली उल्टा गए हैं। ख़त्म नबूवत के पल्ले उन्होंने कख नहीं छोड़ा, अपने एक इस बयान से, अपने 2 लफ्ज़ों के बयान से ख़त्म नबूवत के पल्ले कख नहीं बचा। लेकिन ये अभी तक उसी खोती रेडी को चलाई जा रहे हैं, ख़त्म नबूवत खोती पर बैठे हुए हैं, रेडी पीछे से जफरुल्लाह बरेलवी साहब आग लगा गए हैं। जफरुल्लाह बरेलवी साहब ने वो काम किया है कि वो बंदा था कोई तेल बेचने जा रहा था ना, तो उन्होंने कहा भाई हम तब लेंगे। जफरुल्लाह बरेलवी साहब ने वो काम किया है। जफरुल्लाह बरेलवी साहब ने एक तो ख़त्म नबूवत के पल्ले कख नहीं छोड़ा और दूसरा अंबिया के पल्ले कख नहीं छोड़ा। नबियों की, तमाम नबियों की रिकॉर्ड लगाएं उसका। जी जी, इन्होंने हादिया बाजी ये कहा, इनसे सवाल ये किया गया कि आप रसूल अल्लाह सल्लल्लाहु अलैहि वसल्लम को आखिरी मानते हैं, आप ये कहते हैं कि जो रसूल अल्लाह को आखिरी ना माने वो काफिर है, और मतलब ये इनका अकीदा है, सबको पता है, और इसी की दफा में ये सुबह से लेकर शाम तक हलकान हुए होते हैं। अब इनसे ये पूछा गया कि आप रसूल अल्लाह को आखिरी मानते हैं तो किस तरह से मानते हैं वो हमें बताएं। तो इन्होंने कहा कि वो आगे 4 ऑप्शंस भी थी ना कि आप रसूल अल्लाह को आखिरी किस लिहाज से मानते हैं। उनको नबूवत आखिर में मिली, उनका नज़ूल आखिर में हुआ, उनकी पैदाइश आखिर में हुई सब नबियों के, या उनकी वफ़ात सबसे आखिर में हुई, किस लिहाज से आप रसूल अल्लाह सल्लल्लाहु अलैहि वसल्लम को आखिरी मानते हैं। तो इन्होंने कहा जी हम तो रसूल अल्लाह को अव्वल भी मानते हैं और आखिर भी मानते हैं। अब ये बात सुनने में ज़रा नॉर्मल लगेगी, इसकी गहराई में अगर जाएंगे तो आपको पता चलेगा कि एक तो जब ये मान लिया जाए कि रसूल अल्लाह अव्वल है तो ख़त्म नबूवत तो वैसे ही ख़त्म हो जाती है, फिर उसकी ख़त्म नबूवत की हैसियत क्या बचती है। ये जो इनका एक नाम निहाद अकीदा है वो तो नहीं बचता ना, वो तो साबित हो गया कि रसूल अल्लाह के बाद सब नबियों को नबूवत मिली।
اور پھر یہ اس کے بعد یہ جو عقیدہ رکھتے ہیں اس سے ظالم عقیدہ وہ یہ ہے کہ جو بندہ جو بھی یہ کہے کہ اس کو رسول اللہ کے بعد نبوت ملی ہے وہ کذاب ہے، وہ دجال ہے، نعوذ باللہ۔ اب ان کے اس بیان سے کہ رسول اللہ اول ہیں 1,24,000 انبیاء نعوذ باللہ کذاب اور دجال بن جاتے ہیں، کیونکہ ان سب کو نبوت جو ہے وہ رسول اللہ کے بعد ملی ہے، اور یہ کہتے ہیں کہ اگر کوئی کہے کہ رسول اللہ کے بعد کسی کو نبوت ملی ہے تو وہ کذاب اور دجال ہے۔ تو یہ دو طرح سے انہوں نے عقیدہ ختم نبوت کو ہٹ کیا اور پھر انبیاء کی توہین کی، اور کسی نے ان سے ابھی تک کچھ نہیں پوچھا۔ ہے سارا تضاد ہی تضاد ہے، قرآن سے بھی تضاد ہے ان کے عقیدوں کا، اور ان کے عقیدوں کے اندر بھی تضاد ہے، آپس میں بھی ایک دوسرے سے ٹکراتے ہیں۔ ایک طرف کہتے ہیں کہ رسول اللہ صلی اللہ علیہ وسلم آخری نبی ہیں، دوسری طرف کہتے ہیں کہ حضرت عیسیٰ آ رہے ہیں، ایک طرف کہتے ہیں قانون میں لکھتے ہیں کہ جو کوئی رسول اللہ صلی اللہ علیہ وآلہ وسلم کے بعد کسی مسلح کو مانتا ہے وہ مسلمان نہیں ہے، وہ دائرہ اسلام سے خارج ہے، اور وہاں پہ الفیہ بیان لیتے ہیں ہم سے کہ الفیہ بیان دیں تو آپ مسلمان آپ بنیں گے۔ تو دوسری طرف یہ امام مہدی کا آنا مانتے ہیں اور حضرت عیسیٰ علیہ السلام کا بھی آنا مانتے ہیں۔ او الو کے دماغ والوں، یہ بتاؤ کہ وہ جو آئیں گے وہ مسلم نہیں ہوں گے؟ سارے مسلم پہ تو ایمان رکھتے ہو آپ لوگ، اور پھر مجددین کو مانتے ہو تو وہ بھی مسلم ہیں، اگر شیعہ اماموں کو مانتے ہیں بات یہ ہے عالیہ باجی آپ آگے جا رہی ہیں، بات یہ ہے کہ اس بندے نے ظفر اللہ بریلوی نے تو انبیاء کی توہین کر دی نا، کہ ایک طرف کہتے ہیں کہ رسول اللہ کے بعد جو دعویٰ نبوت کرے، جو کہے کہ مجھے رسول اللہ کے بعد نبوت ملی ہے وہ کذاب اور دجال ہے، اور ایک طرف کہہ رہا ہے کہ سب سے پہلے نبوت ہی رسول اللہ کو ملی تھی، سارے نبیوں کو ہی نبوت رسول اللہ کے بعد ملی ہے، تو یہ سیدھا سیدھا انبیاء کو ایک گالی ہے جو انہوں نے دی ہے کل۔ السلام علیکم۔ وعلیکم السلام۔ اور اس وقت شہزاد بھائی بھی شاید سن رہے تھے۔ نہیں میں تو نہیں تھا، مگر عمران صاحب اصل میں بات یہ ہے کہ جو قرآن کریم نے بات پیش کی ہے نا وہی سب سے اعلیٰ اور ان کے خلاف ہے۔ اللہ تعالیٰ نے قرآن کریم میں فرما دیا ہے کہ ایک نبی کا انکار جو ہے کہ تمام انبیاء پر ایمان لاؤ، اور ایک نبی کا انکار جو ہے یہ تمام انبیاء کا انکار اللہ تعالیٰ کی نظر میں سمجھا جاتا ہے، اور اللہ تعالیٰ نے بڑی تحدی سے یہ قرآن کریم میں بیان کیا کہ انبیاء کا انکار کرنے والے کو ہم نہیں چھوڑیں گے، اور ان کو ضرور سزا ملے گی، ان کے اپنے عمل یہ بتائیں گے کہ وہ کس درجے کے گستاخ ہیں اور کس درجے پر وہ تمام انبیاء کو ہی چھوڑ بیٹھے ہیں، اور یہی اب ان کے منہ سے نکل رہا ہے، اور یہ نکلے گا، یہ تمام بھید جو یہ چھپائے بیٹھے تھے یہ ایک ایک کر کے ظاہر ہوں گے کہ ایک نبی حضرت مسیح علیہ السلام کو جو انہوں نے جھٹلایا ہے اور گستاخیاں کی ہیں، گندی گالیاں دی ہیں، ہر طرح کی گندی بکواس کی ہے، وہ اب تمام انبیاء کی طرف جو ہے یہ منسوب ہوگی، کیونکہ کوئی بھی نبی اپنی طرف یہ پسند نہیں کرے گا اگر وہ زندہ ہو۔ تمام انبیاء جو ہیں ایک دوسرے کے بھائی ہیں، وہ پسند ہی نہیں کرتے ایسے لوگوں کو کہ ایک کا انکار کرنے والا ہو دوسرے کو اپنا نبی سمجھے۔ یہی گستاخی یہودیوں نے کی تھی کہ ہم حضرت موسیٰ علیہ السلام کو تو مانیں گے مگر حضرت عیسیٰ علیہ السلام کو نہیں مانیں گے، تو اللہ تعالیٰ نے پھر ان کا یہی فیصلہ کیا کہ یہ اب کسی قابل نہیں رہے اور ان میں کوئی ہدایت نہیں رہے گی، یہ وقت نے فیصلہ کیا ہے بعد میں، اور یہی عیسائیوں نے کیا، ان کے ساتھ بھی یہی معاملہ ہوا ہے۔ اب مسلمانوں میں سے جو بڑے اپنے آپ کو خادم اسلام سمجھ کر یہ اٹھے ہیں، مگر یہ اصل میں دین کی خدمت کرنے والے ہے ہی نہیں سرے سے، یہ ان گستاخوں کی خدمت کرنے والے ہیں جو ان کے اعلیٰ درجے کے استاد ہیں، اور انہوں نے ان کو یہ سکھایا ہے، اب ان کے منہ سے بھی نکل رہا ہے تمام انبیاء کا، یہ اصل میں انکار کر بیٹھے ہیں، حضرت مسیح علیہ السلام کو نہ مان کر یہ تمام انبیاء کا انکار کر بیٹھے ہیں، جھوٹ بولتے ہیں کہ جی ہم حضرت نبی کریم صلی اللہ علیہ وآلہ وسلم کے بڑے ہی شدائی ہیں، بڑے ہی ان کے ماننے والے ہیں، مگر عمل دیکھو تو سراسر خلاف ہیں۔ بے شک آپ نے جو باتیں کی ہیں وہ درست ہیں، بات یہ ہے کہ اب غیرت تو ان کی پہلے عقل تو مر گئی تھی، اب غیرت بھی مر گئی ہے، اور کل سے اس غیرت کو جگانے کی کوشش کی جا رہی ہے لیکن بے اثر ہیں، پانی کے چھٹے مارے ہیں، بڑا کچھ کیا ہے لیکن وہ غیرت نہیں جاگ رہی۔ ظفر اللہ بریلوی پتلی گلی سے 1,24,000 انبیاء کی توہین کر کے گستاخی کر کے بھاگ چکا ہے، اور کوئی اس کو پوچھنے والا نہیں ہے، کوئی اس کا احتساب کرنے والا نہیں ہے، اور یہ جو ہیں
छोटी छोटी गलतियों पर लोगों की जानें लेने वाले हैं, और यहाँ पर एक इतना बड़ा जो है जिसने जुओं को दम दिया हुआ है इतनी बड़ी पग से, और वो बंदा इतनी बड़ी जो है वो गुस्ताखी कर गया है, तौहीन कर गया है, और उसको कोई पूछने वाला नहीं है। इन लोगों को शर्म आनी चाहिए। मूसा साहब आए हैं तो ये कल बात कर रहे थे, इनसे जब मेरी बात नहीं हो पा रही। मूसा साहब आप भी ऊपर आ रहे हैं अगर आपने बात करनी है। दूसरा, ये ज़फ़रुल्लाह बरेलवी साहब से हमारा इन ख़त्म नबूतियों से मुतालबा है कि जल्द से जल्द इसको पटा डालें और इस बात की वजाहत करें जो इसने कही है। इसने ख़त्म नबूवत की जो है नैया डुबो चुका है ये बंदा, और अगर आपने ख़त्म नबूवत को अब बचाना है तो वो उसका हाल यही है कि कम से कम इससे पूछ पड़ताल करें कि ये बरेलवी साहब आप क्या बोंगी मारते हैं वहाँ पर, ठीक है। और इस सवाल का जो भी जवाब देने की कोशिश करेगा, ये भी हमारी एक ना पेशेंट को ही समझ लें कि इस सवाल का जवाब देने की जो भी कोशिश करेगा वो बोंगी ही मारेगा, उसके पल्ले कख नहीं है। सवाल ही कुछ ऐसा है। तो ज़फ़रुल्लाह बरेलवी साहब बोंगी मार कर गुस्ताखी करके 1,24,000 अंबिया की तौहीन करके खुड में बढ़ चुके हैं, और बाहर निकलने की अभी तक उन्होंने कोशिश नहीं की। पानी हमने काफ़ी डाला है, तो गुजारिश है कि वो उसको बाहर निकाला जाए। इमरान साहब असल में बात पता क्या है कि आप इनको चाहे जितनी मर्जी गैरत दिलाएं, इनका काम ये है कि ये आपस में एक दूसरे से मशवरे करते हैं, एक दूसरे से इनकी खुफिया मीटिंग्स होती हैं। तमाम तर रुझान जो है इनका यही होता है कि हमने जो है अगर ये नई बात जमात अहमदिया की तरफ से पेश की गई है फलां ब्राड पे, तो हमने इसका रद्द कैसे करना है। इनकी तवज्जो सिर्फ इन्हीं बातों पर रहती है, और इनकी तवज्जो कहीं नहीं जाती कि अवाम की इस्लाह करें, नमाजों पर तवज्जो दें और अखलाक पर तवज्जो दें। ये कभी इस तरफ नहीं आएंगे, और कुरान करीम की खिदमत के लिए तो हरगिज़ तैयार नहीं होंगे, क्योंकि कुरान जो है सख्त मुखालिफ है। अल कुफ्र मिल्लतुम वाहिद, कुफर है ना, कुफर पे इज्तिमा है। उन्होंने इज्मा किया है ना, इस पे इज्मा किया, किस पे? शैतान पे, शर पे इनका इज्मा है। मुखालफत करनी है मसीह मौद की, इमाम महदी की मुखालफत करनी है, तो शर पे इज्मा हुआ है ना। ना सिर्फ इनका शर पे इज्मा है, बल्कि इन्होंने जमात के खिलाफ बड़ी संगीन कार्रवाइयों की भी जो आगाज किए हुए हैं, और कुछ तो अल्लाह ताला ने इनको जवाब इनके मुंह पर दे मारा है, और बाज जो शैतानी हरकतें ये छुप कर और लोगों के जरिए से करवाते हैं, वो भी अल्लाह ताला अब इनको जवाब देगा, क्योंकि वो हजरत मसीह अलैहिस्सलाम के लिए गैरत बहुत रखता है अल्लाह ताला, और हरगिज इनको नहीं छोड़ेगा जिन्होंने ये गंदी गलीज जुबानें इस्तेमाल की हैं और लोगों को असल में फितना पर उभारा है। इन लोगों ने टिकटॉक पे बेशुमार इन्होंने फितना पर उभारा है। साहब नीचे आए हैं, वो पूछ रहे हैं सवाल की ये तरह। शराजी साहब आप ऊपर आए, हम आपको सवाल भी सुनाते हैं, और ये जो ज़फ़रुल्लाह बरेलवी साहब कल तौहीन करके गए हैं, गुस्ताखी करके गए हैं अंबिया की, वो भी आपको सुनाते हैं। सवाल हमारा सादा सा है, मुख्तसर सा है, कोई लंबा चौड़ा सवाल नहीं है। आप ये नाम निहाद जो मुसलमान हैं, जो अपने आप को कहते हैं कि हम दीन के ठेकेदार हैं, वो कहते हैं कि रसूलुल्लाह सल्लल्लाहु अलैहि वसल्लम आखिरी नबी हैं, रसूलुल्लाह सल्लल्लाहु अलैहि वसल्लम आखिरी नबी हैं। तो ये पूछा था कि आखिरी किस लिहाज से हैं, क्या रसूलुल्लाह सल्लल्लाहु अलैहि वसल्लम को सबसे आखिर में नबूवत मिली है इस वजह से आखिरी हैं, या रसूलुल्लाह सल्लल्लाहु अलैहि वसल्लम की पैदाइश सबसे आखिर में हुई है, या रसूलुल्लाह सल्लल्लाहु अलैहि वसल्लम का नज़ूल सबसे आखिर में हुआ है, या रसूलुल्लाह की वफ़ात सबसे आखिर में हुई है, किस लिहाज से आखिरी मानते हो, ये हमें बता दो बस। और यही मुख्तसर सा सवाल था, और इस सवाल के जवाब में ज़फ़रुल्लाह बरेलवी साहब 1,24,000 अंबिया की तौहीन करके भाग चुके हैं। अगर आप ट्राई करना चाहते हैं तो मोस्ट वेलकम, आप ऊपर आएँ, जवाब दें, हम आपके बड़े ही मशकूर होंगे अगर आप इस सवाल का जवाब दे देंगे। तो आपको रिक्वेस्ट भी डाली है, तो आप ऊपर आ जाएं अगर आप जवाब देना चाहें तो। सैफी भाई नाराज हो कर गए थे, सैफी भैया आपके ऊपर आ जाएं, तो हादिया बाजी को समझाएं उन्होंने क्या गलत किया। इमरान साहब वो रिकॉर्डिंग तो सुना दे रहा है इनकी, ये क्या कह रहे हैं। उसमें ये यही कह रहे हैं कि हम अव्वल भी मानते हैं और आखिर भी मानते हैं। तो इस बात से जो है वो इनके दूसरे कीदे की वजह से तौहीन हो रही है ना अंबिया की। जब ये कहते हैं कि रसूलुल्लाह के बाद जो दावा नबूवत करे वो कज़ाब और दज्जाल है नाउज़ बिल्लाह, तो जब ये कहते हैं कि रसूलुल्लाह को हम अव्वल मानते हैं, तो सब नबी फिर उनके बाद हो गए ना। तो ये इस अकीदे की ज़ाद में नहीं आएंगे कि जो रसूलुल्लाह के बाद दावा नबूवत करेगा वो काफिर, कज़ाब और दज्जाल है, जो कहे कि रसूलुल्लाह के बाद उसको नबूवत मिली है। बिल्कुल, ये तमाम अंबिया की तौहीन करते हैं,
اگر اول مانتے ہیں حضور صلی اللہ علیہ وآلہ وسلم کو، کیونکہ تمام نبی حضور صلی اللہ علیہ وآلہ وسلم کے پھر بعد میں ہی آئے ہیں، کیونکہ یہ جو حدیث ہے کہ حضور صلی اللہ علیہ وآلہ وسلم نے فرمایا تھا کہ میں تو تب بھی خاتم النبیین تھا جب آدم جو ہے مٹی میں گوندے جا رہے تھے اور ابھی وہ نبوت تو ان کو بعد میں ملی ہے حضرت آدم علیہ السلام کو، اور جو تمام انبیاء بعد میں آئے ہیں وہ بعد میں آئے ہیں، تو حضور صلی اللہ علیہ وآلہ وسلم تو اس وقت بھی خاتم النبیین تھے۔ اگر آخری مطلب اس کا خاتم النبیین کا آخری نبی مطلب دیا جائے، جی جی آ رہی ہے آواز۔ عمران صاحب آپ کا مائک کھلا ہے، مجھے لگتا ہے اس کی بیک گراؤنڈ کی آواز آتی ہے پھر زیادہ نا، تو وہ یہی ہے کہ جو انہوں نے آغاز کیا ہے اس بات کا کہ مانتے تو ہیں حدیث جو سچی ہے کہ حضور صلی اللہ علیہ وآلہ وسلم نے فرمایا ہے کہ میں تو اس وقت بھی خاتم النبیین تھا جب آدم ابھی پیدا بھی نہیں ہوئے تھے، تو پھر تمام انبیاء تو حضرت آدم علیہ السلام کے بعد آئے ہیں اور خود حضرت آدم علیہ السلام بھی نبی ہیں، تو پھر دیکھ لیں کہ کس طرح یہ سلسلہ انبیاء کے مخالف ہیں اور انکار کرتے ہیں پھر ہر ایک کا ہی، کیونکہ ایک کا انکار اللہ تعالیٰ نے فرمایا کہ ایک نبی کا انکار سب کا انکار سمجھا جائے گا۔ یہ ہو ہی نہیں سکتا کہ ایک نبی کا تم انکار کرنے والے ہو اور باقی سب انبیاء کو تم مان بیٹھے ہو، یہ نہیں ہو سکتا۔ انبیاء آپس میں بھائی بھائی ہیں، اور ایک کا انکار پھر اللہ تعالیٰ تمہاری زبانوں سے کلوائے گا کہ تم نے اصل میں سب کا انکار کیا تھا، جھوٹ بولتے ہو کہ تم ہر ایک نبی کو دوسرے کو مانتے۔ عمران کالو صاحب جی اگر تسی چھڈی یا عرفان جٹ صاحب نے برات چھڈی تے پھر مینوں دس کے جائے فون کر کے تے آ گئے نے موسیٰ صاحب تے انہاں نال گل کرو تسی، ٹھیک ہے جی؟ موسیٰ صاحب کیا حال ہے آپ کا؟ ٹھیک ہے جی بالکل ٹھیک۔ ہاں جی میں بھی ٹھیک ہوں۔ موسیٰ صاحب کل آپ نے کل بھی ہم یہ براڈ لگا کر بیٹھے ہوئے تھے، سوری نا میرے پیچھے اور ہے جی ویسے عمران صاحب آپ کو نہیں لگتا کہ یہ کتنی اب جو ہے سوچ بچار کریں گے؟ بیچاروں نے جواب بھی تو دینا نا، اب کوئی نہ کوئی جواب دے کے آئیں گے، کبھی نہ کبھی آئیں گے۔ جی آواز کٹ گئی تھی، آپ کی بات نہیں سنی مجھے۔ میں نے عرض کیا ہے کہ یہ جو انہوں نے بات کی ہے، عمران صاحب نے سنائی ہے ان کی بات کہ یہ گستاخی کر کے گئے ہیں، اب کچھ نہ کچھ تو مولوی صاحبان سوچیں گے اور جواب تو گھڑیں گے کوئی نہ کوئی، اس کے علاوہ چارہ کوئی نہیں ہے ان کے پاس، تو یہ جواب لے کر آئیں گے، مگر اب دیکھیں کہ جلدی آتے ہیں یا دیر سے آتے ہیں، جواب تو دینے کی کوشش کریں گے یہ، کیونکہ ایک نبی کی گستاخی جو ہے سب انبیاء کی گستاخی سمجھی جاتی ہے، اور تمام انبیاء کا جو ہے انکار جو ہے یہ تو سراسر انسان کو مجرم بنا دیتا ہے، اور